ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਪੂਰਨ ਦੇਖਿਓ ਆਤਮਾ ਦ્વੈਤ ਸਰਬ ਨਿਵਾਰ। ਭਏ ਸੰਤ ਮਨ ਸੰਤ ਜੋ ਤਿਨ ਪਗ ਨਮੋ ਹਮਾਰ। ਕਬਿਤ ਕੋ ਕਵ ਉਪਮਾ ਸੋ ਦੇਤ ਪਾਰ ਜਾਤ ਪਗ। ਕੋ ਕਹੇ ਗੁਰੂ ਪਗ ਕਮਲ ਅਮਲ ਹੈ। ਜੋ ਪਾਰ ਜਾਤ ਨਾਚ ਤਨ ਗਤ ਦਾਨ ਨਾਹੀ। ਅਮਲ ਕਮਲ ਰੈਨ ਵਿਖੇ ਮੁਖ ਮਿਲ ਹੈ। ਵੈ ਤੋ ਸਹਚੇਤ ਦੇਤ ਕਾਮ ਨਾ ਭਗਤ ਨਿਜ। बासुर और रजनी में एक से सतुल है। लखे पद आदर न पार जात कमल को। ताते पग पग पार जात न कमल है। को कव उपमा सो देत पार जात पग। को कहे गुरु पग कमल अमल है। वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਪਿਛਲੇ ਹਫ਼ਤੇ ਸਰਵਣ ਕਰ ਰਹੇ ਸੀ ਕਿਵੇਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਯਾਦ ਕਰ ਰਹੇ ਨੇ ਕਿ ਕੋਈ ਆ ਕੇ ਮੈਨੂੰ ਮੇਰੇ ਗੁਰੂ ਨਾਨਕ ਦਾ ਕੋਈ ਇਤਿਹਾਸ ਸੁਣਾਵੇ। ਖੰਡੂਰ ਸਾਹਿਬ ਵਿੱਚ ਸਜੇ ਨੇ। ਇੱਧਰ ਭਾਈ ਬਾਲਾ ਸੰਧੂ ਜੀ, ਉਹਨਾਂ ਦੇ ਹਿਰਦੇ ਵਿੱਚ ਵੀ ਖਿੱਚ ਪਈ। ਸਮਾਂ ਬਣਿਆ, ਪੁੱਛਿਆ ਮਹਾਰਾਜ ਬਾਰੇ ਦੱਸਣ ਤੇ ਖੰਡੂਰ ਸਾਹਿਬ ਪਹੁੰਚੇ ਨੇ। ਉਧਰੋਂ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਨੇ ਬੇਅੰਤ ਪਿਆਰ ਬਖਸ਼ਿਆ। ਗੱਲ ਵਕੜੀ 'ਚ ਲਿਆ। ਆਪ ਜੀ ਨੇ ਸਰਵਣ ਕੀਤਾ ਸੀ। ਫਿਰ ਸਮਾਂ ਬਣਿਆ ਜਦੋਂ ਮਹਾਰਾਜ ਨੇ ਪੁੱਛਣਾ ਕਿ ਸਾਨੂੰ ਮਹਾਰਾਜ ਦੇ ਜਨਮ ਦਾ ਸਮਾਂ ਦੱਸੋ, ਤਾਂ ਬੇਨਤੀ ਕੀਤੀ ਪਾਤਸ਼ਾਹ ਵੀ ਉਹਦੇ ਬਾਰੇ ਜਨਮ ਪੱਤਰੀ ਵਿੱਚ ਲਿਖਿਆ ਹੋਇਆ ਗੁਰੂ ਨਾਨਕ ਪਾਤਸ਼ਾਹ ਉਹ ਲਿਆਉਣੀ ਪੈਣੀ। ਉਹ ਕਿੱਥੇ ਆ ਬਈ? ਨਨਕਾਣਾ ਸਾਹਿਬ ਦੇ ਵਿੱਚ। ਪਿਤਾ ਮਹਿਤਾ ਕਾਲੂ ਜੀ, ਮਾਤਾ ਤ੍ਰਿਪਤਾ ਜੀ ਚਲੇ ਗਏ ਨੇ ਸੰਸਾਰ ਤੋਂ। ਉਹਨਾਂ ਦੇ ਛੋਟੇ ਭਰਾ ਗੁਰੂ ਨਾਨਕ ਪਾਤਸ਼ਾਹ ਦੇ ਚਾਚਾ ਲਾਲੂ ਜੀ, ਉਹ ਲੱਭ ਕੇ ਦੇ ਸਕਦੇ ਨੇ। ਜਾਓ ਬਈ, ਜਾ ਕੇ ਲੈ ਕੇ ਆਓ। ਉਸ ਸਮੇਂ ਲਾਲਾ ਪੰਨੂ ਤੇ ਭਾਈ ਬਾਲਾ ਸੰਧੂ ਜੀ ਗਏ ਸਨ। 5 ਦਿਨਾਂ ਬਾਅਦ ਉਹ ਪੱਤਰੀ ਲੱਭੀ ਹੈ। ਜਦੋਂ ਪੱਤਰੀ ਲਈ ਹੈ, ਪਹਿਲਾਂ ਚਾਚਾ ਜੀ ਨੇ ਭਾਈ ਬਾਲਾ ਸੰਧੂ ਦੇ ਹੱਥ ਵਿੱਚ ਦਿੱਤੀ। ਉਹਨਾਂ ਨੇ ਅੱਗੋਂ ਉਹੀ ਪੱਤਰੀ ਲਾਲਾ ਪੰਨੂ ਜੀ ਦੇ ਹੱਥ ਵਿੱਚ ਦੇ ਦਿੱਤੀ। ਅੱਗੋਂ ਉਹਨਾਂ ਨੇ ਬੇਨਤੀ ਕੀਤੀ, ਨਹੀਂ ਤੁਸੀਂ ਮੇਰੇ ਨਾਲ ਚੱਲੋ, ਆਪਾਂ ਗੁਰੂ ਸਾਹਿਬ ਦੀਆਂ ਬੇਅੰਤ ਖੁਸ਼ੀਆਂ ਲੈਂਦੇ ਹਾਂ। ਆਪ ਜੀ ਨੇ ਸਰਵਣ ਕੀਤਾ। ਜਦੋਂ ਫਿਰ ਵਾਪਸ ਆਏ, ਮਹਾਰਾਜ ਨੇ ਉਹ ਫੜ ਕੇ, ਕਿਉਂ ਉਹਦੇ ਉੱਤੇ ਮਹਾਰਾਜ ਦਾ ਨਾਮ ਲਿਖਿਆ ਸੀ। ਕਈ ਚੀਜ਼ਾਂ ਤੋਂ ਆਪਾਂ ਭੱਜ ਨਹੀਂ ਸਕਦੇ ਕਿ ਪੁਰਾਣਾ ਜਿਹੜਾ ਸਮਾਂ ਸੀਗਾ ਮਹਾਰਾਜ ਦੇ ਆਉਣ ਤੋਂ ਪਹਿਲਾਂ ਦਾ, ਫਿਰ ਜਦੋਂ ਮਹਾਰਾਜ ਦਾ ਸਮਾਂ ਆ ਗਿਆ, ਮਹਾਰਾਜ ਨੇ ਆਪ ਜੀ ਨੂੰ ਪਤਾ ਫਿਰ ਜਨੇਊ ਪਾਉਂਦੇ ਤੇ ਮਹਾਰਾਜ ਪਾਉਂਦੇ ਨਹੀਂ। ਤੇ ਅਖੀਰ ਨੂੰ
ਜਿਹੜਾ ਪੰਡਤ ਪਾਉਣ ਆਇਆ ਸੀ ਤੇ ਮਹਾਰਾਜ ਨੇ ਉਹਨੂੰ ਸੱਚਾ ਜਨੇਊ ਪਾਉਣ ਦਾ ਉਪਦੇਸ਼ ਦੇ ਕੇ ਤੇ ਉਹਨੂੰ ਮੋੜ ਦਿੱਤਾ ਸੀ। ਤੇ ਫਿਰ ਜਦੋਂ ਦੇਖਿਆ ਮੇਰੇ ਪ੍ਰੀਤਮ ਗੁਰੂ ਨਾਨਕ ਦਾ ਨਾਮ ਲਿਖਿਆ ਤੇ ਸਾਧ ਸੰਗਤ ਮੱਥੇ ਲਾਇਆ ਤੇ ਉਸੇ ਕਾਗਜ਼ ਨੂੰ ਸਿਰ ਦੇ ਉੱਪਰ ਵੀ ਰੱਖਿਆ, ਮਹਾਰਾਜ ਨੇ ਸਤਿਕਾਰ ਦਿੱਤਾ। ਆਏ ਪੁਰਾਣਾ ਸਮਾਂ ਹੁੰਦਾ ਸਾਧ ਸੰਗਤ ਕਿ ਕਿਸੇ ਵੀ ਕਾਗਜ਼ ਉੱਤੇ ਜੇ ਗੁਰਬਾਣੀ ਲਿਖੀ ਜਾਣੀ ਤੇ ਸਿੱਖ ਸਾਰਾ ਜੀਵਨ ਥੱਲੇ ਨਹੀਂ ਲੱਗਣ ਦਿੰਦਾ ਸੀ, ਬਹੁਤ ਸਤਿਕਾਰ ਰੱਖਣਾ। ਅੱਜ ਕੱਲ੍ਹ ਦੇਖਦੇ ਹਾਂ ਘਰਾਂ ਵਿੱਚ, ਪਿਛਲੇ ਦਿਨੇ ਉੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਗਏ, ਇੱਕ ਦੁਕਾਨ ਵਿੱਚ ਗਏ ਤੇ ਪੋਥੀਆਂ ਬਿਲਕੁਲ ਥੱਲੇ ਲੱਗੀਆਂ ਹੋਈਆਂ ਫਰਸ਼ ਦੇ, ਮਤਲਬ ਲਾ ਲਓ ਕੋਈ ਮੁਸ਼ਕਿਲ ਨਾਲ ਇੰਚ ਕੁ ਉੱਪਰ ਹੋਣੀ। ਤੇ ਜਿੱਥੇ ਕੋਲੇ ਲੋਕ ਜੁੱਤੀਆਂ ਪਾ ਕੇ ਅੰਦਰ ਜਾ ਰਹੇ ਨੇ, ਪਹਿਲਾਂ ਉਹਨਾਂ ਨੂੰ ਬੇਨਤੀ ਕੀਤੀ ਵੀ ਭਾਈ ਸਾਰਿਆਂ ਨੂੰ ਪਹਿਲਾਂ ਪੋਥੀਆਂ ਉੱਪਰ ਰੱਖੋ। ਦੁਕਾਨ ਤਾਂ ਚੱਲਣੀ ਜਾਂ ਚਲਾਉਣੀ ਬਾਅਦ ਦੀ ਗੱਲ ਹੈ। ਆਹ ਜਿਹੜਾ ਪੋਥੀਆਂ ਕੋਲੇ ਜੁੱਤੀਆਂ ਪਾ ਕੇ ਲੋਕ ਲੰਘਦੇ ਨੇ ਤੇ ਆਪ ਜੀ ਦੇ ਪਿਤਾ ਜੀ ਜਿਵੇਂ ਕੁਰਸੀ ਢਾਹ ਕੇ ਬੈਠੇ ਨੇ ਕੋਲੇ, ਉਹਨਾਂ ਦੇ ਪੈਰ ਵੀ ਜੁੱਤੀ ਆ ਤੇ ਪੈਰ ਉਧਰ ਨੂੰ ਆ। ਇਹ ਭਾਵ ਇਹਦਾ ਜਿਹੜਾ ਹਿਸਾਬ ਆ ਦੇਣਾ ਬੜਾ ਮੁਸ਼ਕਲ ਹੋ ਜਾਊਗਾ। ਭਾਵ ਪੁਰਾਣਾ ਸਮਾਂ ਸੀਗਾ, ਬਹੁਤ ਸਤਿਕਾਰ ਕਰਦੇ। ਜਦੋਂ ਫਿਰ ਮਹਾਰਾਜ ਨੇ ਬਿਠਾਏ ਤੇ ਪਾਤਸ਼ਾਹ ਨੇ ਵਚਨ ਕੀਤਾ ਵੀ ਭਾਈ ਬਾਲਾ ਜੀ ਤੁਸੀਂ ਸਾਨੂੰ ਸਾਡੇ ਪ੍ਰੀਤਮ ਗੁਰੂ ਨਾਨਕ ਦਾ ਇਤਿਹਾਸ ਸੁਣਾਓ। ਤੇ ਉਹਦੇ ਵਿੱਚ ਫਿਰ ਕੌਣ ਸਨ ਸੁਣਨ ਵਾਲਿਆਂ 'ਚ? ਬਾਬਾ ਬੁੱਢਾ ਜੀ, ਬ੍ਰਹਮ ਗਿਆਨੀ ਮਹਾਂਪੁਰਸ਼, ਨਾਲ ਗੁਰੂ ਅਮਰਦਾਸ ਪਾਤਸ਼ਾਹ ਜੀ, ਪਾਰੋ ਜੁਲਕਾ ਜੀ ਤੇ ਅਤੇ ਬੇਅੰਤ ਦੂਜੇ ਹੋਰ ਵੀ ਗੁਰਮੁਖ ਪਿਆਰੇ ਨਾਲ ਬੈਠੇ ਨੇ। ਪਿਛਲੇ ਹਫ਼ਤੇ ਤੋਂ ਇਹੀ ਕਲਪਨਾ ਚੱਲਦੀ ਵੀ ਉਹ ਸਮਾਂ ਕਿੰਨਾ ਵਧੀਆ ਹੁੰਦਾ। ਉਹ ਹਰ ਰੋਜ਼ ਸਵੇਰੇ ਇਤਿਹਾਸ ਸੁਣਾਉਣਾ ਸ਼ੁਰੂ ਕਰਦੇ ਆ ਤੇ ਆਪ ਜੀ ਨੇ ਸਰਵਣ ਕੀਤਾ ਸੀ। ਕਈ ਵਾਰ ਮਹਾਰਾਜ ਦੀ ਸੁਰਤ ਲੱਗ ਜਾਇਆ ਕਰਦੀ ਤੇ 2-2 4-4 ਦਿਨ ਸੁਰਤ ਚੜ੍ਹੀ ਰਿਹਾ ਕਰਦੀ, ਵਾਪਸ ਨਾ ਮੁੜਨਾ ਮਹਾਰਾਜ ਨੇ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਇਤਿਹਾਸ ਆਉਂਦਾ, ਪਾਤਸ਼ਾਹ ਵੀ ਜਦੋਂ ਭਾਈ ਕੀ ਡਰੋਲੀ ਇੱਥੇ ਮੋਗੇ ਦੇ ਕੋਲੇ ਆਪਦੇ ਸਾਧੂ ਦੇ ਪਿੰਡ ਜਦੋਂ ਆਏ ਸਨ, ਭਾਈ ਕੀ ਡਰੋਲੀ ਤੇ ਮਹਾਰਾਜ ਦੀ ਉੱਥੇ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸਮਾਧ ਲੱਗ ਜਾ ਕਰਦੀ। ਕਈ ਦਿਨ ਪਾਤਸ਼ਾਹ ਨੇ ਸਭ ਤੇ ਸੁਰਤ ਦਾ ਮੇਲ ਹੋ ਜਾਣਾ ਤੇ ਮੁੜਨਾ ਹੀ ਨਾ। ਕਿਤੇ ਜਾਓ ਉੱਥੇ ਕਰੋ ਦਰਸ਼ਨ, ਨਾਲੇ ਪੁਰਾਤਨ ਉੱਥੇ ਸਰੂਪ ਆ ਮਹਾਰਾਜ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ। ਫਿਰ ਇੱਕ ਬੜੀ ਸੋਹਣੀ, ਬਹੁਤ ਰੋਇਲ ਜੀ ਨਾ, ਪਿੱਤਲ ਦੀ ਬਣੀ, ਜਿਵੇਂ ਅੱਡੀਆਂ ਰਗਣ ਵਾਸਤੇ ਹੋਵੇ ਤੇ ਬਹੁਤ ਮੀਨਾਕਾਰੀ ਕਰਕੇ ਬਹੁਤ ਸੁੰਦਰ ਬਣੀ ਹੋਈ। ਉਹ ਪਈ। ਅਸੀਂ ਪੁੱਛਿਆ ਵੀ ਇਹ, ਕਹਿੰਦੇ ਜਦੋਂ ਪਾਤਸ਼ਾਹ ਦਾ ਧਿਆਨ ਲੱਗ ਜਾਣਾ, ਕਈ ਦਿਨ ਧਿਆਨ ਲੱਗਿਆ ਰਹਿਣਾ। ਫਿਰ ਮਾਤਾ ਜੀ ਨੇ ਹੌਲੀ ਹੌਲੀ ਸਿਮਰਨ ਵੀ ਕਰੀ ਜਾਣਾ, ਨਾਲੇ ਤਲੀਆਂ ਤੇ ਫੇਰੀ ਜਾਣਾ ਇਹਨੂੰ ਕਿ ਪਾਤਸ਼ਾਹ ਮੁੜੇ ਆਉਣ। ਉਹ ਵੀ ਫੇਰਦੇ, ਕਈ ਦਿਨ ਸਾਧ ਸੰਗਤ ਫੇਰ ਲੰਘ ਜਾ ਕਰਦੇ। ਕਿਉਂ? ਇੰਨਾ ਰਸਮਈ ਇਤਿਹਾਸ। ਗੁਰੂ ਸਾਹਿਬ ਦਇਆ ਕਰਨ, ਅਗਲਾ ਜਿਹੜਾ ਹੁਣ ਪ੍ਰਕਰਨ ਚੱਲ ਰਿਹਾ, ਮਹਾਰਾਜ ਦਾ ਆਉਣਾ ਕਿਉਂ ਹੋਇਆ, ਇਹਦੇ ਵਰਗੀ ਸੇਮ ਕਥਾ ਜਦੋਂ ਆਪਾਂ ਬਚਿੱਤਰ ਨਾਟਕ ਵਿੱਚ ਵੀ ਆਪਾਂ ਸੁਣਦੇ ਹਾਂ। ਜਦ ਮਹਾਰਾਜ ਜਦੋਂ ਸਮਾਂ ਬਣਿਆ, ਕਲਗੀਧਰ ਪਾਤਸ਼ਾਹ ਨੇ ਆਉਣਾ ਸੀ ਤੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਤੇ ਉਹ ਤੋਂ ਪਹਿਲਾਂ ਦਾ ਜਿਹੜਾ ਫਿਰ ਬਚਿੱਤਰ ਨਾਟਕ ਵਿੱਚ ਉਹ ਜਿਹੜਾ ਪ੍ਰਸੰਗ ਆ, ਉਵੇਂ ਹੀ ਤਕਰੀਬਨ ਇਹ ਪ੍ਰਸੰਗ ਵੀ ਉਵੇਂ ਹੀ ਆ ਰਿਹਾ ਅੱਗੇ। ਕਹੇ ਜੇ ਪਾਪ ਚੱਲਦੇ ਸਨ। ਅੱਜ ਕੁਛ ਇਹ ਪ੍ਰਸੰਗ ਫਿਰ ਆਉਣ ਵਾਲੇ ਦਿਨਾਂ 'ਚ ਜਿਹੜਾ ਰਹਿੰਦਾ ਪ੍ਰਸੰਗ, ਮਹਾਰਾਜ ਦਾ ਫਿਰ ਆਗਮਨ ਕਿਵੇਂ ਹੋਇਆ, ਮਹਾਰਾਜ ਦੇ ਆਉਣ ਤੋਂ ਪਹਿਲਾਂ ਕੀ ਤਰੱਕੀਆਂ ਆਪੇ ਹੋਣ ਲੱਗ ਗਈਆਂ ਸਨ। ਪੜ੍ਹਦਿਆਂ ਬੜਾ ਆਨੰਦ ਆਉਂਦਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਹਲੇ ਮਾਂ ਦੇ ਉਧਰ ਵਿੱਚ ਹੀ ਹਲੇ ਆਏ ਨੇ ਤੇ ਦੱਸਦੇ ਆ ਉੱਥੇ ਜਿਹੜਾ ਲਿਖਿਆ, ਬਾ ਕਮਾਲ
ਫਸਲਾਂ ਵਧਣ ਲੱਗ ਗਈਆਂ, ਸਾਧ ਸੰਗਤ ਪਸ਼ੂ ਜ਼ਿਆਦਾ ਦੁੱਧ ਦੇਣ ਲੱਗ ਗਏ, ਹਰੇ ਭਾਈ ਜਿਹੜੀਆਂ ਹਵਾ ਵਗ ਰਹੀਆਂ ਸਨ ਸਾਧ ਸੰਗਤ, ਉਹਨਾਂ ਵਿੱਚ ਆਪੇ ਕੁਦਰਤੀ ਤੌਰ ਤੇ ਖੁਸ਼ਬੂਆਂ ਆਉਣ ਲੱਗ ਗਈਆਂ। ਇਉਂ ਵੀ ਲਿਖਦੇ ਆ, ਲੱਗਦਾ ਇਉਂ ਆ ਜਿਵੇਂ ਕੋਈ ਹਲਕੇ ਹਲਕੇ ਚੰਦਨ ਦੇ ਛਿੱਟੇ ਮਾਰ ਰਿਹਾ ਉੱਪਰ। ਕਿਉਂ? ਖੁਦ ਰੱਬ ਨੇ ਆਪ ਆਉਣਾ ਹੈਗਾ। ਆਹ ਦੇਖੋ ਕਿਵੇਂ ਗੁਰਮੁਖ ਪਿਆਰਿਆਂ ਨੇ, ਹੁਣ ਮਹਾਰਾਜ ਦਾ 550 ਸਾਲ ਹੈ, ਤੇ ਜਿਨ੍ਹਾਂ ਨੇ ਇੰਨੀ ਸਜਾਵਟ ਕੀਤੀ ਆ ਮਹਾਰਾਜ ਦੀ, ਇੰਨੇ ਪ੍ਰੇਮ ਦੇ ਵਿੱਚ ਲੱਗੇ ਰਹੇ, ਸਾਰੀ ਰਾਤ ਸਵੇਰੇ 2 ਵਜੇ ਤੱਕ ਗੁਰਮੁਖ ਪਿਆਰੇ ਲੱਗੇ ਰਹੇ। ਬਾਕੀ ਗੁਰੂ ਸਾਹਿਬ ਜਾਣਦੇ ਆ। ਛੋਟੀ ਜੀ 10 ਬੇਨਤੀ ਕਰਨੀ ਚਾਹੁੰਦਾ, ਜਿਨ੍ਹਾਂ ਨੇ ਆਹ 2 ਵਜੇ ਤੱਕ ਕੀਤੀ ਹੋਊਗੀ ਤੇ ਦੱਸੋ ਕਿਹਦੀ ਝੋਲੀ ਮਾਰੇ ਖਾਲੀ ਰਹਿਣ ਦੇਣਗੇ? ਇਹਨਾਂ ਗੱਲਾਂ ਵਿੱਚ ਤਾਂ ਖੁਸ਼ੀ ਹੈ। ਮਹਾਰਾਜ ਨੇ ਆਉਣਾ ਤੇ 33 ਕਰੋੜ ਦੇਵਤੇ ਨੇ ਪਹਿਲੀਆਂ ਸਿਪਾਹੀਆਂ ਤੋਂ ਲੈ ਕੇ ਸਾਰੇ ਕਾਰਜ ਨਨਕਾਣਾ ਸਾਹਿਬ ਦੇ ਕਰਨ ਲੱਗ ਜਾਣੇ ਆ ਕੇ। ਤੇ ਉਹ ਵੀ ਚਾਹੁੰਦੇ ਆ ਕਿ ਸਾਡਾ ਭਲਾ ਹੋ ਜਾਵੇ। ਹੁਣ ਕੀ ਸਮਾਂ ਬਣਦਾ ਹੈਗਾ। ਪਹਿਲਾਂ ਅਲੰਕਾਰ ਲਾਉਂਦੇ ਨੇ ਕਵੀ ਜੀ, ਕਿ 2 ਪੱਖ ਇਕੱਠੇ ਚੱਲਣੇ ਨੇ। ਕਵੀ ਜੀ ਨੇ ਵੀ ਕੁਛ ਆਪਦੀਆਂ ਵਿੱਚ ਬੇਨਤੀਆਂ ਕਰਨੀਆਂ, ਤੇ ਨਾਲ ਨਾਲ ਆਪ ਜੀ ਨੇ ਖਿਆਲ ਗੌਰ ਵੀ ਰੱਖਣੀ ਹੈ। ਭਾਈ ਬਾਲਾ ਸੰਧੂ ਜੀ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਹੁੰਦੇ ਸਨ, ਉਹਨਾਂ ਦੇ ਚਰਨਾਂ ਵਿੱਚ ਸੇਵਾ ਵਿੱਚ, ਨਾਲ ਨਾਲ ਉਹਨਾਂ ਦੇ ਬਚਨ ਵੀ ਆਉਣੇ। ਆਪ ਜੀ ਬਹੁਤ ਗੌਰ ਦੇ ਨਾਲ, ਪ੍ਰੇਮ ਦੇ ਨਾਲ, ਸਹਿਜ ਟਿਕਾ ਬਖਸ਼ੋ, ਥੋੜ੍ਹੀ ਸ਼ਾਂਤੀ ਬਣੇ ਤੇ ਵਿਚਾਰ ਵਿੱਚ ਆਨੰਦ ਜ਼ਿਆਦਾ ਆਊਗਾ। ਦੱਸ ਸਮਝ ਸਕਦੇ ਕਿ ਗੁਰਮੁਖ ਪਿਆਰੇ ਬਾਹਰ ਫੁੱਲਾਂ ਦੀਆਂ ਹੋਰ ਵੀ ਸਜਾਵਟਾਂ ਕਰਨ ਲੱਗੇ, ਪਰ ਜਿੰਨਾ ਟਿਕਾ ਬਣੂਗਾ ਉਹਨਾਂ ਵਿਚਾਰ ਵਿੱਚ ਜ਼ਿਆਦਾ ਰਸ ਆਊਗਾ। ਆਪ ਜੀ ਬਣਾਓ ਇਕਾਗਰਤਾ ਤੇ ਕਰੋ ਸਰਵਣ ਜੀ। ਕਬਿਤ ਕੋ ਕਵਿ ਉਪਮਾ ਸੋ ਦੇਤ ਪਾਰ ਜਾਤ ਪਗ। ਕਹਿੰਦੇ ਇੱਥੇ ਕਵੀ ਸੰਤੋਖ ਸਿੰਘ ਜੀ ਨੇ ਬਹੁਤ ਸੋਹਣਾ ਅਲੰਕਾਰ ਬੰਨਿਆ। ਕਹਿੰਦੇ ਬਹੁਤ ਦੁਨੀਆ ਵਿੱਚ ਬਾ ਕਮਾਲ ਲਿਖਾਰੀ ਨੇ। ਇਹ ਨਹੀਂ ਕਹਿੰਦੇ ਮੈਂ, ਕਹਿੰਦੇ ਵੀ ਬਾ ਕਮਾਲ ਲਿਖਾਰੀ ਨੇ। ਕਹਿੰਦੇ ਕੋਈ ਇਹ ਗੱਲ ਕਹਿ ਰਿਹਾ ਵੀ ਜਿਹੜੇ ਗੁਰੂ ਨਾਨਕ ਦੇ ਚਰਨ ਨੇ ਨਾ, ਕਲਪ ਬ੍ਰਿਛ ਵਰਗੇ ਨੇ। ਉਹ ਕਲਪ ਬ੍ਰਿਛ ਕਿਹੜਾ ਸਾਧ ਸੰਗਤ? ਜਿਹੜਾ ਸੁਰਗ ਵਿੱਚ ਲੱਗਿਆ ਹੋਇਆ, ਜਿਹਦੇ ਕੋਲੇ ਕਲਪਨਾ ਕਰਕੇ ਜਾਓ ਤੇ ਇੱਛਾ ਪੂਰੀ ਕਰ ਦਿੰਦਾ। ਕਹਿੰਦੇ ਕਈ ਇਹ ਕਹਿੰਦੇ ਨੇ ਕਿ ਜਿਹੜੇ ਗੁਰੂ ਨਾਨਕ ਦੇ ਚਰਨ ਕਈ ਵਡਿਆਈ ਕਰਨੇ ਮਾਰੇ, ਮਹਾਰਾਜ ਦੇ ਚਰਨਾਂ ਨੂੰ ਕਲਪ ਬ੍ਰਿਛ ਵਰਗੇ ਕਹਿੰਦੇ ਨੇ ਜੀ। ਕੋ ਕਹੇ ਗੁਰੂ ਪਗ ਕਮਲ ਅਮਲ ਹੈ। ਤੇ ਕਹਿੰਦੇ ਕਈ ਇਹ ਵੀ ਕਹਿੰਦੇ ਨੇ, ਜਿਵੇਂ ਆਪਾਂ ਆਮ ਪੜ੍ਹਦੇ ਵੀ ਕਹਿ ਦਿੰਦੇ ਨੇ, ਜਦੋਂ ਦਾਸ ਨੇ ਆਹ ਮੰਗਲਾ ਚਰਨ ਪੜ੍ਹਿਆ ਨਾ, ਆਹ ਮਹਾਰਾਜ ਦੀ ਸੋਭਾ ਵਡਿਆਈ ਵਾਲਾ ਪੜ੍ਹਿਆ ਨਾ, ਕਿਹੋ ਜਿਹਾ ਅਲੰਕਾਰ ਲਾਇਆ ਉਹਨਾਂ ਨੇ, ਤੇ ਮਨ ਹੋ ਗਿਆ ਵੀ ਹੁਣ ਕੀ ਕਹੀਏ। ਆਪਾਂ ਕਹਿੰਦੇ ਆਮ ਤੌਰ ਤੇ ਆਪਾਂ ਸਾਰੇ ਹੀ ਕਹਿੰਦੇ ਆ ਵੀ ਕਮਲ ਸਰੀਖੇ ਚਰਨ, ਕਮਲ ਵਰਗੀਆਂ ਪੰਖੜੀਆਂ ਵਰਗੇ, ਪਰ ਜਦੋਂ ਇਹ ਅਲੰਕਾਰ ਪੜ੍ਹਿਆ ਤੇ ਸਾਰਾ ਕੁਝ ਰੁਕ ਗਿਆ। ਫਿਰ ਮਨ ਵਿੱਚ ਆਉਣ ਲੱਗੇ ਵੀ ਹੁਣ ਮਹਾਰਾਜ ਵਡਿਆਈ 'ਚ ਕੀ ਕਹੀਏ। ਫਿਰ ਆਹ ਇਹੋ ਜਿਹਾ ਅਲੰਕਾਰ ਲਾਇਆ ਕਵੀ ਜੀ ਨੇ ਤੇ ਸਾਰਾ ਕੁਝ ਇਕੱਠਾ ਕਰ ਦਿੱਤਾ, ਸਾਰਾ ਕੁਝ ਬੰਨ੍ਹ ਦਿੱਤਾ ਇੱਕ ਤੋਂ। ਇੱਕ ਵਾਰੀ ਫੇਰ ਪੜੋ ਜੀ। ਕੋ ਕਹੇ ਗੁਰੂ ਪਗ ਕਮਲ ਅਮਲ ਹੈ। ਕਹਿੰਦੇ ਕਈ ਕਹਿੰਦੇ ਨੇ ਗੁਰੂ ਸਾਹਿਬ ਦੇ ਅਮਲ ਭਾਵ ਮਲ ਤੋਂ ਰਹਿਤ। ਕਹਿੰਦੇ ਮਹਾਰਾਜ ਦੇ ਜਿਹੜੇ ਚਰਨ ਨੇ ਕਮਲ ਸਰੀਖੇ ਨੇ, ਕਮਲ ਵਰਗੇ ਨੇ, ਮਲ ਤੋਂ ਰਹਿਤ ਨੇ ਜੀ। ਜੋ ਪਾਰ ਜਾਤ ਨਾਚ ਤਨ ਗਤ ਦਾਨ ਨਾਹੀ। ਪਰ ਕਹਿੰਦੇ ਇੱਕ ਗੱਲ ਹੋਰ ਆ ਜੀ, ਜਿਹੜਾ ਲੱਗਿਆ ਬ੍ਰਿਛ, ਤੇ ਜਿਹੜਾ ਬ੍ਰਿਛ ਇੱਛਾ ਪੂਰੀ ਕਰ ਸਕਦਾ ਸਿਰਫ, ਤੇ ਜਿਹੜਾ ਕਲਪ ਬ੍ਰਿਛ ਇੱਛਾ ਪੂਰੀ ਕਰ ਸਕਦਾ ਪਰ ਗਤੀ ਨਹੀਂ ਦੇ ਸਕਦਾ। ਕਵੀ ਜੀ ਕਹਿੰਦੇ ਵੀ ਹੁਣ ਦੱਸੋ ਵੀ ਗਤੀ ਇਹ ਦੇ ਨਹੀਂ ਸਕਦਾ, ਪਰ ਜਿਹੜੇ ਸਾਡੇ ਗੁਰੂ ਨਾਨਕ ਦੇ ਚਰਨ ਨੇ ਉਹ ਤਾਂ ਗਤੀ ਦੇਣ ਵਾਲੇ ਨੇ। ਉਹ ਵੀ ਨਹੀਂ, ਜੇ ਉਹਨਾਂ ਦੀ ਚਰਨਾਂ ਦੀ ਧੂੜ ਹੀ ਮਿਲ ਜਾਵੇ, ਜਿੱਥੇ ਕਿਤੇ ਮਹਾਰਾਜ ਚਰਨ ਟਿਕਾ ਕੇ ਹੀ ਲੰਘ ਜਾਣ। ਆ ਹੁਣ ਦੇਖੋ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ, ਦਾਸ ਕਈ ਵਾਰ ਕਈ ਗੁਰਮੁਖਾਂ ਨੂੰ ਪਿਆਰਿਆਂ ਦੇਖਦਾ
ਕਈ ਮੋਟੀ ਮੱਤ ਵਾਲੇ ਇਹ ਵੀ ਕਹਿ ਦਿੰਦੇ ਆ, ਦੇਖੋ ਕਈ ਬਾਣੀ ਪੜ੍ਹਦੇ ਜੀ ਐਂ ਕਰਦੇ, ਉੱਥੇ ਪਾਵਿਆਂ ਨੂੰ ਘੁੱਟਦੇ ਆ। ਪਰ ਜਿਉਂ-ਜਿਉਂ ਤੁਸੀਂ ਅੱਗੇ ਜਾਓਗੇ ਨਾ ਸਾਧ ਸੰਗਤ, ਭਾਵਨਾ ਦਾ ਕੋਈ ਅੰਤ ਨਹੀਂ। ਹੁਣ ਕੋਈ ਮੱਥਾ ਟੇਕਦਾ, ਹੱਥ ਦੋਨੇ ਪਾਸੇ ਕੀਤੇ ਆ, ਮੱਥਾ ਥੱਲੇ ਲਾ ਰਿਹਾ। ਹੁਣ ਕਿਸੇ ਦੀ ਇਹ ਭਾਵਨਾ ਕਿ ਮਹਾਰਾਜ ਦੇ ਚਰਨਾਂ ਦੇ ਆਲੇ ਦੁਆਲੇ ਹੱਥ ਕੀਤੇ ਨੇ, ਮਹਾਰਾਜ ਦੇ ਚਰਨਾਂ ਉੱਪਰ ਮੱਥਾ ਲਾਇਆ ਹੋਇਆ, ਨਮਸਕਾਰ ਕੀਤੀ। ਤੇ ਕਈਆਂ ਨੇ ਹੱਥ ਦਾ ਬੁੱਕ ਜਾ ਬਣਾ ਲੈਂਦੇ ਦੋਨਾਂ ਹੱਥਾਂ ਦਾ, ਭਾਵ ਉਹਨਾਂ ਨੇ ਦੋਨੇ ਹੱਥ ਆਪਦੇ ਮਹਾਰਾਜ ਦੇ ਉਹੜੇ ਚਰਨਾਂ ਉੱਪਰ ਜਿਹੜੀ ਛੱਤ ਹੈ, ਜੇ ਤੇ ਹਲਕੇ ਹਲਕੇ ਰੋਮ ਦਿਖਦੇ, ਜਿਵੇਂ ਆਪ ਜੀ ਪਿਛਲੇ ਦਿਨੀ ਸਰਵਣ ਕਰ ਰਹੇ ਸੀ ਕਿ ਮਹਾਰਾਜ ਦੇ ਚਰਨਾਂ ਜਿਹੜੇ ਨਹੁੰ ਨੇ, ਤੇ ਉਹਦੇ ਉੱਤੇ ਜਿਹੜੇ ਨਹੁੰ ਦੇ ਉੱਤੇ ਐਂ ਚੰਦਰਮਾ ਵਾਂਗੂ ਪ੍ਰਕਾਸ਼ ਆ, ਤੇ ਸਾਡਾ ਮਨ ਜਿਹੜਾ ਹੈਗਾ ਉੱਤੇ ਡਾਰੀਆਂ ਲਾ ਕੇ ਤੇ ਮਿਲਣਾ ਚਾਹੁੰਦਾ, ਮਿਲਾਪ ਕਰਨਾ ਚਾਹੁੰਦਾ। ਤੇ ਹੁਣ ਕਿਸੇ ਨੇ ਛੱਤ ਬਣਾਈ ਆ, ਭਾਵ ਮਹਾਰਾਜ ਦੇ ਚਰਨਾਂ ਉੱਪਰ ਦੋਨੇ ਆਪਦੇ ਹੱਥ ਦੋਨਾਂ ਚਰਨਾਂ ਉੱਪਰ ਰੱਖੇ ਮਹਾਰਾਜ ਦੇ। ਤੇ ਕਈ ਗੁਰਮੁਖ ਪਿਆਰੇ ਇੰਨੇ ਪਿਆਰ ਵਾਲੇ ਵੀ ਨੇ, ਪਹਿਲਾਂ ਮੱਥਾ ਸਿੱਧਾ ਟੇਕਦੇ ਨੇ ਤੇ ਫੇਰ ਕਦੇ ਸੱਜੀ ਅੱਖ ਥੱਲੇ ਤੇ ਕਦੇ ਖੱਬੀ, ਭਾਵ ਆਪਦੇ ਨੇਤਰ ਵੀ ਜਿਹੜੇ ਅੱਖਾਂ ਨੇ ਉਹ ਵੀ ਮਹਾਰਾਜ ਚਰਨਾਂ ਲਾ ਕੇ ਸੁੱਚੀਆਂ ਕਰਦੇ ਨੇ। ਕੋਈ ਅੰਤ ਨਹੀਂ। ਕੋਈ ਲੰਮੇ ਪੈ ਪੈ ਕੇ ਦੰਡਵਤ ਪ੍ਰਣਾਮ ਕਰਦੇ ਨੇ, ਤੇ ਕਈ ਇਹ ਵੀ ਹੁੰਦੇ ਆ ਪੁੱਠੇ ਹੱਥ ਕਰਕੇ ਨਮਸਕਾਰ ਕਰਦੇ। ਤੇ ਕਈ ਅਸੀਂ ਇਹ ਵੀ ਦੇਖੇ, ਉਹਨਾਂ ਨੂੰ ਗੁੱਸੇ ਹੋਣਗੇ, ਪੁੱਠਾ ਹੱਥ ਨਹੀਂ ਕਰਨਾ। ਤੇ ਬਾਬਾ ਨੰਦ ਸਿੰਘ ਦਾ ਬਚਨ ਆ, ਤੇ ਪਾਉਂਦੇ ਪੁੱਠਾ ਹੋ ਗਏ ਤੇ ਪਾਉਂਦੇ ਸਿੱਧਾ, ਤੂੰ ਲੱਗ ਗੁਰੂ ਗ੍ਰੰਥ ਸਾਹਿਬ ਦੇ ਚਰਨੀ, ਤੇਰਾ ਭਲਾ ਹੋਊਗਾ ਹੀ ਹੋਊਗਾ। ਕਿਉਂ? ਅੱਗੋਂ ਦੇਖੇ ਪਿੱਛੋਂ ਦੇਖੇ ਤੇ ਇਸ ਤੇ ਕਹਾਂ ਛਪਾਵੇ। ਉਹ ਤਾਂ ਹਰ ਪਾਸੋਂ ਦ੍ਰਿਸ਼ਟੀ ਪਾ ਰਿਹਾ, ਹਰ ਪਾਸੋਂ ਉਹਦੀ ਮਿਹਰ ਦੀ ਨਿਗਾਹ ਹੋ ਰਹੀ ਹੈ। ਸਾਨੂੰ ਕੀ ਪਤਾ? ਸਾਨੂੰ ਇਹ ਲੱਗਦਾ ਵੀ ਜੇ ਹੱਥ ਤਾਂ ਨੂੰ ਬੁੱਕ ਬਣਾਏ ਨੇ ਵੀ ਕੋਈ ਦੁਨਿਆਵੀ ਚੀਜ਼, ਸਾਨੂੰ ਕੀ ਪਤਾ ਉਹਦੀ ਭਾਵਨਾ ਭਗਤੀ ਮੰਗੀ ਜਾਂਦਾ ਹੋਵੇ। ਇਹ ਤਾਂ ਵੀ ਸਾਨੂੰ ਸ਼ਾਇਦ ਲੱਗਦਾ ਹੋਵੇ ਕਿ ਦੁਨਿਆਵੀ ਚੀਜ਼ਾਂ ਮੰਗੀ ਜਾਂਦਾ ਹੈ, ਕਿ ਸ਼ਾਇਦ ਮੇਰੇ ਮਨ ਮੈਲਾ, ਸਭ ਕੁਛ ਮੈਲਾ, ਸ਼ਾਇਦ ਮੇਰੇ ਮਨ ਦਾ ਹੀ ਉਹ ਫੁਰਨਾ ਸੀ। ਪਰ ਕੋਈ ਅੰਤ ਨਹੀਂ। ਇੱਥੇ ਖੇਡ ਸਾਰੀ ਪ੍ਰੇਮ ਦੀ ਹੈ। ਤੇ ਕੀ ਕਹਿੰਦੇ ਕਵੀ ਜੀ, ਇੱਕ ਵਾਰੀ ਫੇਰ ਕਰੋ ਸਰਵਣ ਜੀ, ਜੋ ਪਾਰ ਜਾਤ ਨਾ ਚਿਤਨ ਗਤ ਦਾਨ ਨਾਹੀ। ਤੇ ਕਹਿੰਦੇ ਉਹ ਚੇਤਨ ਨਹੀਂ ਹੈਗੇ, ਉਹ ਜਿਹੜੇ ਹੈਗੇ ਆ, ਜਿਹੜਾ ਕਲਪ ਬ੍ਰਿਛ ਸਾਧ ਸੰਗਤ ਔਰ ਜੜ ਰੂਪੀ ਆ ਜੀ। ਅਮਲ ਕਮਲ ਰੈਨ ਵਿਖੇ ਮੁਖ ਮਿਲ ਹੈ। ਤੇ ਕਹਿੰਦੇ ਫਿਰ ਇੱਕ ਗੱਲ ਹੋਰ ਵੀ ਬੇਨਤੀ ਹੈ, ਪਰ ਜਿਹੜਾ ਕਮਲ ਦਾ ਫੁੱਲ ਆ, ਦਿਨੇ ਖਿੜਦਾ ਤੇ ਰਾਤ ਨੂੰ ਬੰਦ ਹੋ ਜਾਂਦਾ, ਸੌਂ ਜਾਂਦਾ ਇੱਕ ਤਰ੍ਹਾਂ ਦਾ। ਪਰ ਕੀ ਗੁਰੂ ਨਾਨਕ ਪਾਤਸ਼ਾਹ ਸੌਂ ਜਾਂਦੇ ਹੋਣਗੇ? ਮਹਾਰਾਜ ਕਹਿੰਦੇ ਜਾਗਤਾ ਹੈ ਦਿਓ। ਮਹਾਰਾਜ ਤਾਂ 24 ਘੰਟੇ ਬਖਸ਼ਿਸ਼ ਕਰਦੇ। ਇਹ ਥੋੜ੍ਹੀ ਹੈ ਕਿ ਗੁਰੂ ਸਾਹਿਬ ਹੁਣ ਸਿਖਾਸਨ ਤੇ ਚਲੇ ਗਏ ਨੇ ਤੇ ਹੁਣ ਸਿੱਖ ਨੂੰ ਵੇਟ ਉਡੀਕਣਾ ਪੈਣਾ ਵੀ ਸਵੇਰੇ ਹੁਣ ਮਹਾਰਾਜ ਦਾ ਪ੍ਰਕਾਸ਼ ਹੋਣਾ 5 ਵਜੇ ਤੇ ਉਦੋਂ ਤੱਕ ਹੁਣ ਅਰਦਾਸ ਨਹੀਂ ਸੁਣੀ ਜਾਣੀ। ਇਹ ਹੋ ਸਕਦਾ ਕਿਤੇ? ਕਦੇ ਵੀ ਨਹੀਂ। ਕਈ ਅਰਦਾਸ ਨਾ ਬਹੁਤ ਪ੍ਰੇਮ ਵਾਲਿਆਂ ਨੂੰ ਦੇਖਦਾ ਹੁੰਦਾ, ਚੋਰੀ ਚੋਰੀ, ਮੈਨੂੰ ਮਾਫ ਕਰ ਦੇਣਾ, ਉਹ ਨਾ ਬਾਹਰਲਾ ਜਿਹੜਾ ਪੜਦਾ ਭੇੜ ਦਿੰਦੇ ਰਾਤ ਨੂੰ। ਕਿੰਨਾ ਕਿੰਨਾ ਚਿਰ ਆ ਪੀੜਾ ਸਾਹਿਬ ਅੱਗੇ ਵੀ ਇੱਥੇ ਆ ਕੇ ਮਹਾਰਾਜ ਦੇ ਮੂਹਰੇ ਪਏ ਰਹਿੰਦੇ। ਤੇ ਦਾਸ ਕਹਿੰਦਾ ਵੀ ਉਹ ਭਾਵਨਾ ਨਾ ਹੁਣੇ ਪ੍ਰਗਟ ਕਰੀ ਜਾਂਦੇ। ਜਿਹੜੀ ਭਾਵਨਾ ਨਹੀਂ ਸਾਧ ਸੰਗਤ, ਉਹਨੂੰ ਕੁਛ ਵੀ ਨਹੀਂ ਮਹਿਸੂਸ ਹੁੰਦਾ। ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼, ਬ੍ਰਹਮ ਗਿਆਨੀ ਸਾਧੂ ਮਹਾਂਪੁਰਸ਼, ਬੰਦਗੀ ਵਾਲੇ, ਕਿਤੇ 25 ਤੇ ਕਿਤੇ 40 ਦਾ ਵੀ ਜ਼ਿਕਰ ਆਉਂਦਾ ਵੀ ਨਾਲ ਆਪਦੇ ਨਾਲ ਰੱਖਦੇ ਸਨ, ਜਿਨ੍ਹਾਂ ਨੂੰ ਗੁਰਬਾਣੀ ਨਾਲ ਸੈਂਥਿਆ ਕਥਾ ਸਿਖਾਉਂਦੇ ਸਨ। ਪਰ ਰੱਖਦੇ ਉਹਨੂੰ ਸੀ ਜਿਹਨੂੰ ਸਿੱਧੀ ਪਹਿਲਾਂ ਤਾਂ ਘੱਟ ਤੋਂ ਘੱਟ 5 ਗ੍ਰੰਥੀ ਕੰਠ ਹੁੰਦੀ ਸੀ। ਇੱਕ ਦਿਨ ਕਿਤੇ ਐਂ ਬਚਨ ਕਰਦਿਆਂ ਮਹਾਂਪੁਰਸ਼ਾਂ ਨੇ ਬਚਨ ਕੀਤਾ ਵੀ ਭਾਈ ਧਰਤੀ ਅਸਮਾਨ ਹਰ ਇੱਕ ਚੀਜ਼ ਭਾਈ ਬੋਲਦੀ ਹੈ, ਪਰ ਤੁਹਾਨੂੰ ਪਤਾ ਆਮ ਜਗਿਆਸੂ ਦੀ ਵੱਸ ਦੀ ਗੱਲ ਨਹੀਂ। ਜਿਵੇਂ ਆਪਾਂ ਪਿਛਲੇ ਦਿਨ ਵੀ ਚੱਲਦਾ ਸੀ, ਸੂਕੇ ਕਾਸਟ ਹਰਿਆ ਤੇ ਆਦਿਕ, ਕਹਿੰਦੇ ਮਹਾਂਪੁਰਸ਼ੋ ਵੀ ਯਕੀਨ ਨਹੀਂ ਆਉਂਦਾ। ਕਹਿੰਦੇ ਹਾਂ ਭਾਈ, ਸਮਾਂ ਬਣਦਾ ਤੇ ਕੰਧਾਂ ਵੀ ਸਿਮਰਨ ਕਰਦੀਆਂ,
ਕਹਿੰਦੇ ਮਹਾਂਪੁਰਸ਼ੋਂ ਯਕੀਨ ਨਹੀਂ ਆਉਂਦਾ। ਤੇ ਸਾਧ ਸੰਗਤ ਮਹਾਂਪੁਰਸ਼ਾਂ ਨੇ ਪ੍ਰੇਮ ਨਾਲ, ਉਹਨਾਂ ਵਿੱਚੋਂ ਸਾਰੇ ਨੇ ਕੁਝ ਸਿੰਘ ਤਿਆਰ ਹੋ ਗਏ। ਮਹਾਂਪੁਰਸ਼ ਕਹਿੰਦੇ ਚੰਗਾ ਬਈ, ਤੁਹਾਨੂੰ ਅਸੀਂ ਦੱਸਦੇ ਹਾਂ ਅਭਿਆਸ ਕਰਨਾ। ਮੂਲ ਮੰਤਰ ਦਾ ਅਭਿਆਸ ਲਾ ਦਿੱਤਾ। ਥੋੜੇ ਬੇਰਾਮੀ ਵੀ ਕਰਾਉਂਦੇ, ਸੌਣ ਨੂੰ ਥੋੜਾ ਸਮਾਂ ਦਿੰਦੇ, ਅਭਿਆਸ ਕਰਵਾਈ ਜਾ ਰਹੇ ਆ। ਤੇ ਉਸ ਦੌਰਾਨ ਇੱਕ ਸਵਾਲ ਹੋਰ ਵੀ ਆਇਆ ਵੀ ਤੁਸੀਂ ਕਹਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਨੇ, ਮੰਨਣ ਯੋਗ ਗੱਲ ਨਹੀਂ। ਮੈਂ ਮਾਫੀ ਚਾਹੁੰਦਾ, ਕਈ ਮੂਰਖ ਮੱਤ ਵਾਲੇ ਜੜ ਕਹਿ ਦਿੰਦੇ ਨੇ, ਜਿਵੇਂ ਆਪਾਂ ਕਿਸੇ ਕਿਤਾਬ ਦੀ ਗੱਲ ਕਰੀਏ। ਪਰ ਜਿਹੜਾ ਸਾਧੂ ਆ, ਪ੍ਰੇਮ ਵਾਲੇ ਮਹਾਂਪੁਰਸ਼ ਨੇ, ਬੰਦਗੀ ਵਾਲੇ, ਉਹਨਾਂ ਨੂੰ ਹਿਰਦੇ ਨੂੰ ਦੁੱਖ ਲੱਗਦਾ ਇਸ ਗੱਲ ਦਾ। ਤਸੱਲੀ ਕਰਾਉਣੀ ਸੀ ਤੇ ਸਾਧ ਸੰਗਤ ਮੂਲ ਮੰਤਰ ਦਾ ਜਾਪ ਕਰਵਾਉਣਾ ਸ਼ੁਰੂ ਕਰਵਾ ਦਿੱਤਾ 40 ਦਿਨਾਂ ਵਾਸਤੇ। ਤੇ ਕਰਦੇ ਆ, ਹਲੇ ਕੁਝ ਦਿਨ ਬੀਤੇ, ਫੇਰ ਹੋਰ ਕੁਝ ਦਿਨ ਲੰਘੇ। ਉਹ ਹਰ ਰੋਜ਼ ਚਾਹੁੰਦੇ ਆ ਕਿ ਸਾਨੂੰ ਕੁਝ ਅਨੁਭਵ ਹੋ ਜਾਵੇ। ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ ਤੇ ਕਹਿੰਦੇ ਇੱਕ ਦਿਨ ਫਿਰ ਕਹਿੰਦੇ ਆਓ ਬਈ। ਗੁਰੂ ਗ੍ਰੰਥ ਸਾਹਿਬ ਦੇ ਕੋਲੇ ਲੈ ਗਏ ਸਾਰਿਆਂ ਨੂੰ ਤੇ ਉਸੇ ਮੂਲ ਮੰਤਰ ਦਾ ਅਭਿਆਸ ਕਰਾ ਰਹੇ ਸਨ। ਦੇਖਦਿਆਂ ਅਭਿਆਸ ਕਰਦਿਆਂ ਤੇ ਗੁਰੂ ਗ੍ਰੰਥ ਸਾਹਿਬ ਵਾਲੀ ਜਗ੍ਹਾ ਤੇ ਪ੍ਰਕਾਸ਼ ਵਾਂਗੂ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋਣੋਂ ਹਟ ਗਏ। ਕਮਾਲ ਹੋ ਗਈ ਵੀ ਇਹ ਕੀ ਗੱਲ ਹੋਈ। ਚੰਗਾ ਅਭਿਆਸ ਕੀਤਾ, ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੁੰਦੇ ਸਨ, ਹੁਣ ਕੱਲਾ ਪ੍ਰਕਾਸ਼ ਦਿਸਦਾ ਤੇ ਦਰਸ਼ਨ ਹੀ ਨਹੀਂ ਹੋ ਰਹੇ ਹੁਣ। ਤੇ ਸਾਧ ਸੰਗਤ ਦੇਖਦਿਆਂ ਫਿਰ ਗੁਰੂ ਨਾਨਕ ਪਾਤਸ਼ਾਹ ਦੇ ਪਹਿਲਾਂ ਦਰਸ਼ਨ ਹੋਏ। ਫਿਰ ਧੰਨ ਗੁਰੂ ਅੰਗਦ ਦੇਵ ਸਾਹਿਬ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ। ਫਿਰ ਦੇਖਦਿਆਂ ਸਮਾਂ ਬਣਿਆ ਕਿ ਉਹੀ ਸਰੂਪ ਬਦਲਦਿਆਂ ਉੱਥੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋਣ ਲੱਗੇ। ਹੁਣ ਕੀਤੇ ਨੇ ਦਰਸ਼ਨ। ਅੱਜ ਮੈਂ ਪਿਛਲੇ ਦਿਨੀ ਆਪ ਜੀ ਨੂੰ ਬੇਨਤੀ ਵੀ ਕੀਤੀ ਸੀ ਵੀ ਗੁਰਮੁਖ ਪਿਆਰੇ ਬੱਚਿਆਂ, ਨੌਜਵਾਨ ਨੇ ਮਹਾਰਾਜ ਦਾ ਅਖੰਡ ਪਾਠ ਕੀਤਾ ਬਹੁਤ ਪ੍ਰੇਮ ਦੇ ਵਿੱਚ। ਕੁਛ ਜਿਹੜੇ ਨਾਲ 2-4 ਸਿੰਘ ਸੀ ਉਹਨਾਂ ਨੂੰ ਪਤਾ। ਫਿਰ ਜਿਹੜੀਆਂ ਖੇਡਾਂ ਸਨ, ਖੁਸ਼ੀਆਂ ਸਨ, ਮਹਾਰਾਜ ਨੇ ਸਾਰੀਆਂ ਹੁਕਮਨਾਮੇ ਰਾਹੀਂ ਝੋਲੀ ਪਾਈਆਂ ਉਹਨਾਂ ਦੀ। ਜਿਹੜਾ ਅਭਿਆਸ ਕਰੂਗਾ ਖੇਡ ਵਰਤਣੀ ਤੇ ਸਮਾਂ ਬਣਿਆ। ਫਿਰ ਮਹਾਂਪੁਰਸ਼ਾਂ ਜਦੋਂ ਉੱਧਰ ਦਰਸ਼ਨ ਕਰਾ ਦਿੱਤੇ ਤੇ ਬਹੁਤ ਖੇੜਾ ਬਣਿਆ ਸਾਧ ਸੰਗਤ। ਤੇ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ, ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼, ਬ੍ਰਹਮ ਗਿਆਨੀ ਮਹਾਂਪੁਰਸ਼ ਬਾਹਰ ਲੈ ਗਏ ਉਹਨਾਂ ਨੂੰ। ਕਹਿੰਦੇ ਆਓ ਬਈ। ਬਾਹਰ ਲੈ ਕੇ ਗਏ ਤੇ ਮਹਾਂਪੁਰਸ਼ ਕਹਿੰਦੇ ਵੀ ਕੰਧਾਂ ਨਾਲ ਕੰਨ ਲਾਓ ਆਪਦੇ। ਤੇ ਸਾਧ ਸੰਗਤ ਜਦੋਂ ਕੰਨ ਲਵਾਏ ਨਾ ਉਹਨਾਂ ਨੇ ਤੇ ਕੰਧਾਂ ਜਿਹੜੀਆਂ ਮੂਲ ਮੰਤਰ ਕਰ ਰਹੀਆਂ ਸਨ ਉਸ ਸਮੇਂ ਉੱਚੀ। ਇਹ ਵੀ ਜ਼ਿਕਰ ਆਉਂਦਾ ਕਿ ਦਰਖਤਾਂ ਤੱਕ ਲਾ ਕੇ ਕੰਨ ਉਹਨਾਂ ਦੇ ਸ਼ੰਕੇ ਨਿਵਰਦ ਕਰਵਾਏ। ਗੱਲ ਇਹ ਭਾਵਨਾ ਕਿਹੋ ਜਿਹੀ ਹੈ। ਜਿੱਥੇ ਮਹਾਰਾਜ ਵਰਤਦੇ ਨੇ ਨਾ ਸਾਧ ਸੰਗਤ, ਤੇ ਫਿਰ ਮਜਨੂ ਟਿੱਲੇ ਵਾਲੇ ਅਸਥਾਨ ਤੇ ਫਿਰ ਮਰਿਆ ਹਾਥੀ ਵੀ ਜਿਉਂਦਾ ਹੋ ਜਾਂਦਾ ਤੇ ਜਿਉਂਦਾ ਫੇਰ ਮਰ ਜਾਂਦਾ ਤੇ ਬੇਨਤੀਆਂ ਕਰਨ ਦੇ ਉੱਤੇ ਫੇਰ ਦੁਬਾਰਾ ਜਿਉਂਦਾ ਹੋ ਜਾਂਦਾ। ਰੱਬ ਵਾਸਤੇ ਕੋਈ ਚੀਜ਼ ਔਖੀ ਨਹੀਂ, ਪਰ ਜਿਹੜੀ ਸਾਡੀ ਬੁੱਧੀ ਸੋਚ ਰਹੀ ਉਸ ਮੁਤਾਬਕ ਨਹੀਂ ਸਾਰੀਆਂ ਚੀਜ਼ਾਂ ਹੁੰਦੀਆਂ। ਕੀ ਕਹਿੰਦੇ ਅੱਗੇ ਫੇਰ ਇੱਕ ਵਾਰੀ ਕਰੋ ਸਰਵਣ ਜੀ। ਅਮਲ ਕਮਲ ਰਹਿਣ ਵਿਖੇ ਮੁਖ ਮਿਲ ਹੈ। ਕਹਿੰਦੇ ਪਰ ਜਿਹੜਾ ਕਮਲ ਦਾ ਫੁੱਲ ਰਾਤ ਨੂੰ ਸੌ ਜਾਂਦਾ, ਭਾਵ ਮੂੰਹ ਮੁਖ ਉਹਦਾ ਬੰਦ ਹੋ ਜਾਂਦਾ ਜੀ। ਵੈ ਤੋ ਸਹਚੇਤ ਦੇਤ ਕਾਮਨਾ ਭਗਤ ਨਿਜ। ਤੇ ਕਹਿੰਦੇ ਪਰ ਗੱਲ ਹੈ ਵੀ ਜਿਹੜੀਆਂ ਕਾਮਨਾਵਾਂ ਇੱਛਾ ਨੇ, ਪਰ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਕਿਹੜੇ ਟਾਈਮ ਦਿੰਦੇ ਦੱਸਣਗੇ। ਇੱਕ ਵਾਰੀ ਫੇਰ ਪੜੋ ਅੱਗੇ ਜੀ। ਵੈ ਤੋ ਸਹਚੇਤ ਦੇਤ ਕਾਮਨਾ ਭਗਤ ਨਿਜ। ਬਾਸਰ ਔਰ ਰਜਨੀ ਮੈਂ ਏਕ ਸੇ ਸਤੁਲ ਹੈ। ਬਾਸਰ ਰਜਨੀ में, ਭਾਵ ਦਿਨੇ ਵੀ
ਰਾਤ ਨੂੰ ਵੀ ਜਿਹੜਾ ਸਿੱਖ ਜਦੋਂ ਵੀ ਮਹਾਰਾਜ ਦੇ ਚਰਨਾਂ ਦਾ ਧਿਆਨ ਧਰਦਾ, ਉਸੇ ਸਮੇਂ ਹੀ ਮਹਾਰਾਜ ਦੇ ਜਿਹੜੇ ਚਰਨ ਆ ਉਹਨਾਂ ਦੀ ਇੱਛਾ ਪੂਰੀ ਕਰ ਦਿੰਦੇ। ਭਾਈ ਸੀ ਗੁਰੂ ਨਾਨਕ ਪਾਤਸ਼ਾਹ ਜਦੋਂ ਗੋਲੀ ਗਈ ਸੀ ਉਠਾਉਣ ਵਾਸਤੇ, ਤੇ ਉਹਨੂੰ ਜਦੋਂ ਚਰਨਾਂ ਨੂੰ ਹੱਥ ਲੱਗਿਆ, ਮਹਾਰਾਜ ਪਏ ਨੇ ਤੇ ਪਾਤਸ਼ਾਹ ਉਹਨੂੰ ਉਧਰ ਦੂਜੇ ਪਾਸੇ ਭਾਈ ਮਨਸੁਖ ਦਾ ਬੇੜਾ ਕੱਢਦੇ ਦਿਸ ਰਹੇ। ਜਾਗਤਾ ਹੈ ਦਿਓ, ਮਹਾਰਾਜ ਦੀ ਖੇਡ ਹਰ ਸਮੇਂ ਸਾਧ ਸੰਗਤ ਵਰਤ ਰਹੀ। ਕਹਿੰਦੇ ਫਿਰ ਹੁਣ ਕੀ ਕਰੀਏ? ਮਹਾਰਾਜ ਦੇ ਚਰਨ ਮੁਕਤੀ ਦੇਣ ਵਾਲੇ ਨੇ, ਪਰ ਦੇ ਵੀ ਤੇ ਦਿਨ ਤੇ ਰਾਤ ਨੂੰ ਰਹੇ ਨੇ ਜੀ। ਲਖੇ ਪਦ ਆਦਰ ਨਾ ਪਾਰ ਜਾਤ ਕਮਲ ਕੋ। ਕਹਿੰਦੇ ਫਿਰ ਹੁਣ ਮੈਂ ਜਾਣ ਲਿਆ, ਨਾ ਹੀ ਕਲਪ ਬ੍ਰਿਖ ਵਰਗੇ, ਨਾ ਹੀ ਕਮਲ ਫੁੱਲ ਵਰਗੇ ਜੇ ਕਮਾ ਮੈਂ ਚਾਰਨੇ ਮਾਰੇ ਦੇ, ਇਹ ਆਦਰ ਨਹੀਂ। ਕਵੀ ਜੀ ਕਹਿੰਦੇ ਹੁਣ ਇਹ ਗੱਲ ਮੈਂ ਜਾਣ ਲਈ ਜੀ। ਤਾਂ ਤੇ ਪਗ ਪਗ ਪਾਰ ਜਾਤ ਨਾ ਕਮਲ ਹੈ। ਕਹਿੰਦੇ ਬਸ ਫਿਰ ਇੱਕ ਗੱਲ ਜਾਣ ਲਓ, ਚਰਨ ਚਰਨੀ ਨੇ ਬਸ। ਮਹਾਰਾਜ ਦੇ ਚਰਨਾਂ ਦੇ ਤੁਲ ਹੋਰ ਕੋਈ ਉਦਾਹਰਨ ਹੀ ਨਹੀਂ। ਦਾਸ ਚਾਹੁੰਦਾ ਸੰਗਤ ਸਾਰੇ ਇੱਕ ਵਾਰੀ ਪ੍ਰੇਮ ਵਿੱਚ ਪੜੇ। ਹਾਂਜੀ। ਤਾਂ ਤੇ ਪਗ ਪਗ ਪਾਰ ਜਾਤ ਨਾ ਕਮਲ ਹੈ। ਤੇ ਕਹਿੰਦੇ ਤਾਂ ਤੇ ਫਿਰ ਇੱਕ ਗੱਲ ਜਾਣ ਲਵੋ, ਚਰਨ ਚਰਨੀ ਨੇ, ਚਰਨ ਦੀ ਉਦਾਹਰਨ ਵਿੱਚ ਕੋਈ ਦੂਜੀ ਉਦਾਹਰਨ ਨਹੀਂ ਹੋਰ ਆਉਂਦੀ। ਤੇ ਜਿਹੜੇ ਕਮਲ ਕਮਲ ਹੀ ਨੇ, ਤੇ ਜਿਹੜਾ ਕਲਪ ਬ੍ਰਿਖ ਕਲਪ ਬ੍ਰਿਖੀ ਆ ਜੀ। ਚੌਪਈ ਕਰ ਤੂੰ ਵੀ ਕਟਕੀਨ ਕੁਪੀਨਾ, ਤਨ ਉਪਰ ਕਮਰੀ ਸਿਤ ਲੀਨਾ। ਤੇ ਇੱਥੇ ਹੁਣ ਭਾਈ ਬਾਲਾ ਸੰਧੂ ਜੀ ਬਾਰੇ ਦੱਸਣ ਲੱਗੇ। ਬਈ ਦੇਖਣ ਨੂੰ ਕਿਵੇਂ ਲੱਗਦੇ ਸੀ? ਕਹਿੰਦੇ ਤੂੰ ਵੀ ਭਾਵ ਆਮ ਤੌਰ ਤੇ ਜੋ ਆਪਾਂ ਤੂੰ ਵੀ ਕਹਿੰਦੇ ਤਾਂ ਸੋਚ ਲੈਣਾ ਵਜਾਉਣ ਵਾਲੀ ਹੋਊਗੀ। ਇਹ ਹੁੰਦਾ ਜਿਵੇਂ ਗੜਬੇ ਮੰਗੋ ਸਾਧ ਸੰਗਤ, ਜਿਵੇਂ ਚਿੱਪੀ ਕਹਿ ਦੇਗੇ, ਜਿਹਦੇ ਵਿੱਚ ਜਲ ਵਗੈਰਾ ਰੱਖਦੇ। ਹਾਂਜੀ ਫੇਰ ਪੜੋ ਜੀ। ਕਰ ਤੂੰ ਵੀ ਕਟ ਕੀਨ ਕੁਪੀਨਾ। ਤੇ ਨਾਲ ਸਾਧ ਸੰਗਤ ਉਸ ਸਮੇਂ ਜਿਵੇਂ ਘੁਆਈ ਮੰਗੂ ਐ ਬੰਨਿਆ ਕਰਦੇ ਲੱਕ ਦੇ ਉੱਪਰ, ਉਹਦੀ ਗੱਲ ਕਰਦੇ ਨੇ ਜੀ। ਤਾਨੀ ਉੱਪਰ ਕਮਰੀ ਸਿਤ ਲੀਨਾ। ਤੇ ਉੱਥੇ ਪਹਿਲਾਂ ਜਿੱਥੇ ਲੰਗੋਟੀ ਬੰਨੀ ਹੋਈ ਹੈ, ਤੇ ਨਾਲ ਨਾਲ ਉੱਤੇ ਇੱਕ ਫਿਰ ਚਿੱਟੇ ਰੰਗ ਦੀ ਲੋਈ ਚਾਦਰ ਵਾਂਗੂ ਲਈ ਹੋਈ ਹੈ ਜੀ। ਉੱਚੀ ਕੁਲ ਹੈ ਸੀਸ ਪਰ ਧਾਰੀ। ਤੇ ਕਹਿੰਦੇ ਉੱਤੇ ਕਹਿੰਦੇ ਉੱਚੀ ਜਿਹੀ ਇੱਕ ਟੋਪੀ ਲਈ ਹੋਈ ਹੈ, ਜਿਹੜੀ ਹੈਗੀ ਆ ਸਾਧ ਸੰਗਤ 7 ਤਰ੍ਹਾਂ ਦੇ ਰੰਗ ਦੀ ਬਣਦੀ ਹੈ। ਕੁੱਲ੍ਹਾਂ ਦਿੰਦੇ ਬਾਬਲੇ ਲੈਂਦੇ ਵੱਡੇ ਨਲੱਜ। ਮਹਾਰਾਜ ਦਾ ਇੱਕ ਸ਼ਬਦ ਵੀ ਆਉਂਦਾ ਗੁਰੂ ਨਾਨਕ ਪਾਤਸ਼ਾਹ ਦਾ। ਪਰ ਇਹ ਸਮਾਂ ਬਣਿਆ ਸੀਗਾ ਜਦੋਂ ਕੀਰਤਪੁਰ ਸਾਹਿਬ ਵਾਲੇ ਸਥਾਨ ਤੇ ਸ਼੍ਰੀ ਚੰਦ ਜੀ ਜਾਓ ਤੇ ਉੱਥੇ ਹਲੇ ਵੀ ਟੋਪੀ ਪਈ। ਉੱਥੇ ਉਹ ਵੀ 7 ਰੰਗਾਂ ਦੀ ਇੱਕ ਉਸ ਸਮੇਂ ਦਾ ਇੱਕ ਵਿਸ਼ਵਾਸ ਹੁੰਦਾ ਸੀ, ਜਿਹੜਾ ਕਿ ਬਿਲਕੁਲ ਤਿਆਗੀ ਵਿਰਾਗੀ ਹੋ ਜਾਂਦਾ ਸੀ। ਜਿਹੜਾ ਤਿਆਗੀ ਤੇ ਵਿਰਾਗੀ ਹੋ ਜਾਂਦਾ ਸੀ, ਉਹਦੀ ਇੱਕ ਨਿਸ਼ਾਨੀ ਹੁੰਦੀ ਸੀ ਕਿ ਉਹ 7 ਰੰਗ ਵਾਲੀ ਟਾਕੀਆਂ ਵਾਲੀ ਜਿਹੜੀ ਕੁਲਹਟ ਕਹਿੰਦੇ ਜਿਹਨੂੰ, ਉਹ ਟੋਪੀ ਲੈਂਦੇ ਸਨ ਜੀ। ਸ਼ਮਸ਼ ਸਵੇਤ ਦੀਰਘ ਇੱਕ ਸਾਰੀ। ਤੇ ਕਹਿੰਦੇ ਦੱਸਦੇ ਹੁਣ ਜਿੱਥੇ ਲੰਗੋਟੀ ਆ, ਚਿੱਪੀ ਆ, ਕੋਲੇ ਉੱਤੇ ਚਿੱਟੀ ਇੱਕ ਚਾਦਰ ਲਈ ਹੋਈ ਹੈ। ਤੇ ਨਾਲ ਇਹ ਵੀ ਹੁਣ ਦੱਸ ਰਹੇ ਨੇ ਕਿ ਬਹੁਤ ਸੋਹਣਾ ਚਿੱਟਾ ਭਾਰਾ ਦਾੜਾ। ਪੁਰਾਣੇ ਇਤਿਹਾਸਕਾਰ ਇਹ ਵੀ ਦੱਸਦੇ ਨੇ ਤਕਰੀਬਨ ਗੁਰੂ ਨਾਨਕ ਪਾਤਸ਼ਾਹ ਦਾ ਦਾੜਾ ਤੇ ਮਸ਼ਹਿਰਾ ਭਾਈ ਬਾਲਾ ਜੀ ਨਾਲ ਕਾਫੀ ਰਲਦਾ ਸੀ, ਕਿਉਂ ਨਾਲ ਰਹੇ। ਨਾਲ ਰਹਿਣ ਵਾਲੇ ਹੁਣ ਜਿਵੇਂ ਕਈ ਗੁਰਮੁਖ ਪਿਆਰੇ ਨੌਜਵਾਨ ਦੇਖੋ, ਜਿਹੜੇ 10ਵੇਂ ਪਾਤਸ਼ਾਹ ਦੀ ਬਾਣੀ ਪੜ੍ਹਦੇ ਨੇ ਬਹੁਤ, ਉਹਨਾਂ ਦੇ ਮੁੱਖ ਦੇ ਦੇਖਣੀ ਪਾਖਣੀ ਕੱਪੜੇ ਰਹਿਣੀ ਬਹਿਣੀ ਦਾ ਵੱਖਰਾ ਹੀ ਫਰਕ ਪੈ। ਕੋਈ ਗੁਰੂ ਨਾਨਕ ਪਾਤਸ਼ਾਹ ਦਾ, ਕੋਈ ਸੁਖਮਨੀ ਸਾਹਿਬ ਬਹੁਤ ਕਰਦੇ, ਕੋਈ ਚੰਡੀ ਦੀ ਵਾਰ। ਜਿਹੜੇ ਚੰਡੀ ਦੀ ਵਾਰ ਕਰਨਗੇ ਫੌਜਾਂ ਵੱਖਰੀਆਂ ਦਿਸਣਗੀਆਂ, ਵੱਖਰਾ ਤੇਜ ਪ੍ਰਤਾਪ, ਵੱਖਰਾ ਇੱਕ ਜਲਾਵਾ ਮੁੱਖ ਤੇ ਇੱਥੇ ਕਹਿੰਦੇ ਇੱਕ ਬਹੁਤ ਸੋਹਣਾ ਚਿੱਟਾ ਤੇ ਭਰਮਾ ਦਾੜਾ ਜੀ। ਔਰ ਮੈਂ ਕਰ ਗੁਰ ਨਾਨਕ ਧਿਆਨਾ। ਤੇ ਹਿਰਦੇ ਵਿੱਚ ਮਹਾਰਾਜ ਦੇ ਧਿਆਨ ਧਰਦੇ ਨੇ ਚਰਨਾਂ ਦਾ ਜੀ। ਬੰਦੇ ਪਦ ਅਰਬਿੰਦ ਵਿਧਾਨਾ। ਕਹਿੰਦੇ ਕੀ ਕਰਦੇ ਨੇ? ਚਰਨਾਂ ਦੇ ਨਾਲ ਕਰਦੇ ਬੰਦਨਾ।
ਅਲੱਗ-ਅਲੱਗ ਕਈ ਮਤਾਂ ਸਾਧ ਸੰਗਤ ਮੁਖ ਦਾ ਧਿਆਨ ਧਰਦੇ ਆ। ਕਿਸੇ ਥਾਂ ਤੇ ਤ੍ਰਿਕੁਟੀ ਦਾ ਭਗਵਾਨ ਦਾ, ਕਿਸੇ ਥਾਂ ਤੇ ਕਈ ਭਗਤੀ ਕਰਦੇ ਭਗਵਾਨ ਦੇ ਨੇਤਰਾਂ ਦਾ, ਕੋਈ ਚਰਨਾਂ ਦਾ। ਇੱਥੇ ਹੁਣ ਕਹਿੰਦੇ ਚਰਨਾਂ ਦੇ ਉੱਤੇ ਬੰਦਨਾ ਕਰਦੇ ਨੇ ਜੀ। ਬਾਲਾ ਵਰਣਨ ਕਰਨ ਲੱਗਾ ਬਰ। ਤੇ ਹੁਣ ਭਾਈ ਬਾਲਾ ਸੰਧੂ ਜੀ ਲੱਗੇ ਬਿਆਨ ਕਰਨ ਲੱਗੇ, ਦੱਸਣ ਲੱਗੇ ਨੇ ਉਹ ਜਿਹੜਾ ਸਮਾਂ ਕਿਹੜਾ ਸੀ, ਕਿਹੜੀ ਕਿਹੜੀ ਖੇਡ ਵਰਤ ਰਹੀ ਸੀ ਉਸ ਸਮੇਂ, ਕਹੇ ਜਾ ਕਲਯੁਗ ਦਾ ਪ੍ਰਭਾਵ ਸੀਗਾ। ਕਰੋ ਸਰਵਣ ਜੀ। ਸਸ ਮੁਖ ਤੇ ਇਤਿਹਾਸ ਸੁਦਾ ਸਰ। ਕਹਿੰਦੇ ਆ ਚੰਦਰਮੇ ਵਰਗੇ ਮੁਖ ਤੋਂ ਅੰਮ੍ਰਿਤ ਰੂਪੀ, ਕਹਿੰਦੇ ਜਿਵੇਂ ਨਦੀ ਵਗਦੀ ਆ ਮੁਖ ਤੋਂ, ਇਉਂ ਕਰਕੇ ਹੁਣ ਇਤਿਹਾਸ ਚੱਲਣ ਲੱਗਾ ਜੀ। ਕਲਯੁਗ ਪਾਏ ਅਕਾਲ ਪ੍ਰਜੋਰਾ। ਕਹਿੰਦੇ ਕਲਯੁਗ ਨੇ ਆ ਕੇ ਬਹੁਤ ਭਾਰੀ ਜ਼ੋਰ ਪਾ ਲਿਆ ਸਾਧ ਸੰਗਤ, ਕਿਉਂ ਇਹਦਾ ਸਾਰਾ ਜਿਹੜਾ ਭੇਤ ਹੈ ਨਾ ਦਸਮ ਗ੍ਰੰਥ ਵਿੱਚ ਖੋਲਿਆ ਮਹਾਰਾਜ ਜਿਵੇਂ ਨੇਹ ਕਲੰਕ ਦਾ ਦੱਸਿਆ, ਜ਼ਿਕਰ ਕੀਤਾ। ਹਿੰਦੂ ਧਰਮਾਂ ਨੇ ਕੁਛ ਕੀਤਾ ਜ਼ਿਕਰ, ਪਰ ਨੇਹ ਕਲੰਕ ਦਾ ਆਉਣ ਦਾ ਦੱਸਿਆ, ਪਰ ਜਾਣ ਦਾ ਨਹੀਂ ਦੱਸਿਆ ਵੀ ਕਿਵੇਂ ਕਿਵੇਂ ਉਹਦਾ ਸਮਾਂ ਬਣਨਾ, ਮਹਿੰਦੀ ਮੁਹਿੰਮ ਕਿਵੇਂ ਉਹ ਆਊਗਾ। ਪਹਿਲਾਂ ਨੇਹ ਕਲੰਕ ਨੂੰ ਹੰਕਾਰ ਹੋ ਜਾਣਾ, ਬਹੁਤ ਇਹਦਾ ਸੰਸਾਰ ਭਰ ਵਿੱਚ ਨਾਂ ਹੋ ਜਾਣਾ, ਤੇ ਫਿਰ ਇਹ ਮੁਸਲਮਾਨ ਧਰਮ ਦਾ ਆਊਗਾ। ਮਹਿਦੀ ਜਿਹੜਾ ਹੈਗਾ ਇਹ ਆਊਗਾ, ਇਹਨੇ ਆ ਕੇ ਇਹਨੂੰ ਨੇਹ ਕਲੰਕ ਅਵਤਾਰ ਨੂੰ ਵੀ ਮਾਰ ਦੇਣਾ ਨੇ। ਨੇਹ ਕਲੰਕ ਨੂੰ ਅਵਤਾਰ ਨੂੰ ਮਾਰੂਗਾ ਤੇ ਫਿਰ ਉਹਨੂੰ ਹੰਕਾਰ ਹੋ ਜਾਣਾ ਵੀ ਮੇਰੇ ਵਰਗਾ ਕਿਹੜਾ ਹੈਗਾ। ਤੇ ਸਾਧ ਸੰਗਤ ਫਿਰ ਸਮਾਂ ਬਣਨਾ, ਇਹਨੇ ਪੈਣਾ ਤੇ ਪਏ ਦੇ ਕੰਨ ਵਿੱਚ ਖੰਜ ਖਜੂਰਾ ਬਣਨਾ, ਤੇ ਇਹਦੇ ਉਹ ਮੌਤ ਦਾ ਕਾਰਨ ਬਣ ਜਾਣਾ, ਜਿਹਦਾ ਪੂਰਾ ਜ਼ਿਕਰ ਦਸਮ ਗ੍ਰੰਥ ਵਿੱਚ ਕੀਤਾ ਹੈ। ਬਾਕੀ ਧਰਮ ਗ੍ਰੰਥਾਂ ਨੇ ਨਹੀਂ, ਸ਼ੁਰੂਆਤ ਕੀਤੀ ਆ ਤੇ ਅਖੀਰ ਨਹੀਂ ਦੱਸਿਆ ਹੋਇਆ, ਪਰ ਦਸਮ ਗ੍ਰੰਥ ਵਿੱਚ ਇਹਦੇ ਭੇਤ ਦੱਸੇ ਨੇ। ਇੱਕ ਵਾਰੀ ਫੇਰ ਪੜਨਾ ਕਰੋ ਜੀ। ਕਲਯੁਗ ਪਾਏ ਅਕਾਲ ਪ੍ਰਜੋਰਾ। ਕਹਿੰਦੇ ਕਲਯੁਗ ਪਾਇਆ ਅਕਾਲ ਪ੍ਰਜੋਰਾ। ਕਹਿੰਦੇ ਜਿਸ ਸਮੇਂ ਕਲਯੁਗ ਸ਼ੁਰੂ ਹੋਇਆ ਨਾ ਸਾਧ ਸੰਗਤ, ਜਿਵੇਂ ਦਿਨ ਚੜ੍ਹਦਾ ਤੇ ਸੂਰਜ ਹੌਲੀ ਹੌਲੀ ਟਿੱਕੀ ਉੱਪਰ ਨੂੰ ਆਉਂਦੀ ਹੈ। ਦੁਪਹਿਰ ਦਾ ਸਮਾਂ ਹੁੰਦਾ ਜਦੋਂ ਫਿਰ ਐਂ ਧੁੱਪ ਪੂਰੀ ਪੈਂਦੀ, ਤੇ ਹਲੇ ਤਾਂ ਸਾਧ ਸੰਗਤ ਸ਼ੁਰੂ ਹੀ ਹੋਇਆ ਸੀ। ਹਲੇ ਕਈ ਵਾਰ ਆਪਾਂ ਇਹ ਵੀ ਕਹਿ ਦਿੰਦੇ ਦਿਨ ਹਲੇ ਚੜ੍ਹਿਆ ਨਹੀਂ, ਸੂਰਜ ਦੀ ਟਿੱਕੀ ਹਲੇ ਨਿਕਲੀ ਆ, ਹੁਣੀ ਗਰਮੈਸ਼ ਇੰਨੀ ਹੋ ਗਈ ਆ, ਹੁਣੀ ਤਪਸ਼ ਇੰਨੀ ਹੋ ਗਈ, ਤੇ ਦੁਪਹਿਰ ਨੂੰ ਕੀ ਸਮਾਂ ਬਣੂਗਾ। ਲੋਕ ਚਿੰਤਾ ਕਰਨ ਲੱਗ ਜਾਂਦੇ। ਕਲਯੁਗ ਹਲੇ ਸ਼ੁਰੂ ਹੋਇਆ, ਜਦੋਂ ਹਲੇ ਨੇਹ ਕਲੰਕ ਅਵਤਾਰ ਨੇ ਆਉਣਾ, ਉਦੋਂ ਕਲਯੁਗ ਨੇ ਪੂਰੀ ਜਵਾਨੀ ਵਿੱਚ ਹੋਣਾ, ਹਲੇ ਤਾਂ ਬੱਚਾ ਹੀ ਆ। ਹੁਣ ਇੰਨੇ ਪਾਪ ਹੋ ਰਹੇ ਨੇ ਜਿਹੜੇ ਕਿ ਪਾਪਾਂ ਦਾ ਹੁਣ ਅੱਗੇ ਜ਼ਿਕਰ ਵੀ ਆਊਗਾ, ਜਿਹਨੂੰ ਖੋਲ ਕੇ ਆਪਾਂ ਦੱਸ ਵੀ ਨਹੀਂ ਪਾਵਾਂਗੇ। ਸਮਾਂ ਕੀ ਕੀ ਬਣਦਾ ਜਾਂਦਾ ਜੀ। ਪ੍ਰਗਟ ਭਏ ਅਗ ਓਗ ਪ੍ਰਕੋਰਾ। ਕਹਿੰਦੇ ਸਾਰੇ ਪਾਸੇ ਬਹੁਤ ਪਾਪ ਹੋਣ ਲੱਗੇ ਨੇ ਜੀ। ਆਦਿ ਦੁਕਾਲ ਹੋਤ ਉਤਪਾਤਾ। ਤੇ ਸਾਰਾ ਕੁਛ ਕਹਿੰਦੇ ਕੀ ਵੱਧ ਘਟ ਰਿਹਾ ਪਾਪਾਂ ਦੇ ਨਾਲ। ਹਾਂਜੀ ਫੇਰ ਖੋਲਣਗੇ ਅੱਗੇ ਜੀ। ਭਇਓ ਮਲੇਸ਼ ਰਾਜ ਬਖਿਆਤਾ। ਤੇ ਕਹਿੰਦੇ ਸਾਰੇ ਪਾਸੇ ਮਲੇਛਾਂ ਦਾ ਰਾਜ ਹੋ ਗਿਆ। ਸਾਧ ਸੰਗਤ ਸੁੰਨਤਾਂ ਹੋਣ ਲੱਗ ਗਈਆਂ। ਫਿਰ ਜਬਰਨ ਤੌਰ ਤੇ ਧਰਮ ਬਦਲਣ ਲੱਗੇ। ਤੇ ਅੱਗੇ ਕੀ ਕਹਿੰਦੇ, ਇੱਕ ਵਾਰੀ ਆ ਫੇਰ ਪੜੋ ਜੀ। ਆਦ ਦੁਕਾਲ ਹੋਤ ਉਤਪਾਤਾ। ਤੇ ਬਹੁਤ ਜ਼ਿਆਦਾ ਜਿਹੜੀਆਂ ਕਲਯੁਗ ਦੀਆਂ ਪਾਪਾਂ ਵਾਲੀਆਂ ਘਟਨਾ ਵਾਪਰਨ ਲੱਗੀਆਂ ਜੀ। ਭਇਓ ਮਲੇਸ਼ ਰਾਜ ਬਖਿਆਤਾ। ਤੇ ਕਹਿੰਦੇ ਉਹ ਭੈ ਦੇਣ ਦੇ ਮਾਰੇ ਜਾਣ ਕੇ ਜ਼ੁਲਮ ਵੀ ਨਾਲ ਕਰਦੇ ਨੇ ਜੀ। ਚੌਪਈ ਪੰਥ ਮੁਹੰਮਦ ਵੱਡ ਤੇ ਅਪਾਰਾ। ਕਹਿੰਦੇ ਜਿਹੜਾ ਮੁਹੰਮਦ ਪੰਥ ਸੀ ਸਾਧ ਸੰਗਤ ਵੱਧ ਅਪਾਰਾ, ਭਾਵ ਹਰ ਰੋਜ਼ ਤੁਸੀਂ ਸੋਚੋ ਸਾਧ ਸੰਗਤ ਸਵਾ ਮਣ ਜਨੇਊ ਲੈਂਦਾ ਸੀ। ਕਿੰਨਾ ਜਿਹੜਾ ਹਿੰਦੂ ਧਰਮ ਨੂੰ ਕਿਵੇਂ ਮੁਸਲਮਾਨ ਬਣਾ ਰਹੇ ਸਨ। ਤੇ ਕਿਤੇ ਇੰਨੇ ਪਾਪ ਵੀ ਜਿੰਨਾ ਚਿਰ ਮੰਦਰ ਨਹੀਂ ਢਾਉਂਦੇ ਸਨ ਸਾਧ ਸੰਗਤ, ਤੇ ਸ਼ਾਂਤੀ ਨਹੀਂ ਉਹਨਾਂ ਨੂੰ ਪੈਂਦੀ। ਇਹ ਹੁਣ ਉੱਥੇ ਸਾਰਾ ਹੁਣ ਪਾਪਾਂ ਦਾ ਬਿਆਨ ਕਰ ਰਹੇ ਨੇ ਜੀ। ਕਲਮਲ ਮਏ ਮਤਹੀਨ ਵਿਚਾਰਾ। ਕਹਿੰਦੇ ਇੰਨੀ ਸਾਰੇ ਮਤ ਤੋਂ ਹੀਣੀ ਹੋ ਗਏ ਤੇ ਸਿਰਫ ਪਾਪਾਂ ਵਿੱਚ ਲੱਗ ਗਏ ਨੇ ਜੀ। ਗੋ ਗਰੀਬ ਕੋ ਹੱਤ ਹੈ ਕੁਸਾਲੀ। ਕਹਿੰਦੇ ਬਸ ਗਊ ਤੇ ਗਰੀਬ ਦੀ ਹੱਤਿਆ ਹੋਣ ਲੱਗ ਗਈ। ਕੋਈ
ਗਊਆਂ ਨੂੰ ਜ਼ੁਲਮ ਕਰਨ ਲੱਗ ਗਏ। ਸਾਡੀ ਨਹੀਂ, ਪਰ ਚਲੋ ਕਿਸੇ ਧਰਮ ਵਾਲੇ ਉਹ ਸਤਿਕਾਰ ਕਰਦੇ ਨੇ ਮਾਤਾ ਕਹਿ ਕੇ। ਤੇ ਗਰੀਬ ਜਿਹੜਾ ਕਿਸੇ ਤੇ ਕੋਈ ਜ਼ੁਲਮ ਨਹੀਂ ਕਰਦਾ, ਵਿਚਾਰਾ ਆਪਦਾ ਸਮਾਂ ਪੂਰਾ ਕਰਦਾ। ਗਊ ਤੇ ਗਰੀਬ ਦੇ ਉੱਪਰ ਜ਼ੁਲਮ ਹੋਣ ਲੱਗਾ ਜੀ। ਕਲ ਕੇ ਕਲ ਹੈ ਕੀਨ ਕੁਚਾਲੀ। ਤੇ ਕਹਿੰਦੇ ਬਹੁਤ ਭੈੜੀਆਂ ਚਾਲਾਂ ਚੱਲਣ ਲੱਗੇ ਇਸ ਸਮੇਂ ਦੇ ਵਿੱਚ, ਕਲਯੁਗ ਦੇ ਜੇ ਵਿੱਚ ਜੀ। ਨਿਰਪਤ ਭਏ ਮਤ ਮੰਦ ਮਲੀਨਾ। ਤੇ ਜਿਹੜੇ ਸਾਧ ਸੰਗਤ ਰਾਜੇ ਸਨ, ਉਹਨਾਂ ਦੀ ਬੜੀ ਜਿਹੜੀ ਬੁੱਧੀ ਮਲੀਨ ਹੋ ਗਈ, ਨਾ ਪਾਕ ਹੋ ਕੇ ਰਹਿਣ ਲੱਗੇ ਜੀ। ਜਨ ਸ਼ੁਭ ਕਰਮ ਖੋਸ ਕਿਸ ਲੀਨਾ। ਕਹਿੰਦੇ ਸਮਾਂ ਇਉਂ ਲੱਗ ਰਿਹਾ, ਕਹਿੰਦੇ ਜਿਵੇਂ ਕਿਸੇ ਨੇ ਚੰਗੇ ਕੰਮ ਖੋਹ ਹੀ ਲਏ ਹੋਣ ਇਹਨਾਂ ਤੋਂ, ਕੋਈ ਚੰਗੇ ਗੁਣ ਇਹਨਾਂ ਕੋਲੇ ਬਚੇ ਹੀ ਨਾ ਹੋਣ ਜੀ। ਮੰਤਰੀ ਲੋਲਪ ਬੇਸਿਆ ਗਾਮੀ। ਤੇ ਜਿਹੜੇ ਸਾਧ ਸੰਗਤ ਮੰਤਰੀ ਸਨ, ਸਾਧ ਸੰਗਤ, ਉਹ ਪਰਾਈਆਂ ਇਸਤਰੀਆਂ ਨੂੰ ਵਿਸ਼ਿਆਂ ਵਿੱਚ, ਪਾਪਾਂ ਦੇ ਵਿੱਚ ਗਰਸੇ ਜਾਣ ਲੱਗੇ ਜੀ। ਦੁਰਾਚਾਰ ਕਰ ਹੀ ਮਨ ਬਾਮੀ। ਤੇ ਕਹਿੰਦੇ ਉਹ ਦੁਰਾਚਾਰ ਭਾਵ ਵਿਭਚਾਰੀ ਹੋ ਗਏ ਨੇ ਜੀ। ਦੋਹਰਾ ਦੁਰਮਤ ਦੁਸ਼ਟ ਦਰੋਦਰੀ। ਦੁਕ੍ਰਿਤ ਦੁਖਤ ਕਲੇਸ਼। ਤੇ ਕਹਿੰਦੇ ਫੇਰ ਕੀ ਕੰਮ ਕਰਨ ਲੱਗੇ ਨੇ? ਉਹ ਕੰਮ ਕਰਨ ਲੱਗੇ ਨੇ ਸਾਧ ਸੰਗਤ ਜਿਹੜੇ ਕਿ ਖੋਲ ਕੇ ਵਿਚਾਰ ਨਹੀਂ ਹੋ ਸਕਦੇ। ਉਹ ਭੈੜੇ ਕੰਮ ਜੂਏ ਇਹ ਖੇਲਦੇ ਨੇ, ਪਾਪ ਕਰਦੇ ਨੇ, ਸ਼ਰਾਬਾਂ ਕੁਆਬਾਂ ਇਹਨਾਂ ਦੇ ਘਰਾਂ ਵਿੱਚ ਆਉਣ ਲੱਗ ਗਈਆਂ, ਹੁੱਕੇ ਪੀਂਦੇ ਨੇ। ਸਾਧ ਸੰਗਤ ਜਿਹੜੇ ਕਿ ਨਾਲ ਲੱਗ ਜਾਣ ਤੇ ਨਾਪਾਕ ਕਰਨ ਵਾਲੇ ਨੇ। ਹੁਣ ਮੁਸਲਮਾਨ ਧਰਮ ਦਾ ਵਿਸ਼ਵਾਸ, ਉਹ ਕਹਿੰਦੇ ਨੇ ਬਈ ਸ਼ਰਾਬ ਪੀਤਿਆਂ ਨਾਪਾਕ ਹੋ ਜਾਂਦੇ ਆ, ਪਰ ਜੇ ਹੁੱਕਾ ਪੀਏ ਤਾਂ ਨਹੀਂ ਹੁੰਦੇ। ਪਰ ਸਿੱਖ ਧਰਮ ਵਿੱਚ ਸਾਰਿਆਂ ਦੀ ਹੀ ਮਨਾਹੀ ਹੈ। ਕਿਵੇਂ ਕਹਿੰਦੇ ਕਰੀ ਕਰੋ ਸਰਵਣ ਜੀ। ਦੁਰਮਤ ਦੁਸ਼ਟ ਦਰੋਦਰੀ। ਦੁਕ੍ਰਿਤ ਦੁਖਤ ਕਲੇਸ਼। ਤੇ ਕਹਿੰਦੇ ਇਹੋ ਜਿਹੇ ਭੈੜੇ ਕੰਮਾਂ ਦੇ ਵਿੱਚ ਤੇ ਕਲੇਸ਼ਾਂ ਵਿੱਚ ਨਾਲ ਪੈ ਗਏ ਨੇ ਜੀ। ਸੂਨ ਸਿੰਘ ਕਾ ਸਰਸ ਸੋ ਧਰਮ ਭਇਓ ਰਾਂਕੇਸ਼। ਤੇ ਕਹਿੰਦੇ ਸਿੰਘ ਕਾ ਰਾਵਣੀ ਜਿਹੜੀ ਹੈਗੀ ਹੈ, ਉਹਦਾ ਪੁੱਤਰ ਹੈਗਾ ਸਾਧ ਸੰਗਤ ਰਾਹੂ। ਉਹ ਕਲੇਸ਼ੂ ਆ ਸਾਧ ਸੰਗਤ, ਕਲੇਸ਼ ਕਰਨ ਵਾਲਾ, ਝਗੜੇ ਵਾਲਾ। ਜਿਹੇ ਜਿਹਾ ਉਹਦਾ ਸੁਭਾਅ ਉਦੋਂ ਸੀ ਸਾਧ ਸੰਗਤ। ਹੁਣ ਕਵੀ ਜੀ ਇੱਥੇ ਅਲੰਕਾਰ ਬਣਨਗੇ, ਕਰੀ ਫੇਰ ਪਿੱਛੋਂ ਪੜੋ ਜੀ। ਸੂਨ ਸਿੰਘ ਕਾ ਸਰਸ ਸੋ ਧਰਮ ਭਇਓ ਰਾਂਕੇਸ਼। ਤੇ ਕਹਿੰਦੇ ਇਉਂ ਹੋ ਗਿਆ ਜਿਵੇਂ ਪੂਰਨਮਾਸ਼ੀ ਦੀ ਰਾਤ ਹੋਵੇ, ਜਿਵੇਂ ਰੰਕੇਸ਼, ਜਿਵੇਂ ਉਹਦੇ ਸਮਾਨ ਧਰਤੀ ਉੱਪਰ ਇਹ ਆਇਆ ਪੰਜ ਪਾਪ ਵਾਲਾ ਜੀ। ਚੌਪਈ ਨਿਰਪਤ ਪੁਕਾਰ ਨਾ ਸੁਨ ਹੈ ਕਾਈ। ਕਹਿੰਦੇ ਕੋਈ ਸਮਾਂ ਹੁੰਦਾ ਸੀ ਜਦੋਂ ਕੋਈ ਬੇਨਤੀ ਕਰੇ ਤੇ ਰਾਜੇ ਦੁੱਖ ਸੁਣਦੇ ਸਨ। ਰਾਜੇ ਜਨਕ ਵਰਗਾ ਰਾਜ ਸੀਗਾ ਜਦੋਂ ਸਤਯੁਗ ਦਾ ਸਮਾਂ ਸੀ। ਤੇ ਇੱਧਰ ਸਮਾਂ ਇਹੋ ਜਿਹਾ ਆ ਗਿਆ ਸਾਧ ਸੰਗਤ, ਰਾਜੇ ਵੀ ਸੁਣਨੋਂ ਹਟ ਗਏ ਨੇ ਜੀ। ਕਾਜੀ ਰਿਸ਼ਵਤ ਬਸ ਅਧਿਕਾਈ। ਤੇ ਜਿਹੜੇ ਕਾਜੀ ਨੇ ਸਾਧ ਸੰਗਤ, ਕਾਜੀ ਪੰਡਤ ਮੁੱਲੇ ਜਿਹੜੇ ਵੀ ਨੇ ਸਾਧ ਸੰਗਤ, ਉਹ ਸਾਰੇ ਰਿਸ਼ਵਤ ਲੈਣ ਲੱਗ ਗਏ। ਭਾਵ ਜਿਹੜੇ ਜੇ ਕੋਈ ਇਹਨਾਂ ਰਿਸ਼ਵਤ ਦਿੰਦਾ ਸੀ ਤੇ ਚੰਗਾ ਸੀ। ਸਮਾਂ ਬਣਿਆ ਇੱਕ ਦਿਨ, ਇੱਕ ਜੁਲਾਹਾ ਸੀਗਾ ਤੇ ਇੱਕ ਜ਼ਿਮੀਂਦਾਰ, ਆਪਸ ਵਿੱਚ ਥੋੜੀ ਖੜਕ ਗਈ। ਉਹਦੀ ਖੱਡੀ ਲਾਈ ਸੀ ਤੇ ਜ਼ਿਮੀਂਦਾਰ ਨੇ ਬਲਦ ਬੰਨ ਦਿੱਤਾ। ਜਗ੍ਹਾ ਉਹਦੀ ਹੈ ਗਰੀਬ ਦੀ, ਉਹਨੇ ਬਲਦ ਬੰਨ ਕੇ ਤੇ ਕਬਜ਼ਾ ਕਰ ਲਿਆ। ਕਲੇਸ਼ ਪਿਆ ਤੇ ਕਾਜੀ ਕੋਲੇ ਆ ਗਈ ਖਬਰ। ਤੇ ਜਦੋਂ ਆਈ ਫੈਸਲਾ ਕਰਾਉਣਾ ਸੀ ਤੇ ਆ ਕੇ ਕੀਤੀ ਬੇਨਤੀ, ਜੀ ਮੈਂ ਖੱਡੀ ਬੁਣਦਾ, ਮੈਂ ਆਪ ਜੀ ਵਾਸਤੇ ਬਹੁਤ ਸੁੰਦਰ ਦਸਤਾਰ ਲਿਆ ਦਿੰਦਾ ਤੇ ਤੁਸੀਂ ਦਸਤਾਰ ਉਹ ਮੈਂ ਤੁਹਾਨੂੰ ਦਿੰਦਾ ਤੇ ਉਹਦੀ ਐਵਜ ਵਿੱਚ ਤੁਸੀਂ ਜਿਹੜੀ ਮੇਰੀ ਜਗ੍ਹਾ ਨਾ ਜਿਹੜੀ ਇਹਨੇ ਦੱਬੀ ਹੈ ਜ਼ਿਮੀਂਦਾਰ ਨੇ ਧੱਕੇ ਨਾਲ, ਮੈਨੂੰ ਦਵਾ ਦੇਵੋ। ਕੋਈ ਗੱਲ ਨਹੀਂ, ਲਿਆ ਬਈ। ਜਲਾਹੇ ਨੇ ਬੜੀ ਸੋਹਣੀ ਦਸਤਾਰ ਲਿਆਂਦੀ ਬਣਾ ਕੇ ਤੇ ਜ਼ਿਮੀਂਦਾਰ ਨੂੰ ਵੀ ਪਤਾ ਲੱਗਾ। ਜ਼ਿਮੀਂਦਾਰ ਕਹਿੰਦਾ ਵੀ ਗੱਲ ਸੁਣੋ ਜੀ, ਕਾਜੀ ਜੇ ਤੁਸੀਂ ਮੇਰੇ ਹੱਕ 'ਚ ਫੈਸਲਾ ਕਰ ਦਵੋ ਤੇ ਮੈਂ ਤੁਹਾਨੂੰ ਬਲਦ ਦੇ ਦੇਵਾਂ ਤੁਹਾਨੂੰ। ਕਾਜੀ ਨੇ ਸੋਚਿਆ ਵੀ ਦਸਤਾਰ ਤਾਂ ਚੌਹਾਂ ਦੀ ਹੋਣੀ ਹੈ,
ਬਲਦ ਇੰਨਾ ਮਹਿੰਗਾ, ਬੜਾ ਸੋਹਣਾ ਬਲਦ। ਹੁਣ ਉਧਰੋਂ ਫੈਸਲਾ ਲੱਗਾ ਕਰਨ ਕਾਜੀ ਸਾਧ ਸੰਗਤ, ਤੇ ਜਲਾਹਾ ਗੱਲਾਂ ਕਰਦਾ ਕਰਦਾ ਬਹਾਨੇ ਨਾਲ ਪੱਗ ਨੂੰ ਉਂਗਲਾਂ ਦੋਨੇ ਪਾਸੋਂ ਲਾਉਂਦਾ, ਇਸ਼ਾਰੇ ਕਰਦਾ ਵੀ ਆਹ ਜਿਹੜੀ ਪੱਗ ਦਿੱਤੀ ਇਹਦੀ ਲਾਜ ਰੱਖ ਲਿਓ। ਤੇ ਹੁਣ ਕਾਜੀ ਨੇ ਫੈਸਲਾ ਦਿੱਤਾ ਸਾਧ ਸੰਗਤ, ਤੇ ਜਦੋਂ ਦਿੱਤਾ ਫੈਸਲਾ, ਉਹ ਜਿਹੜੀ ਜਗ੍ਹਾ ਸੀ ਜ਼ਿਮੀਂਦਾਰ ਨੂੰ ਦੇ ਦਿੱਤੀ। ਜਲਾਹੇ ਨੇ ਬੇਨਤੀ ਕੀਤੀ, ਮਹਾਰਾਜ ਵੀ ਆਪ ਜੀ ਨੂੰ ਤਾਂ ਮੈਂ ਪੱਗ ਦਿੱਤੀ ਸੀ, ਮੇਰੀ ਪੱਗ ਦਾ ਕੀ ਬਣਿਆ? ਕਹਿੰਦੇ ਤੇਰੀ ਪੱਗ ਨੂੰ ਜੱਟ ਦਾ ਬਲਦ ਖਾ ਗਿਆ। ਰਿਸ਼ਵਤ ਦਿੱਤੀ ਨਾ ਫਿਰ। ਭਾਵ ਸਮਾਂ ਇਹੋ ਜਿਹਾ ਸੀ ਸਾਧ ਸੰਗਤ, ਲੋਕ ਇਹੋ ਜਿਹੇ ਸਨ ਰਿਸ਼ਵਤੀ ਹੋਏ ਹੋਏ, ਤੇ ਜਿਹੜੇ ਕਾਜੀ ਸਾਧ ਸੰਗਤ ਨਾਲ ਰਲ ਕੇ ਲੋਕਾਂ ਨਾਲ ਥੋੜੇ ਥੋੜੇ ਪੈਸਿਆਂ ਉੱਤੇ ਝੂਠ ਬੋਲਣ ਲੱਗ ਗਏ। ਆਹੀ ਕਾਰਨ ਸਾਧ ਸੰਗਤ, ਜਦੋਂ ਮੁਖੀ ਬੰਦੇ ਹੀ ਡਿੱਗਣ ਲੱਗ ਜਾਣ ਜੀਵਨ ਤੋਂ, ਬਾਕੀਆਂ ਵਾਸਤੇ ਬੜਾ ਮੁਸ਼ਕਲ ਹੋ ਜਾਂਦਾ। ਫੇਰ ਕਿਵੇਂ ਕਿਵੇਂ ਅੱਗੇ ਬਚਨ ਕਰਦੇ, ਕਰੋ ਸਰਵਣ ਜੀ ਝੂਠੇ ਕੋ ਸਾਚਾ ਕਰ ਦੇਈ। ਕਹਿੰਦੇ ਕੋਈ ਝੂਠਾ ਆਵੇ ਪੈਸੇ ਲੈਣੇ ਤੇ ਝੂਠੇ ਨੂੰ ਸੱਚਾ, ਅੱਜ ਵੀ ਆਪਾਂ ਦੇਖਦੇ ਹਾਂ ਸਾਧ ਸੰਗਤ, ਕੋਈ ਪੈਸੇ ਦੇ ਦੇਵੇ ਤੇ ਉਹਨੂੰ ਸੱਚਾ ਕਰ ਦਿੰਦੇ। ਆ ਇੱਥੇ ਜਿਵੇਂ ਲੁਧਿਆਣੇ ਨਹੀਂ ਬਣਾਤਾ ਸੀ, ਕਿਸੇ ਨੇ ਲਾਇਸੈਂਸ ਬਣਾਤਾ ਸੀ, ਅਸਲੇ ਲਾਇਸੈਂਸ ਬਣਾ ਦਿੱਤਾ ਤੇ ਬੰਦੇ ਨੂੰ ਦਿੰਦਾ ਹੀ ਕੁਛ ਨਹੀਂ। ਤੇ ਪੁੱਛਿਆ ਵੀ ਲਾਇਸੈਂਸ ਬਣਿਆ ਕਿਵੇਂ ਆ? ਕਹਿੰਦੇ ਜੀ ਮੁਫਤ ਨਹੀਂ ਬਣਿਆ, ਪੈਸੇ ਫਾਈਲ ਦੇ ਵਿੱਚ ਪਾ ਕੇ ਭੇਜੇ ਸੀ। ਕਹਿੰਦੇ ਇੱਕ ਤਾਂ ਬੰਦਾ ਅੰਨਾ, ਉਹ ਇਕੱਲਾ ਨਹੀਂ, ਉਤੋਂ ਦੀਆਂ ਦੋਨੇ ਬਾਹਾਂ ਵੀ ਹੈ ਨਹੀਂ। ਇਹ ਲੁਧਿਆਣੇ ਦੀ ਘਟਨਾ ਸਾਧ ਸੰਗਤ, ਬਹੁਤ ਪੁਰਾਣੀ ਨਹੀਂ, ਕੁਝ ਸਾਲ ਪਹਿਲਾਂ ਦੀ ਹੀ ਗੱਲ ਹੈ। ਉਹ ਤੋਂ ਬਾਅਦ ਫਿਰ ਹੁਣ ਇੰਟਰਵਿਊ ਹੁੰਦੀਆਂ, ਬਕਾਇਦਾ ਬੰਦੇ ਨੂੰ ਪੇਸ਼ ਹੋਣਾ ਪੈਂਦਾ। ਪਾਪ ਦਾ ਵੀ ਕੋਈ ਅੰਤ ਨਹੀਂ। ਤੇ ਕੀ ਕਹਿੰਦੇ, ਇੱਕ ਵਾਰੀ ਫੇਰ ਕਰੋ ਸਰਵਣ ਜੀ ਝੂਠੇ ਕੋ ਸਾਚਾ ਕਰ ਦੇਈ। ਕਹਿੰਦੇ ਇਹੋ ਜਿਹਾ ਸਮਾਂ ਬਣਿਆ ਕਿ ਜਿਹੜਾ ਝੂਠਾ ਮਾਇਆ ਦੇ ਦੇਵੇ ਤੇ ਉਹਨੂੰ ਸੱਚਾ ਕਰ ਦਿੰਦੇ ਨੇ ਜੀ। ਸਤ ਨਿਆਉ ਕੋ ਨਾਉ ਨਾ ਲਈ। ਤੇ ਸਤ ਭਾਵ ਸੱਚ ਦਾ ਤੇ ਨਿਆਂ ਕਰਨ ਦਾ, ਚੰਗੇ ਜਿਹੜੇ ਸ਼ੁੱਧ ਫੈਸਲੇ ਦੇਣ ਦਾ, ਕਹਿੰਦੇ ਕੋਈ ਸੋਚਦਾ ਹੀ ਨਹੀਂ। ਬਸ ਜਿਹੜਾ ਜਿਹਨੂੰ ਮਾਇਆ ਦਿੰਦਾ, ਭਾਵੇਂ ਦੀ ਗਵਾਹੀ ਵਾਲੇ ਉਹਦੇ ਲੱਖ ਉਲਟ ਭੁਗਤਦੇ ਹੋਣ। ਪਰ ਇਹ ਵੀ ਦਾਸ ਬੇਨਤੀ ਦਾ ਕਰੇ ਆਪ ਜੀ ਨੂੰ, ਪਰ ਜਿੱਥੇ ਫਿਰ ਗੁਰੂ ਸਾਹਿਬ ਦੇ ਪਿਆਰੇ ਖੜ ਜਾਣ, ਪ੍ਰੇਮ ਵਾਲਾ ਕੋਈ ਹੋਵੇ ਤੇ ਖੇਡ ਵੱਡੀ ਵਰਤਾ ਦਿੰਦੇ। ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਸ਼, ਬੜੀ ਬੰਦਗੀ ਵਾਲੇ ਸਾਧੂ, ਇੱਕ ਤੋਂ ਇੱਕ ਖੇਡਾਂ ਵਰਤਾਉਣ ਵਾਲੇ ਰਾਜਾ ਸਾਂਸੀ, ਉਸ ਨਗਰ ਦੇ ਵਿੱਚ ਉਹਨਾਂ ਨੇ ਉੱਥੇ ਸਥਾਨ ਬਣਵਾਇਆ, ਜਿਹਦੇ ਵਿੱਚ ਭਾਈ ਜੀਵਨ ਸਿੰਘ ਤੇ ਭਾਈ ਜਵੰਦ ਸਿੰਘ ਦੀ ਇਹਨਾਂ ਦੀਆਂ ਸੇਵਾ ਲੱਗੀਆਂ। ਗੁਰੂ ਘਰ ਦੇ ਵਿੱਚ ਸੇਵਾ ਲੱਗ ਗਈ। ਸਾਧ ਸੰਗਤ ਬਹੁਤ ਪ੍ਰੇਮ ਨਾਲ ਸੇਵਾ ਕਰਨੀ। ਅੱਜ ਹੋਰ, ਕੱਲ ਹੋਰ, ਸਮਾਂ ਬਦਲਦਾ ਰਿਹਾ। ਇੰਦਰ ਸਿੰਘ ਫਿਰ ਇਹਨਾਂ ਦੋਨਾਂ ਦੇ ਚੜ੍ਹਾਈ ਕਰਨ ਤੋਂ ਬਾਅਦ ਇੰਦਰ ਸਿੰਘ ਨੂੰ ਸੇਵਾ ਮਿਲੀ ਫਿਰ ਉੱਥੋਂ ਦੀ। ਤੇ ਜਦੋਂ ਉਸਤਾਨ ਦੀ ਮਿਲੀ ਇੰਦਰ ਸਿੰਘ ਨੂੰ ਸੇਵਾ, ਇੱਕ ਉੱਥੇ ਆਇਆ ਕਰੇ ਬੜਾ ਦੋਖੀ, ਆ ਕੇ ਸਾਰਿਆਂ ਨੂੰ ਗਾਲਾਂ ਕੱਢਿਆ ਕਰੇ। ਉੱਥੇ ਆ ਕੇ ਸਾਧੂਆਂ ਨੇ ਰਿਹਾ ਕਰਨਾ, ਮਹਾਂਪੁਰਸ਼ ਦੇ ਸਥਾਨ ਤੇ ਬੰਦਗੀ ਕਰਿਆ ਕਰਨੀ, ਤੇ ਉਹਨੇ ਆ ਕੇ ਗਾਲਾਂ ਕੱਢਣੀਆਂ। ਇੱਕ ਦਿਨ ਹਲੇ ਅੰਮ੍ਰਿਤ ਵੇਲੇ ਹੀ ਸੀ, ਸਾਧ ਸੰਗਤ ਬੈਠੇ ਅਭਿਆਸ ਵਿੱਚ, ਕੁਛ ਇੱਟ ਬੱਟੇ ਵੀ ਜਿੱਥੇ ਮਾਰੇ ਤੇ ਉੱਚੀ ਉੱਚੀ ਗਾਲਾਂ ਵੀ ਕੱਢੀਆਂ। ਹੁਣ ਜਿਹੜਾ ਇੰਦਰ ਸਿੰਘ ਵੀ ਕਹਿੰਦੇ ਆ ਉਹਨੂੰ, ਤੇ ਉਹ ਤੁਰਿਆ ਨਾ ਗਿਆ। ਬਾਹਰ ਨਿਕਲਿਆ, ਥੋੜਾ ਜਿਹਾ ਧੱਕਾ ਮਾਰਿਆ, ਡਿੱਗਦੇ ਸਿਰ ਭੁੰਜੇ ਵੱਜਿਆ ਤੇ ਪ੍ਰਾਣ ਨਿਕਲ ਗਏ ਨੇ। ਤੇ ਪ੍ਰਾਣ ਨਿਕਲੇ ਸਾਧ ਸੰਗਤ, ਤੇ ਪੁਲਿਸ ਵਾਲਿਆਂ ਨੂੰ ਖਬਰ ਪਹੁੰਚੀ। ਅੰਗਰੇਜ਼ਾਂ ਦਾ ਸਮਾਂ, ਤੇ ਫੜ ਕੇ ਇੰਦਰ ਸਿੰਘ ਨੂੰ ਸਾਧ ਸੰਗਤ ਗ੍ਰਿਫਤਾਰ ਕਰ ਲਿਆ ਤੇ ਪੇਸ਼ ਕਰ ਦਿੱਤਾ ਸਮਾਂ ਪੈਣ ਤੇ ਜੱਜ ਮੂਹਰੇ। ਤਰੀਕਾਂ ਪਈਆਂ ਨੇ ਤੇ ਸਜ਼ਾ ਉਹਨੂੰ ਫਾਹੀ ਦੀ ਦੇ ਦਿੱਤੀ, ਭਾਵ ਇਹਨੂੰ ਫਾਂਸੀ ਲਾਈ ਜਾਵੇ। ਤੇ ਜਦੋਂ ਫਾਂਸੀ ਦੀ ਸਜ਼ਾ ਸੁਣਾ ਦਿੱਤੀ, ਦਿਨ ਬੀਤੇ ਨੇ, ਤੇ ਉਹ ਦਿਨ ਆਉਣ ਵਾਲਾ ਜਦੋਂ ਇਹਨੂੰ ਫਾਂਸੀ ਦੇਣੀ ਹੈ,
ਤੇ ਬਹੁਤ ਅਰਦਾਸਾਂ ਲੱਗਾ ਕਰਨ। ਮਹਾਂਪੁਰਸ਼ ਬਾਬਾ ਕਰਮ ਸਿੰਘ ਜੀ ਜਿਵੇਂ ਆਪ ਜੀ ਬਚਨ ਕਰਦੇ ਰਹੇ ਤੇ ਮੈਂ ਸੇਵਾ ਕੀਤੀ ਹੈ। ਮੈਂ ਝੂਠ ਵੀ ਨਹੀਂ ਬੋਲਿਆ, ਮੈਂ ਉਹਨਾਂ ਨੂੰ ਦੱਸਿਆ ਵੀ ਸੱਚ ਹੈ, ਪਰ ਮੈਂ ਚਾਹੁੰਦਾ ਤੁਸੀਂ ਕੋਈ ਇਹੋ ਜਿਹੀ ਖੇਡ ਵਰਤਾਓ ਤੇ ਮੈਨੂੰ ਬਾਈਜ਼ਤ ਬਰੀ ਕਰਾ ਦੇਵੋ। ਤੇ ਸਾਧ ਸੰਗਤ ਦੱਸਦੇ ਸਮਾਂ ਬਣਿਆ, ਅੰਮ੍ਰਿਤ ਵੇਲੇ ਦਾ ਸਮਾਂ ਸੀਗਾ। ਇੰਦ ਸਿੰਘ ਨੂੰ ਮਹਾਂਪੁਰਸ਼ਾਂ ਨੇ, ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਸ਼ਾਂ ਨੇ ਅੰਮ੍ਰਿਤ ਵੇਲੇ ਦਰਸ਼ਨ ਦਿੱਤੇ ਉੱਥੇ ਜੇਲ੍ਹ ਵਿੱਚ, ਤੇ ਬਚਨ ਕੀਤਾ ਤੂੰ ਰਹਿਮ ਦੀ ਅਪੀਲ ਪਾ ਦੇ, ਬਾਕੀ ਗੁਰੂ ਨਾਨਕ ਆਪੇ ਕਰ ਦਊਗਾ। ਸੱਤ ਕਹਿ ਦਿੱਤਾ ਤੇ ਉੱਥੋਂ ਦਰਖਾਸਤਾਂ ਪਾ ਦਿੱਤੀਆਂ। ਜੱਜ ਮੂਹਰੇ ਪੇਸ਼ ਹੋਏ ਤੇ ਜੱਜ ਨੇ ਵੀ ਸੋਚ ਲਿਆ ਵੀ ਨਹੀਂ, ਇਹਨੇ ਪਾਪ ਕੀਤਾ, ਇਹਨੂੰ ਸਜ਼ਾ ਮਿਲਣੀ ਚਾਹੀਦੀ, ਇਹਨੂੰ ਬਰੀ ਨਹੀਂ ਕਰਨਾ ਚਾਹੀਦਾ। ਤੇ ਸਾਧ ਸੰਗਤ ਜੱਜ ਲਿਖਦਾ ਫਾਂਸੀ, ਪਰ ਜਦੋਂ ਥੱਲੇ ਦੇਖਦਾ ਉੱਥੇ ਬਰੀ ਲਿਖਿਆ ਹੁੰਦਾ, ਫੇਰ ਲਿਖਦਾ ਫਾਂਸੀ ਤੇ ਬਰੀ ਲਿਖਿਆ ਜਾਂਦਾ। ਅੰਗਰੇਜ਼ ਜੱਜ ਬੈਠਾ, ਸਾਧ ਸੰਗਤ ਤੇ ਕਹਿੰਦੇ ਕੋਲੇ ਬੁਲਾ ਕੇ ਇੰਦ ਸਿੰਘ ਨੂੰ ਪੁੱਛਿਆ, ਬਈ ਤੂੰ ਕਿਹਨੂੰ ਮੰਨਦਾ? ਕਹਿੰਦਾ ਮੰਨਦਾ ਤਾਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਆ, ਪਰ ਮੇਰੇ ਮਹਾਂਪੁਰਸ਼ਾਂ ਨਾਲ ਪਿਆਰ ਸੀ, ਮੈਂ ਉਹਨਾਂ ਨੂੰ ਅਰਦਾਸ ਬੇਨਤੀ ਕੀਤੀ ਕਿ ਮੈਂ ਝੂਠ ਵੀ ਨਹੀਂ ਬੋਲਿਆ ਤੇ ਤੁਸੀਂ ਮੇਰੀ ਬਾਉੜੀ ਕਰੋ। ਤੇ ਅੱਗੋਂ ਉਸਨੇ ਅੰਗਰੇਜ਼, ਜਿਵੇਂ ਉੱਥੇ ਲਿਖਿਆ ਹੋਇਆ, ਅੰਗਰੇਜ਼ ਜੱਜ ਨੇ ਮੂੰਹੋਂ ਗੱਲ ਕਹੀ, ਜਿਹਨੂੰ ਤੂੰ ਮੰਨਦਾ ਨਾ ਮੁਰਸ਼ਦ, ਉਹ ਤੇਰਾ ਐਡਾ ਬਲੀ ਆ, ਮੈਂ ਫਾਂਸੀ ਲਿਖਦਾ ਤੇ ਲਿਖਿਆ ਇੱਥੇ ਬਰੀ ਜਾਂਦਾ, ਜਾਂ ਤੂੰ ਬਾਇਜ਼ਤ ਬਰੀ ਆ। ਰਹਿੰਦਾ ਜੀਵਨ ਜਿਹੜਾ ਸਾਧ ਸੰਗਤ, ਉਹ ਜਿਹੜਾ ਜੱਜ ਸੀ ਅੰਗਰੇਜ਼, ਮਹਾਂਪੁਰਸ਼ਾਂ ਨੂੰ ਬਹੁਤ ਪ੍ਰੇਮ ਕਰਦਾ ਰਿਹਾ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਨੂੰ। ਖੇਡ ਵੱਡੀ ਆ ਸਾਧ ਸੰਗਤ, ਪਰ ਇੱਥੇ ਜਿਹੜੇ ਇਹ ਕਿਹੜੇ ਨੇ, ਇੱਕ ਵਾਰੀ ਫੇਰ ਕਰੋ ਸਰਵਣ ਜੀ। ਸਤ ਨਿਆਉ ਕੋ ਨਾਉ ਨਾ ਲਈ, ਕਹਿੰਦੇ ਕਿਹੜੇ ਭਾਵ ਜਿਹੜੇ ਸਾਧੂ ਨੇ, ਸੰਤ ਨੇ, ਹਾਂਜੀ, ਜਹ ਤਹ ਚਲੀ ਮਲੇਸ਼ਨ ਭਾਖਾ। ਤੇ ਕਹਿੰਦੇ ਇਹ ਕੀ ਕਰਦੇ ਨੇ, ਜਦੋਂ ਦੀ ਇਹਨਾਂ ਨੇ ਮਲੇਛਾਂ ਦਾ ਸਮਾਂ ਚੱਲਿਆ ਜੀ, ਨਿਜ ਨਿਜ ਧਰਮ ਨਰਨ ਸਭ ਨਾਖਾ। ਤੇ ਸਾਰੇ ਆਪਦੇ ਧਰਮ ਛੱਡ ਕੇ, ਹਾਂਜੀ, ਛਡਾਉਣ ਲੱਗੇ ਜੀ। ਪੁੰਨਹੀਨ ਤਨ ਪਾਪਨ ਪੀਨਾ, ਕਹਿੰਦੇ ਪੁੰਨਾਂ ਤੋਂ ਹੀਣੇ ਕਰ ਦਿੱਤੇ ਤੇ ਪਾਪਾਂ ਪੀਨਾ, ਭਾਵ ਪਾਪ ਕਰਨ ਨੂੰ ਮੋਟੇ ਕਰ ਦਿੱਤੇ ਨੇ ਜੀ, ਤਕੜੇ ਕਰ ਦਿੱਤੇ ਨੇ ਜੀ। ਦਰਬ ਖਸੋਟਾ ਹੈ ਦੇਖਤ ਦੀਨਾ, ਕਹਿੰਦੇ ਦਰਬ ਭਾਵ ਮਾਇਆ ਖੋਹ ਲੈਂਦੇ ਨੇ ਕਿਸੇ ਗਰੀਬ ਨੂੰ ਜਾਣ ਦੇਖ ਕੇ ਜੀ, ਪਰ ਕਾਰਜ ਕੇ ਕਰਤਾ ਹਾਨੀ। ਤੇ ਕਹਿੰਦੇ ਬੁੱਧੀ ਇਹਨਾਂ ਦੀ ਇੰਨੀ ਭ੍ਰਿਸ਼ਟ ਹੋ ਚੁੱਕੀ ਹੈ ਕਲਯੁਗ ਵਿੱਚ। ਕਹਿੰਦੇ ਜੇ ਕਿਸੇ ਪਰਾਏ ਦਾ ਕਾਰਜ ਉਹਦਾ ਬਣੀ ਜਾ ਰਿਹਾ ਵਿਚਾਰੇ ਦਾ, ਕਹਿੰਦੇ ਸਾਰੀ ਦਿਹਾੜੀ ਇਹੀ ਸੋਚਦੇ ਵੀ ਹਾਨੀ ਕਿਵੇਂ ਕਰੀਏ। ਕਹਿੰਦੇ ਉਹ ਸਤਯੁਗ ਦਾ ਸਮਾਂ ਸੀ, ਲੋਕ ਇੱਕ ਦੂਜੇ ਦੀ ਮਦਦ ਕਰਕੇ ਤੇ ਖੁਸ਼ੀ ਮਨਾਉਂਦੇ ਸਨ। ਕੋਈ ਔਖਾ ਸਮਾਂ ਆਉਣਾ ਤੇ ਰਲ ਕੇ ਮਦਦ ਕਰਨੀ, ਕਿਸੇ ਗਰੀਬ ਦਾ ਵਿਆਹ ਆਉਣਾ ਤੇ ਨਗਰ ਵਾਲਿਆਂ ਨੇ ਰਲ ਕੇ ਸਾਰੀ ਮਾਇਆ ਕੋਲੋਂ ਦੇ ਕੇ ਤੇ ਗਰੀਬ ਦੀ ਧੀ ਦਾ ਵਿਆਹ ਕਰ ਦੇਣਾ। ਆਪਾਂ ਕਹਿੰਦੇ ਦੂਜੇ ਪਾਸੇ ਕਿਉਂ ਜਾਈ ਜਾਂਦੇ, ਕਾਰਨ ਆਹੀ ਬਣ ਰਿਹਾ। ਸਿੱਖ ਤੁਰਦਾ ਫਿਰਦਾ ਇੱਕ ਬੈਂਕ ਵਾਂਗੂ ਸੀ, ਦੁੱਖ ਦੇ ਸੁੱਖ ਦੇ ਕੰਮ ਆਉਂਦਾ ਸੀ, ਤੇ ਬੈਂਕ ਵਾਲੇ ਦਿੰਦੇ ਕਰਜ਼ਾ, ਇਹ ਫ੍ਰੀ ਦੇਣ ਵਾਲੀ ਬੈਂਕ ਹੈ। ਪਰ ਹੁਣ ਦਸਵੰਧ ਤੋਂ ਇਹ ਚਲਿਆ ਗਿਆ, ਅੱਗੇ ਪ੍ਰਕਰਨ ਆਉਣਾ, ਉਹਦੇ ਵਿੱਚ ਸਾਰੇ ਭੇਤ ਖੋਲ੍ਹਣੇ ਆ। ਦਸਵੰਧ ਤੋਂ ਇਹ ਗਿਆ, ਅਭਿਆਸ ਤੋਂ ਇਹ ਗਿਆ। ਕਿਤੇ ਇਹ ਠੀਕ ਆ ਵੀ ਹੁਣ ਮਹਾਰਾਜ ਦਾ ਬਚਨ ਹੋਇਆ ਵੀ ਜੇ ਨਹੀਂ ਅਖੀਰ ਨੂੰ ਕਹੋਗੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਤੇਰੇ ਕੀਤੇ ਪਾਠ ਅਭਿਆਸ ਤੇਰਾ ਖਾਤੇ 'ਚ ਨਹੀਂ ਪੈਣਾ। ਕਿ ਵਾਕਈ ਅਸੀਂ ਸੁਖਣਾ ਮੰਗਦੇ ਹਾਂ ਇੱਕ ਦੂਜੇ ਦੀ, ਵਾਕਈ ਇੱਕ ਦੂਜੇ ਦਾ ਭਲਾ ਮੰਗਦੇ ਹਾਂ। ਜੇ ਨਹੀਂ ਮੰਗਦੇ ਤੇ ਫਿਰ ਕਲਯੁਗ ਨੇ ਹੀ ਫੜਿਆ ਹੋਇਆ। ਜੇ ਅੱਜ ਵੀ ਬੁਰਾ ਹੀ ਆਉਂਦਾ, ਬੁਰਾ ਹੀ ਚਿਤਵਿਆ ਜਾ ਰਿਹਾ, ਤੇ ਇਹ ਨਿਸ਼ਾਨੀ ਜਿਵੇਂ ਆਪ ਜੀ ਨੇ ਪਿਛਲੇ ਦਿਨ ਕਲਯੁਗ ਦਾ ਪ੍ਰਸੰਗ ਵੀ ਸਰਵਣ ਕੀਤਾ।
ਇੱਥੇ ਵੀ ਕੁਛ ਉਹੀ ਇਸ਼ਾਰਾ ਆ ਰਿਹਾ ਜੀ। ਸਨ ਜਿਉ ਤਨ ਖੋਵਹਿ ਦੁਖਦਾਨੀ, ਪਰ ਧਨ ਪਰ ਨਿੰਦਿਆ ਪਰਦਾਰਾ। ਕਹਿੰਦੇ ਸਾਰਾ ਦਿਨ ਜਿਹੜਾ ਮਨ ਲੱਗਿਆ ਪਰਾਏ ਦੀ ਨਿੰਦਿਆ, ਪਰਾਏ ਦਾ ਧਨ, ਪਰਦਾਰਾ ਭਾਵ ਪਰਾਏ ਦੀ ਇਸਤਰੀ। ਘਰ ਕੀ ਨਾਰ ਤਿਆਗੇ ਅੰਧਾ, ਪਰ ਨਾਰੀ ਸੋ ਘਾਲੇ ਤੰਦਾ। ਆਪ ਦਾ ਪਰਿਵਾਰ ਛੱਡੀ ਜਾ ਰਿਹਾ ਤੇ ਬਾਹਰ। ਇਹ ਸਾਧ ਸੰਗਤ ਸਾਰੀਆਂ ਕਲਯੁਗ ਦੀਆਂ ਨਿਸ਼ਾਨੀਆਂ ਨੇ ਜੀ। ਨਿਸ ਦਿਨ ਤਨ ਮਨ ਸੋਹਿਤ ਧਾਰਾ। ਕਹਿੰਦੇ ਭਾਵ ਹਰ ਰੋਜ਼ ਤੇ ਦਿਨ ਰਾਤ ਇਹਨਾਂ ਚੀਜ਼ਾਂ ਦੇ ਪਿੱਛੇ ਹੀ ਮਨ ਵਿੱਚ ਜਿਹੜੀਆਂ ਖਿੱਚਾਂ ਰੱਖਦਾ ਜੀ। ਦੋਹਰਾ ਜੰਗਮ ਬਹੁਤ ਸਰੇਵਰੇ। ਤੇ ਇਹ ਸਾਧ ਸੰਗਤ ਉਹ ਹੁੰਦੇ ਜਿਹੜੇ ਸੋਭਾ ਰਾਮ ਧੜੀ ਪੰਸੇਰੀ ਵਾਲੇ ਟੱਲੀਆਂ ਜਿਹਾ ਵਜਾਉਂਦੇ ਆ, ਜਿਹੜੇ ਸ਼ਿਵ ਜੀ ਦੇ ਤੇ ਪਾਰਵਤੀ ਦੇ ਗੀਤ ਗਾਉਂਦੇ ਨੇ। ਇਹ ਉਹਨਾਂ ਦੀ ਗੱਲ ਕਰਦੇ ਨੇ ਤੇ ਨਾਲ ਹਾਂਜੀ ਸਰੇਵਰੇ। ਤੇ ਜਿਹੜੇ ਇਹ ਸਾਧ ਸੰਗਤ ਜੈਨੀਏ ਹੁੰਦੇ, ਜਿਹੜੇ ਮੂੰਹ ਤੇ ਪੱਟੀਆਂ ਬੰਨ੍ਹਦੇ ਨੇ, ਇਹ ਕੁਛ ਉਹਨਾਂ ਦਾ ਜ਼ਿਕਰ ਆ ਰਿਹਾ ਜੀ। ਕਰਤ ਦਿਗੰਬਰ ਰਾਰ। ਤੇ ਕਹਿੰਦੇ ਆਪਸ ਵਿੱਚ ਰਾਰ ਕਰਦੇ ਨੇ, ਝਗੜੇ ਕਰਦੇ ਨੇ ਜੀ। ਖਟ ਦਰਸ਼ਨ ਹਰ ਨਾਮ ਬਿਨ। ਤੇ ਕਹਿੰਦੇ ਖੜ ਦਰਸ਼ਨ ਭਾਵ 6 ਤਰ੍ਹਾਂ ਦੇ ਦਰਸ਼ਨਾਂ ਤੋਂ ਜੀ। ਹੋਤ ਬਾਦ ਮਰ ਖੁਆਰ। ਬਸ ਇੱਕ ਦੂਜੇ ਨਾਲ ਭਾਵ ਖੜ ਦਰਸ਼ਨਾਂ ਨੂੰ ਲੈ ਕੇ ਆਪਸ ਵਿੱਚ ਅਸੀਂ ਚੰਗੇ ਆ ਤੇ ਦੂਜੇ ਮਾੜੇ ਨੇ ਅਤੇ ਆਦਿਕ ਲੈ ਕੇ ਝਗੜੇ ਕਲੇਸ਼ ਕਰਦੇ ਨੇ ਜੀ। ਚੌਪਈ ਕੀਨੇ ਦਵਾਦਸ ਮਾਰਗ ਜੋਗੀ। ਤੇ ਜਿਹੜੇ ਜੋਗੀ ਜਿਹੜੇ ਸਾਧ ਸੰਗਤ ਇਹਨਾਂ ਨੇ ਵੀ ਜੋਗੀਆਂ ਨੇ ਵੀ 12 ਤਰ੍ਹਾਂ ਦੇ ਮਤਾਂ ਬਣਾ ਲੀਆਂ ਸਨ, 12 ਤਰ੍ਹਾਂ ਦੇ ਰਾਹ ਬਣਾਏ ਨੇ ਜੀ। ਭਾਉ ਭਗਤ ਬਿਨ ਭਏ ਬਿਯੋਗੀ। ਤੇ ਭਾਉ ਜਿਹੜੀ ਭਾਵਨਾ ਵਾਲੀ ਪ੍ਰੇਮਾ ਭਗਤੀ ਛੱਡ ਕੇ ਤੇ ਕੁਰਾਏ ਤੁਰ ਪਏ ਨੇ ਜੀ। ਕਰਹਿ ਸ਼ਾਸਤਰਨ ਵਿਪਰ ਕੁਬਾਦਾ। ਤੇ ਜਿਹੜੇ ਸ਼ਾਸਤਰ ਸਾਧ ਸੰਗਤ ਕਿਤੇ ਪੜ੍ਹ ਕੇ ਤੇ ਟਿਕਾ ਬਣਾਉਣਾ ਚਾਹੀਦਾ ਸੀ, ਵਿਦਿਆ ਲੈ ਕੇ ਅੱਗੇ ਤੁਰਨਾ ਚਾਹੀਦਾ ਸੀ, ਤੇ ਕਹਿੰਦੇ ਕੀ ਕਰਦੇ ਨੇ ਇਹ ਸ਼ਾਸਤਰਾਂ ਨੂੰ, ਵੇਦਾਂ ਸ਼ਾਸਤਰਾਂ ਨੂੰ ਪੜ੍ਹ ਕੇ ਤੇ ਵਿਵਾਦ ਝਗੜਿਆਂ ਵਿੱਚ ਪੈਂਦੇ ਨੇ, ਜਿਵੇਂ ਆਪਣੇ ਹੁਣ ਹੋ ਰਿਹਾ। ਇਹ ਤਾਂ ਉਸ ਧਰਮ ਦੀ ਉਦਾਹਰਨ ਦਿੱਤੀ ਹਨ ਤੇ ਸਾਡੇ ਵਿੱਚ ਵੀ ਆਈ ਆ। ਪੜ੍ਹ ਲੈਂਦੇ ਨੇ ਥੋੜਾ ਜਿਹਾ 2 ਸਾਲ ਪੜ੍ਹਾਈ ਕਰਕੇ ਤੇ ਫਿਰ ਝਗੜੇ ਕਲੇਸ਼ ਭਾਵ ਫਿਰ ਪੰਕਤੀਆਂ ਉਹ ਲੈ ਕੇ ਆਉਣੀਆਂ, ਕੋਈ ਇਹ ਉਹ ਨਹੀਂ ਸੁਣਾਉਣੀਆਂ ਜਿਹਦੇ ਵਿੱਚ ਭਗਤਾਂ ਦੇ ਨਾਲ ਮਹਾਰਾਜ ਨੇ ਅਕਾਲ ਪੁਰਖ ਨੇ ਬੇਅੰਤ ਖੇਡਾਂ ਵਰਤਾਈਆਂ ਸਨ। ਉਹ ਸੁਣਾਉਣੀਆਂ ਨੇ ਜਿਹਦੇ ਨਾਲ ਸ਼ੰਕਾ ਕੋਈ ਦੁਬਦਾ ਤੇ ਦੋ ਚਿੱਤੀ ਬਣੇ ਜੀ। ਬਹੁਤ ਪਰਸਪਰ ਵਧਤ ਵਿਖਾਦਾ। ਤੇ ਹਰ ਰੋਜ਼ ਜਿਹੜਾ ਵਿਖਾਦ ਆ, ਜਿਹੜਾ ਝਗੜਾ ਵੱਧ ਰਿਹਾ ਜੀ। ਮੁੰਡ ਮੁੰਡਾਵਹਿ ਹੋਏ ਸੰਨਿਆਸੀ। ਕਹਿੰਦੇ ਸਿਰ ਮਨਾਉਂਦੇ ਨੇ ਤੇ ਕਹਿੰਦੇ ਸੰਨਿਆਸੀ ਬਣ ਜਾਂਦੇ ਨੇ। ਕਹਿੰਦੇ ਕਬੀਰ ਜੀ ਵੀ ਕਹਿੰਦੇ ਨੇ, ਕਹਿੰਦੇ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ। ਕਹਿੰਦੇ ਜਿਹੜਾ ਤੂੰ ਭਾਈ ਮਨ ਮੰਨਣਾ ਸੀ, ਭਾਵ ਮਨ ਨੂੰ ਸਿੱਧਾ ਕਰਨਾ ਸੀ, ਤੇ ਤੂੰ ਕੇਸ ਹੀ ਮਨਾਈ ਜਾਂਦੇ। ਉਵੇਂ ਇਹ ਜਿਹੜੇ ਜੀ ਫੇਰ ਪੜੋ ਜੀ। ਮੁੰਡ ਮੁੰਡਾਵਹਿ ਹੋਏ ਸੰਨਿਆਸੀ। ਕਹਿੰਦੇ ਸਿਰ ਮਨਾ ਕੇ ਤੇ ਕਹਿੰਦੇ ਸੰਨਿਆਸੀ ਹੋ ਗਏ ਆ ਜੀ। ਦਰਬ ਨਾਰ ਮਹਿ ਹਿਰਦਾ ਦੁਰਾਸੀ। ਤੇ ਜਿਹੜੇ ਸੰਨਿਆਸੀ ਨੇ, ਜਿਹੜੇ ਕਹਿੰਦੇ ਤਿਆਗੀ ਨੇ, ਭਾਵ ਅਸੀਂ ਸੰਸਾਰ ਤੋਂ ਪਰੇ ਆ, ਤੇ ਕਹਿੰਦੇ ਮਨ ਕਿੱਥੇ ਕਿੱਥੇ ਫਸੇ, ਇੱਕ ਵਾਰੀ ਫੇਰ ਕਰੋ ਸਰਵਣ ਜੀ। ਦਰਬ ਭਾਵ ਮਾਇਆ ਦੇ ਵਿੱਚ, ਸਾਰੀ ਦਿਹਾੜੀ ਮਾਇਆ ਦੇ ਫੁਰਨੇ ਉਹਨਾਂ ਦੇ ਅੰਦਰ ਵੀ ਚੱਲਦੇ ਨੇ ਜੀ। ਨਾਰ ਮਹਿਰ ਦਾ ਦੁਰਾਸੀ। ਭਾਵ ਕਿਸੇ ਹੋਰ ਪਰਾਏ ਸਰੀਰ ਵਿੱਚ ਕਾਮ ਦੇ ਉਹ ਜਿਹੜੇ ਫੁਰਨੇ ਉਹਨਾਂ ਤੋਂ ਜ਼ਿਆਦਾ, ਕਿੰਨੇ ਜ਼ਿਆਦਾ ਵੱਧ ਕੇ ਸੰਸਾਰੀ ਲੋਕਾਂ ਨੂੰ ਹੁਣ ਦੱਸਣਗੇ ਅੱਗੇ, ਕਰੋ ਸਰਵਣ ਜੀ। ਭਏ ਅਤੀਤ ਕਹਾਏ ਬੈਰਾਗੀ। ਕਹਿੰਦੇ ਨੇ ਅਸੀਂ ਅਤੀਤ ਆ, ਵਿਰਾਗੀ ਆ, ਅਸੀਂ ਸਭ ਕੁਝ ਤਿਆਗ ਚੁੱਕੇ ਆ, ਅਸੀਂ ਸੰਸਾਰੀਆਂ ਵਾਂਗੂ ਨਹੀਂ, ਭਾਵੇਂ ਅਸੀਂ ਪਰਿਵਾਰ ਵਾਲੇ ਵੀ ਨਹੀਂ। ਫਿਰ ਦੂਜਾ ਪੱਖ, ਅਸੀਂ ਸਾਰੀ ਮਾਇਆ ਤਿਆਗ ਦਿੱਤੀ ਹੈ। ਤੇ ਜੇ ਸਾਧ ਸੰਗਤ ਬਾਬਾ ਨੰਦ ਸਿੰਘ ਕਹਿੰਦੇ ਹੁਣ ਬਚਨ ਕਰਿਆ ਕਰਦੇ ਮਹਾਂਪੁਰਸ਼ ਸਿੰਘਾਂ ਦੇ ਨਾਲ, ਕਹਿੰਦੇ ਭਾਈ ਅਭਿਆਸ ਕਰੋ, ਜੇ ਨਹੀਂ ਤੇ ਭਾਈ ਸੰਸਾਰੀ ਬਣ ਜਾਓ। ਸੰਸਾਰੀ ਵੀ ਨਹੀਂ ਬਣੇ, ਪੰਥ ਨੂੰ ਕੋਈ ਅੱਗੇ ਦਾਤ ਵੀ ਨਹੀਂ ਕੋਈ ਦਿੱਤੀ ਬੱਚਿਆਂ ਦੀ, ਉਧਰ ਵੀ ਨਹੀਂ ਤੁਰੇ, ਇਧਰੋਂ ਬੀਤੀ ਜਾਂਦੇ ਰਹਿਣਾ। ਸੰਸਾਰੀ ਬਣ ਜਾਓਗੇ ਨਾ ਫਿਰ ਵੀ ਤੁਹਾਡਾ ਭਲਾ ਹੋ ਜਾਊ। ਤੇ ਜੇ ਉਧਰੋਂ ਬਰਕਤ ਹੋਏ ਆ, ਤਿਆਗਿਆ, ਵਿਆਹ ਨਹੀਂ ਕਰਾਇਆ, ਤੇ ਆਹ ਸਾਰਾ ਕੁਝ ਚੱਲ ਰਿਹਾ, ਤੇ ਹੁਣ ਦੱਸਣਗੇ ਜੀ। ਗ੍ਰਸਤੀ ਤੇ ਵੱਧ ਮਨ ਦੌ ਲਾਗੀ। ਕਹਿੰਦੇ ਗ੍ਰਸਤੀ ਨਾਲੋਂ ਜ਼ਿਆਦਾ ਅੱਗ ਲੱਗੀ ਹੋਈ ਹੈ ਹਿਰਦੇ ਵਿੱਚ।
ਗ੍ਰਸਤੀ ਫੇਰ ਹਲੇ ਟਿਕੇ ਹੋਣਗੇ। ਦੱਸ ਤਾਂ ਕਈ ਗੁਰਮੁਖਾਂ ਨੂੰ ਕਹਿੰਦਾ ਵੀ ਤੁਹਾਡੇ, ਕਈ ਗੁਰਮੁਖਾਂ ਨੂੰ ਇਹ ਵੀ ਮੈਨੂੰ ਬੇਨਤੀ ਕਰਨੀ ਪੈ ਜਾਂਦੀ ਹੈ ਵੀ ਕਈ ਨਗੋਰੇ ਬੱਚੇ ਦੇਖੇ ਦੱਸ ਨੇ ਬੜੇ ਟਿਕਾਅ ਵਾਲੇ ਨੇ, ਬੜੇ ਮਾਂ ਪਿਓ ਦੀ ਆਗਿਆ ਵਿੱਚ ਉਹ ਅੰਮ੍ਰਿਤ ਵੇਲੇ ਉੱਠਦੇ ਨੇ, ਅੰਮ੍ਰਿਤ ਵੇਲਾ ਪੂਰੀਆਂ 5 ਬਾਣੀਆਂ ਜਾਪ ਕਰਦੇ ਨੇ, ਉਹ ਕਿਤੇ ਸੋਦਰ ਰਹਿ ਰਸ ਤੇ ਕੀਰਤਨ ਸੋਲੇ ਨੂੰ ਖੁੰਝਦੇ ਨਹੀਂ, ਉਹ ਝੂਠ ਤੋਂ ਹਮੇਸ਼ਾ ਬਚੇ ਰਹਿੰਦੇ। ਬਣ ਗਏ ਆਪਾਂ ਗੁਰਮੁਖ ਤੇ ਫੇਰ ਦੱਸੋ ਕਿਹੜੇ ਚੰਗੇ ਹੋਏ ਸਾਨੂੰ। ਜੇ ਤਿਆਗੀ ਆ ਤੇ ਫੇਰ ਵਾਕਈ ਤਿਆਗਣਾ, ਮਨ ਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਵਰਜ ਕੇ ਰੱਖਣਾ। ਜੇ ਮਨ ਭੜਕ ਹੀ ਰਿਹਾ, 1 ਸੈਕਿੰਡ ਵਿੱਚ ਐਂ ਅੱਗ ਲੱਗ ਰਹੀ ਹੈ, ਤਾਂ ਸੋਚੋ ਤਿਆਗੀ ਨਹੀਂ। ਸਾਨੂੰ ਉਹਨਾਂ ਚੀਜ਼ਾਂ ਦੀ ਹੀ ਪਕੜ ਆ ਹਲੇ, ਬੜਾ ਮਨ ਨੂੰ ਸਾਧ ਸੰਗਤ ਬੰਨਣਾ ਪੈਂਦਾ। ਬਾਬਾ ਨਾਨਕ ਸਿੰਘ ਦਾ ਬਚਨ ਬੜਾ ਪਿਆਰਾ, ਕਹਿੰਦੇ ਇੱਕ ਬਹਿੰਗਮ ਹੈ, ਕਹਿੰਦੇ ਕਿਸੇ ਦਰਖਤ ਤੇ ਪਹੁੰਚਣਾ ਤੇ ਫਲ ਖਾਣਾ। ਕਹਿੰਦੇ ਇੱਕ ਹੈਗਾ ਬਹਿੰਗਮ ਪੰਛੀ ਰੂਪ, ਇੱਕ ਸੰਸਾਰੀ ਹੈ ਜਿਹੜਾ ਧਰਤੀ ਤੇ ਚੱਲਣ ਵਾਲਾ। ਕਹਿੰਦੇ ਜੇ ਕਹਿੰਦੇ ਉੱਡਣ ਵਾਲਾ ਬਹਿੰਗਮ ਪਹੁੰਚ ਛੇਤੀ ਜਾਂਦਾ, ਪਰ ਜੇ ਇੱਕ ਵਾਰ ਡਿੱਗ ਪਵੇ ਤੇ ਕਿਸੇ ਕੰਮ ਦਾ ਨਹੀਂ ਰਹਿੰਦਾ। ਤੇ ਜੇ ਸੰਸਾਰੀ ਧਰਤੀ ਤੇ ਤੁਰਨ ਵਾਲਾ ਡਿੱਗ ਪਵੇ ਤੇ ਫੇਰ ਖੜਾ ਹੋ ਜਾਂਦਾ, ਡਿੱਗ ਪਵੇ ਤਾਂ ਫੇਰ ਖੜਾ ਹੋ ਜਾਂਦਾ। ਸਮਾਂ ਲੱਗਦਾ ਪਰ ਸੰਸਾਰੀ ਮੰਜ਼ਿਲ ਤੱਕ ਪਹੁੰਚ ਜਾਂਦਾ, ਡਿੱਗ ਪਵੇ ਤਾਂ ਫੇਰ ਕੰਮ ਦਾ ਰਹਿ ਜਾਂਦਾ। ਬਾਬਾ ਨਾਨਕ ਸਿੰਘ ਦਾ ਬਚਨ ਹੈ, ਜੇ ਸੁਪਨੇ 'ਚ ਵੀ ਕਿਤੇ ਬਹਿੰਗਮ ਤੋਂ ਗਲਤੀ ਹੋ ਜਾਵੇ, ਸੁਪਨੇ ਦੇ ਵਿੱਚ ਵੀ, ਤੇ ਕਹਿੰਦੇ ਵੀ ਸਾਰਾ ਜੀਵਨ ਕਿਸੇ ਕੰਮ ਦਾ ਨਹੀਂ ਰਹਿੰਦਾ, ਉਹਦਾ ਲੇਖਾ ਉਹ ਤੋਂ ਵੱਡਾ ਬਣ ਜਾਂਦਾ। ਜਿਵੇਂ ਇੱਥੇ ਕਹਿੰਦੇ ਕਰੀ ਫੇਰ ਪੜੋ ਜੀ, ਗ੍ਰਸਤੀ ਤੇ ਵੱਧ ਮਨ ਦਉ ਲਾਗੀ। ਤੇ ਕਹਿੰਦੇ ਫੇਰ ਕਾਹਦੇ ਤੂੰ ਦਿਆਗੀਆਂ ਗ੍ਰਸਤੀ ਤੇ, ਕਹਿੰਦੇ ਗ੍ਰਸਤੀਆਂ ਤੋਂ ਵੀ ਜ਼ਿਆਦਾ ਹਿਰਦੇ ਵਿੱਚ ਜਿਹੜੀ ਉਹ ਲੱਗੀ ਰਹਿੰਦੀ। ਆਪਾਂ ਦੇਖਦੇ ਹਾਂ ਕਈਆਂ ਨੂੰ ਜੀ ਪੰਡਤ ਪਹਿਰੂਆ ਕਰਹਿ ਸਤੇਈ। ਤੇ ਕਹਿੰਦੇ ਜਿਹੜੇ ਪੰਡਤ ਸੀਗੇ ਬੜੇ ਪਹਿਰੂਏ ਬਣੇ ਹੋਏ, ਬੜੇ ਬਾਣੇ ਪਾਏ ਨੇ, ਪੰਡਤ ਬਣੇ ਹੋਏ ਨੇ। ਇੱਕ ਸੀਗਾ ਪੰਡਤ ਸਾਧ ਸੰਗਤ, ਇਹ ਵੀ ਬੜਾ ਕੁਛ ਕਰਦੇ ਰਹੇ। ਤੇ ਪੰਡਤਾਂ ਦਾ ਸਾਧ ਸੰਗਤ ਮੁੰਡਾ ਨਾਲ ਇੱਕ ਹੋਰ ਮੁੰਡਾ ਰਲਾ ਲਿਆ ਨਾਲ ਸ਼ਰਾਰਤੀ ਜਿਹਾ, ਤੇ ਉਹ ਭੋਲਾ ਭਾਲਾ ਜ਼ਿਮੀਂਦਾਰਾਂ ਮੁੰਡਾ ਸੀ ਤੇ ਪਰ ਹੈ ਸ਼ਰਾਰਤੀ ਬਹੁਤ। ਰਲੇ ਤੇ ਰਲ ਕੇ ਕੀ ਕੀਤਾ, ਸਾਧ ਸੰਗਤ ਖੇਡਦਿਆਂ ਖਿਡਾਉਂਦਿਆਂ ਨੇ ਕੁਝ ਇਹੋ ਜਿਹਾ ਭਾਰ ਸਿੱਟਿਆ ਤੇ ਗਧਾ ਮਾਰ ਦਿੱਤਾ। ਤੇ ਜਦੋਂ ਮਾਰ ਦਿੱਤਾ ਗਧਾ, ਆ ਪਹੁੰਚੇ। ਫਿਰ ਹੁਣ ਜ਼ਿਮੀਂਦਾਰ ਡਰ ਗਿਆ ਵੀ ਪਾਪ ਹੋ ਗਿਆ ਤੇ ਹੁਣ ਕਰੀਏ ਕੀ। ਤੇ ਆਨੰਦਦਾਨ ਉਹਦੇ ਮੁੰਡੇ ਦਾ ਨਾਂ ਸੀਗਾ, ਲੈ ਪਹੁੰਚੇ, ਆ ਗਏ। ਕਹਿੰਦੇ ਜੀ ਜੇ ਕਿਸੇ ਤੋਂ ਕੋਈ ਗਧਾ ਖੋਤਾ ਮਰ ਜੇ ਤੇ ਫਿਰ ਕੀ ਕਰਨਾ ਚਾਹੀਦਾ। ਕਹਿੰਦੇ ਹਲ ਖੜਾ ਕੇ, ਜ਼ਿਮੀਂਦਾਰ ਹਲ ਖੜਾ ਕੇ ਤੇ ਦੋਨੇ ਪਾਸੇ ਭਰਵੇਂ ਤਾਂ ਤੱਕ ਮੰਡੇ ਬਣਾਉਣੇ ਚਾਹੀਦੇ ਮਿੱਠਾ ਪਾ ਕੇ। ਕਹਿੰਦੇ ਜੀ 7। ਤੇ ਕਹਿੰਦੇ ਇੱਕ ਮੈਂ ਬੇਨਤੀ ਕਰਾਂ। ਕਹਿੰਦੇ ਦੱਸੋ। ਕਹਿੰਦੇ ਵੀ ਜੇ ਕੋਈ ਪੰਡਤਾਂ ਦੇ ਮੁੰਡੇ ਤੋਂ ਮਰ ਜਾਵੇ। ਕਹਿੰਦਾ ਸਮਝਿਆ ਨਹੀਂ। ਕਹਿੰਦੇ ਤੁਹਾਡੇ ਪੁੱਤ ਨਾਲ ਮੇਰਾ ਸੀਗਾ ਆਨੰਦ ਤੋਂ ਇੱਕ ਖੋਤਾ ਮਰ ਗਿਆ, ਗਧਾ ਮਰ ਗਿਆ, ਨਾਲ ਹੀ ਸ਼ਬਦ ਬਦਲਤੇ। ਕਹਿੰਦੇ ਫੇਰ ਕਿੰਨਾ ਕਰਨਾ ਚਾਹੀਦਾ। ਕਹਿੰਦੇ ਫੇਰ 2 ਮੰਡੇ ਲਾ ਕੇ ਆਪ ਹੀ ਖਾ ਲੈਣੇ ਚਾਹੀਦੇ। ਕਹਿੰਦੇ ਪਾਪ ਬਖਸ਼ੇ ਜਾਣ। ਇੱਧਰ ਕੀ ਦੱਸ ਰਹੇ ਨੇ ਹੁਣ, ਉਹਦਾ ਪੰਡਤਾਂ ਦਾ ਭੇਤ ਖੋਲਣਗੇ ਜੀ। ਪੰਡਤ ਪਹਿਰੂਆ ਕਰਹਿ ਸਤੇਈ। ਕਹਿੰਦੇ ਹੁਣ ਜਿਹੜੇ ਪੰਡਤ ਪਹਿਰੂਏ ਸੀਗੇ ਤੇ ਉਹੀ ਹੁਣ ਕੀ ਬਣ ਗਏ ਨੇ, ਸਾਧ ਸੰਗਤ ਚੋਰੀ ਵਾਲੇ ਬਣ ਗਏ। ਉਹੀ ਹੁਣ ਠੱਗੀਆਂ ਮਾਰ ਰਹੇ ਨੇ ਜੀ। ਰਖਵਾਰੀ ਕੋ ਸਦਨ ਕਰੇਈ। ਕਹਿੰਦੇ ਦੱਸੋ ਹੁਣ ਘਰਾਂ ਵਿੱਚ ਕੌਣ ਰਖਵਾਲੀ ਕਰੂਗਾ। ਜੇ ਜਿਹੜੇ ਪਹਿਰੂਏ ਦੇਣ ਵਾਲੇ ਸਨ, ਜਿਨ੍ਹਾਂ ਨੇ ਚੰਗੀਆਂ ਮੱਤਾਂ ਦੇਣੇ ਵਾਲੇ ਸਨ, ਉਹ ਇਹੋ ਜਿਹੇ ਕਰਮ ਕਰਨ ਲੱਗੇ ਨੇ ਜੀ। ਹੁਤੀ ਬਾਰ ਰਖਬਾਰ ਨਿਰਪਾਲਾ। ਤੇ ਕਹਿੰਦੇ ਇੱਕ ਆਪਾਂ ਕਹਿੰਦੇ ਰਾਜੇ ਹੁੰਦੇ ਰਾਖੇ, ਤੇ ਜੇ ਰਾਜੇ ਨਾ ਰਹਿਣ, ਹਾਂਜੀ ਪ੍ਰਜਾ ਖੇਤ ਕੋ ਖਾਤ ਘੁਟਾਲਾ। ਕਹਿੰਦੇ ਉਹੀ ਪ੍ਰਜਾ ਜਿਹੜੀ ਆ, ਰਾਜੇ ਨੇ ਕਿਤੇ ਪ੍ਰਜਾ ਨੂੰ ਬਚਾਉਣਾ ਸੀ ਤੇ ਕਿਤੇ ਕਹਿੰਦੇ ਰਾਜਾ ਜਿਹੜਾ ਬਾੜ ਰੂਪ ਬਣ ਕੇ ਤੇ ਖੇਤ ਨੂੰ ਖਾਣ ਲੱਗੇ ਨੇ ਜੀ। ਦੋਹਰਾ ਭਇਓ ਭਾਰ ਧਰ ਭਰ ਅਦਿਕ। ਤੇ ਹੁਣ ਕਹਿੰਦੇ ਧਰਤੀ ਬਾਰੇ ਦੱਸਣ ਲੱਗੇ ਨੇ। ਕਹਿੰਦੇ ਧਰਤੀ ਹੁਣ ਪੁਕਾਰ ਕਰ ਰਹੀ ਹੈ
ਕਹਿੰਦੇ ਪਾਪ ਜਦੋਂ ਹੋਣ ਲੱਗੇ ਬਹੁਤ ਸਾਧ ਸੰਗਤ, ਹੁਣ ਧਰਤੀ ਪੁਕਾਰ ਕਰ ਰਹੀ ਹੈ, ਮੇਰੇ ਤੇ ਭਾਰ ਪੈ ਰਿਹਾ ਜਿਵੇਂ ਜੀ। ਧਰਮ ਧਰਤ ਨਹਿ ਧੀਰ, ਪਿੱਛੋਂ ਪੜੋ ਪੂਰੀ ਪੰਕਤੀ ਜੀ। ਭਇਓ ਭਾਰ ਧਰ ਪਰ ਅਧਿਕ, ਬਹੁਤ ਧਰਤੀ ਉੱਪਰ ਭਾਰ ਪੈਣ ਲੱਗਾ ਪਾਪਾਂ ਦਾ ਜੀ। ਧਰਮ ਧਰਤ ਨਹਿ ਧੀਰ, ਤੇ ਹੁਣ ਜਿਹੜੀ ਧਰਤੀ ਧੀਰਜ ਨਹੀਂ ਧਰ ਰਹੀ ਜੀ। ਭਾਉ ਭਗਤ ਨਹਿ ਜਗਤ ਮੈਂ, ਕਹਿੰਦੇ ਕਿਸੇ ਪਾਸੇ ਪ੍ਰੇਮਾ ਭਗਤੀ ਦਿਸ ਨਹੀਂ ਰਹੀ ਸੰਸਾਰ ਤੇ ਜੀ। ਬਿਲਕੁਲ ਭਈ ਭੈ ਭੀਰ, ਤੇ ਹੁਣ ਧਰਤੀ ਬਿਲਕੁਲ ਵਿਆਕੁਲ ਹੋ ਗਈ ਜੀ। ਚੌਪਈ ਏਕੰਕਾਰ ਆਰਾਧਨ ਕੀਨਾ, ਤੇ ਕਹਿੰਦੇ ਹੁਣ ਕੀ ਕਰਾਂ? ਧਰਤੀ ਕਹਿੰਦੀ ਵੀ ਹੁਣ ਇੱਕ ਓੰਕਾਰ ਇੱਕ ਅਕਾਲ ਪੁਰਖ ਦਾ ਮੈਂ ਹੁਣ ਆਰਾਧਨ ਕਰਾਂ ਜੀ। ਭਗਤ ਬੇਨਤੀ ਭਈ ਅਧੀਨਾ, ਬਹੁਤ ਅਧੀਨ ਹੋ ਕੇ ਸਾਧ ਸੰਗਤ ਧਰਤੀ ਗਰੀਬਣੀ ਜੀ ਬਣ ਕੇ ਤੇ ਲੱਗੀ ਬੇਨਤੀ ਕਰਨ ਜੀ। ਪਰਮੇਸ਼ਰ ਪਰ ਪੁਰਖ ਪੁਰਾਤਨ, ਕਹਿੰਦੇ ਮਹਾਰਾਜ ਤੁਸੀਂ ਜਿਹੜੇ ਪੁਰਾਤਨ ਪੁਰਖੋਂ ਪਹਿਲਾਂ ਤੋਂ ਆਪ ਤੋਂ ਜੀ। ਪਰਮ ਪਰਾਵਰ ਨਾਥ ਸਨਾਤਨ, ਤੇ ਕਹਿੰਦੇ ਸਾਰਿਆਂ ਦੀ ਪਾਲਣਾ ਕਰਨ ਵਾਲੇ ਸਨਾਤਨ ਪਹਿਲਾਂ ਤੋਂ ਜੀ। ਦੀਨ ਬੰਦ ਪ੍ਰਭ ਦੀਨ ਦਇਆਲਾ, ਤੇ ਸਾਧ ਸੰਗਤ ਅਸੀਂ ਗਰੀਬੜੇ ਬਣ ਕੇ ਧਰਤੀ ਕਹਿੰਦੀ ਤੁਹਾਨੂੰ ਬੰਦਨਾ ਕਰਦੇ ਆ, ਤੁਹਾਡੇ ਨਮਸਕਾਰ ਕਰਦੇ ਆ ਜੀ। ਦੀਨਾਨਾਥ ਪ੍ਰੋਖ ਪ੍ਰਤਿਪਾਲਾ, ਸਾਡੇ ਮਹਾਰਾਜ ਜਿਹੜੇ ਕੌਣ ਨੇ ਤੁਸੀਂ? ਮਹਾਰਾਜ ਪ੍ਰਤੱਖ ਹੋ, ਸਤਿਗੁਰ ਪ੍ਰਤੱਖ ਹੁੰਦਾ। ਤੇ ਇੱਥੇ ਕੀ ਕਹਿੰਦੇ ਫੇਰ ਪੜੋ ਜੀ। ਦੀਨਾਨਾਥ ਪ੍ਰੋਖ ਪ੍ਰਤਿਪਾਲਾ, ਤੇ ਸਾਰੇ ਤੁਸੀਂ ਪ੍ਰਤੱਖ ਸਾਰਿਆਂ ਦੀ ਪਾਲਣਾ ਕਰਨ ਵਾਲੇ ਹੋ ਜੀ। ਅਜਰ ਅਮਰ ਅਨਵਦ ਅਪੇਖਾ, ਮਹਾਰਾਜ ਅਜਾਰ ਹੋ ਤੁਸੀਂ ਮਹਾਰਾਜ ਜਿਹੜੇ ਬੁਢਾਪੇ ਤੋਂ ਪਰੇ ਹੋ ਜੀ। ਅਨਵਦ ਅਪੇਖਾ, ਹਾਂਜੀ ਅਮਰ ਕਰਕੇ ਫੇਰ ਪੜੋ ਜੀ ਪਿੱਛੋਂ। ਅਜਰ ਅਮਰ ਅਮਰ ਜਿਹੜੇ ਮਹਾਰਾਜ ਮ੍ਰਿਤੂ ਤੋਂ ਰਹਿਤ ਹੋ ਜੀ। ਅਨਵਦ ਅਪੇਖਾ, ਹਾਂ ਮਹਾਰਾਜ ਜਿਹੜੇ ਭੇਖ ਤੋਂ ਰਹਿਤ ਹੋ ਜੀ। ਅਪੈ ਨਿਰੰਜਨ ਅਲਖ ਅਲੇਖਾ, ਹਾਂ ਭੈ ਤੋਂ ਮਹਾਰਾਜ ਤੁਸੀਂ ਰਹਿਤ ਹੋ, ਤੁਸੀਂ ਨਿਰੰਜਨ ਹੋ ਭਾਵ ਮਾਇਆ ਤੋਂ ਰਹਿਤ ਹੋ। ਫੇਰ ਪੜੋ ਜੀ। ਅਪੈ ਨਿਰੰਜਨ ਅਲਖ ਅਲੇਖਾ, ਤੇ ਮਹਾਰਾਜ ਜਿਹੜੇ ਲੇਖੇ ਤੋਂ ਰਹਿਤ ਹੋ ਜੀ। ਕਲਮਲ ਕਲ ਕੇ ਕਾਲ ਬਿਥਾਰਾ, ਮਹਾਰਾਜ ਬਹੁਤ ਧਰਤੀ ਤੇ ਪਾਪ ਹੋਏ ਨੇ ਜੀ। ਅਬ ਹੈ ਭਾਰ ਨਹਿ ਜਾਏ ਸੰਭਾਰਾ, ਮਹਾਰਾਜ ਮੇਰੇ ਤੋਂ ਭਾਰ ਨਹੀਂ ਸੰਭਾਲਿਆ ਜਾ ਰਿਹਾ ਜੀ। ਅਤ ਦੁਸ਼ਤਰ ਦੁਖ ਵੇਲਾ ਭਇਓ, ਮਹਾਰਾਜ ਮੇਰੇ ਤੇ ਬੜਾ ਦੁੱਖ ਦਾ ਸਮਾਂ ਆ ਗਿਆ ਜੀ। ਬਿਨ ਅਵਲੰਬ ਜਾਤ ਨਹਿ ਰਹਿਓ, ਮਹਾਰਾਜ ਹੁਣ ਮੈਂ ਬਚ ਨਹੀਂ ਸਕਦੀ। ਪਾਤਸ਼ਾਹ ਜੀ ਮੈਨੂੰ ਕੋਈ ਨਾ ਕੋਈ ਆਸਰਾ ਚਾਹੀਦਾ। ਪਾਤਸ਼ਾਹ ਜੀ ਤੁਸੀਂ ਦਵੋ ਆਸਰਾ, ਆਸਰੇ ਤੋਂ ਬਗੈਰ ਮੈਂ ਡੋਲ ਰਹੀ ਹਾਂ। ਕਿਉਂ ਕਿ ਪਾਪ ਇੰਨੇ ਹੋ ਗਏ ਨੇ ਜੀ। ਦੋਹਰਾ ਸਤਜੁਗ ਮਹਿ ਚਾਰੋਂ ਚਰਨ, ਮਹਾਰਾਜ ਸਤਜੁਗ ਵਿੱਚ 4 ਚਰਨ ਸਨ। ਮਹਾਰਾਜ ਸਤ ਤਪ ਜਗ ਤੇ ਸਾਧ ਸੰਗਤ ਦਾਨ ਸੀ। 4 ਚਰਨ ਸੀ ਮਹਾਰਾਜ। ਚਾਰਾਂ ਪੈਰਾਂ ਤੇ ਮੈਂ ਸੌਖੀ ਖੜੀ ਸੀ। ਮਹਾਰਾਜ ਉਦੋਂ ਕੋਈ ਨਹੀਂ ਸੀ। ਉਦੋਂ ਮਹਾਰਾਜ ਸ਼ਾਂਤੀ ਟਿਕਾ ਸੀ, ਕੋਈ ਬੁਰੇ ਪਾਪ ਨਹੀਂ ਕਰਦਾ ਸੀ। ਸਾਧ ਸੰਗਤ ਉਹ ਸਮਾਂ ਉਹ ਵੀ ਸੀ ਜੇ ਕੋਈ ਗਲਤੀ ਨਾਲ ਮਨ 'ਚ ਫੁਰਨਾ ਲੈ ਲੈਂਦਾ ਸੀ। ਅੱਜ ਬੰਦੇ ਦੇ ਕਤਲ ਜਿੰਨਾ ਪਾਪ ਉਦੋਂ ਲੱਗਦਾ ਸੀ, ਸਿਰਫ ਮਨ 'ਚ ਸੋਚਣ ਦੇ ਨਾਲ। ਇੰਨਾ ਸਮਾਂ ਵਧੀਆ ਸੀ ਜਿਹੜਾ ਲੋਕ ਪਾਪਾਂ ਤੋਂ ਇੰਨੇ ਕੋਹਾਂ ਦੂਰ ਰਹਿੰਦੇ ਸਨ। ਤੇ ਹੁਣ ਹਾਂਜੀ ਤ੍ਰੇਤੇ ਤੀਨ ਰਹਾ, ਤੇ ਸਾਧ ਸੰਗਤ ਫਿਰ ਸੱਤ ਚਲਿਆ ਗਿਆ। ਤ੍ਰੇਤੇ ਵਿੱਚ ਲੋਕ ਸੱਚ ਬੋਲਣਾ ਛੱਡ ਗਏ ਤੇ ਤਪ ਜਗ ਤੇ ਦਾਨ ਰਹਿ ਗਿਆ ਜੀ। ਦੁਆਪਰ ਮਹਿ ਦੋ ਰਹੇ, ਤੇ ਸਾਧ ਸੰਗਤ ਕਹਿੰਦੇ 2 ਹੀ ਰਹਿ ਗਏ, ਜਗ ਤੇ ਦਾਨ ਜੀ। ਕਲ ਇੱਕ ਚਰਨ ਟਿਕਾਏ, ਤੇ ਕਲਯੁਗ ਵਿੱਚ ਸਿਰਫ ਇੱਕ ਦਾਨ ਦੇ ਸਿਰ ਤੇ ਚੱਲ ਰਿਹਾ। ਕਿਉਂ ਤਪ ਛੱਡ ਗਏ ਨੇ ਸਾਧ ਸੰਗਤ। ਕਿੰਨਾ ਲੰਮਾ ਸਮਾਂ ਸਾਧ ਸੰਗਤ ਸਾਲਾਂ ਬੱਧੀ ਬਹਿੰਦੇ ਸਨ। ਤੇ ਜੇ ਹੁਣ ਕਿਸੇ ਨੂੰ ਸਾਲਾਂ ਬੱਧੀ ਬਹਾ ਦਈਏ ਤੇ ਹਾਲਤ ਪਤਲੀ ਹੋ ਜਾਣੀ। ਹਾਲੇ ਕਹਿੰਦੇ ਜੀ ਮਹੀਨਾ ਔਖਾ। ਤੇ ਕਿਤੇ ਦੇਖੋ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕਿੰਨੀ ਭਗਤੀ ਕੀਤੀ, ਤਪ ਕੀਤਾ। ਤੇ ਇੱਧਰ ਕੀ ਕਹਿੰਦੇ ਇੱਕ ਵਾਰੀ ਫੇਰ ਕਰੋ ਸਰਵਣ ਜੀ। ਕਲ ਇੱਕ ਚਰਨ ਟਿਕਾਏ, ਤੇ ਕਲਯੁਗ ਵਿੱਚ ਸਿਰਫ ਇੱਕ ਦਾਨ ਰਹਿ ਗਿਆ। ਤੇ ਉਹ ਵੀ ਦਾਨ ਸਾਧ ਸੰਗਤ ਇਹੋ ਜਿਹਾ ਹੋ ਗਿਆ ਜਿਹੜਾ ਕਰਦੇ ਥੋੜਾ ਮੰਗਦੇ ਜ਼ਿਆਦਾ। ਚਾਹੁੰਦੇ ਹਰ ਥਾਂ ਨਾਂ ਆ ਜਾਵੇ, ਹਰ ਥਾਂ ਪਤਾ ਲੱਗ ਜਾਵੇ ਮੈਂ ਦਾਨ ਕੀਤਾ। ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ। ਕਹਿੰਦੇ ਦੇਖ ਲਓ ਹਾਲਤ ਕੀ ਬਣ ਗਈ। ਜਿੰਨਾ ਦੇ ਰਿਹਾ ਤੇ ਮੈਂ ਕਹਿੰਦਾ ਐਂ ਮੰਗਦਾ ਮੈਨੂੰ ਇਹਦੇ ਸੈਂਕੜੇ ਹਜ਼ਾਰਾਂ ਗੁਣਾ ਹੋ ਕੇ ਵਾਪਸ ਮਿਲੇ। ਉਹ ਵੀ ਮੈਨੂੰ ਫਲ ਵੀ ਮਿਲੇ
ਤੇ ਸੋਭ ਕਰੇ ਸੰਸਾਰ। ਮੇਰੀ ਵਡਿਆਈ ਵੀ ਹੋਵੇ ਜੀ। ਚੌਪਈ ਕਲਮਲ ਮੈਂ ਆਇਓ ਕਲ ਕਾਲਾ। ਤੇ ਕਹਿੰਦੇ ਮਹਾਰਾਜ ਆ ਕਲਯੁਗ ਦਾ ਸਮਾਂ ਆਇਆ, ਪਾਪਾਂ ਦਾ ਸਮਾਂ ਆਇਆ ਜੀ। ਭਇਓ ਸੁਈਆਂ ਤੇ ਭਾਰ ਬਿਸਾਲਾ। ਮਹਾਰਾਜ ਬੜਾ ਭਾਰ ਪਿਆ ਹੋਇਆ ਮੇਰੇ ਤੇ ਜੀ। ਇੱਕ ਚਰਨ ਤੇ ਟਿਕਾ ਨ ਜਾਈ। ਹੁਣ ਮਹਾਰਾਜ ਮੇਰੀ ਧਰਤੀ ਕਹਿੰਦੀ ਇੱਕ ਚਰਨ ਤੇ ਟਿਕਿਆ ਨਹੀਂ ਜਾ ਰਿਹਾ ਜੀ। ਬਿਨ ਅਵਲੰਬ ਨ ਥਿਰਤਾ ਪਾਈ। ਤੇ ਬਿਨਾਂ ਆਸਰੇ ਤੋਂ ਹੁਣ ਮੈਂ ਤੇ ਸਥਿਰਤਾ ਨਹੀਂ ਮਿਲ ਸਕਦੀ ਜੀ। ਏਕ ਓੰਕਾਰ ਬਿਨ ਸੁਨ ਲੀਜੈ। ਤੇ ਜਦੋਂ ਸਾਧ ਸੰਗਤ ਕੀਤੀ, ਧਰਤੀ ਨੇ ਪੁਕਾਰ, ਇੱਕ ਓੰਕਾਰ ਵਾਹਿਗੁਰੂ ਨੇ ਉਹਦੀ ਜਿਹੜੀ ਬੇਨਤੀ ਸਰਵਣ ਕੀਤੀ ਜੀ। ਫਿਰ ਹੋਵੇ ਕੋ ਅਵਲੰਬ ਦੀਜੈ। ਤੇ ਮਹਾਰਾਜ ਕਹਿੰਦੇ ਕੋਈ ਗੱਲ ਨੀ, ਜਦੋਂ ਹੁਣ ਸਾਰਾ ਕੁਝ ਸੁਣਦੇ ਆ ਤੇ ਪੂਰੀ ਪੰਕਤੀ ਫੇਰ ਪੜੋ ਜੀ। ਏਕ ਓੰਕਾਰ ਬਿਨ ਸੁਨ ਲੀਜੈ। ਫਿਰ ਹੋਵੇ ਕੋਈ ਅਵਲੰਬ ਦੀਜੈ। ਕਹਿੰਦੇ ਭਾਈ ਕੋਈ ਤੈਨੂੰ ਥਿਰਤਾ ਦਵਾਂਗੇ, ਤੈਨੂੰ ਹੁਣ ਕੋਈ ਆਸਰਾ ਦਵਾਂਗੇ ਜੀ। ਕਿਹੜਾ ਆਸਰਾ ਦੇਣਗੇ? ਹੁਣ ਕਰੋ ਸਰਵਣ ਜੀ। ਜੋਤੀ ਰੂਪ ਆਤੁਰੀ ਬਾਣੀ। ਸੁਨਤ ਵਿਚਾਰ ਕੀਨ ਸੁਖਦਾਨੀ। ਤੇ ਜਦੋਂ ਉਹਦੀਆਂ ਬਹੁਤ ਪ੍ਰੇਮ ਦੀਆਂ ਬੇਨਤੀਆਂ ਜਦੋਂ ਸੁਣੀਆਂ ਤੇ ਵਾਹਿਗੁਰੂ ਨੇ ਹਿਰਦੇ ਵਿੱਚ ਵਿਚਾਰ ਕੀਤੀ ਜੀ। ਇਸ ਕਾਰਜ ਕੋ ਬਹੁਤ ਪਠਾਏ। ਕਹਿੰਦੇ ਮੈਂ ਇਸ ਕਾਰਜ ਵਾਸਤੇ ਧਰਤੀ ਉੱਤੇ ਸ਼ਾਂਤੀ ਆਵੇ, ਪਾਪ ਘਟ ਜਾਣ, ਮੈਂ ਬਹੁਤ ਪਹਿਲਾਂ ਵੀ ਭੇਜੇ ਨੇ ਜੀ। ਜਾਏ ਤਹਾਂ ਨਿਜ ਪੰਥ ਚਲਾਏ। ਤੇ ਸਾਰਿਆਂ ਨੇ ਜਾ ਕੇ ਆਪਦਾ ਪੰਥ, ਆਪਦਾ ਧਰਮ ਚਲਾਇਆ ਜੀ। ਵਿਸਰੇ ਜਾਂ ਕਾਰਜ ਤਹ ਗਏ। ਜਿਹੜੇ ਕਾਰਜ ਵਾਸਤੇ ਭੇਜਿਆ ਸੀ ਉਸ ਤੋਂ ਵਿਸਰ ਗਏ ਨੇ ਜੀ। ਆਪਣੇ ਆਪਣੇ ਮਤ ਠਹਿਰਾਏ। ਆਪਦੇ ਮਤੇ ਬਣਾ ਕੇ ਬਹਿ ਗਏ ਨੇ ਜੀ। ਕਿਨਹੂ ਨਾ ਮਹਿਮਾ ਨਾਮ ਬਿਥਾਰੀ। ਕਹਿੰਦੇ ਕਿਸੇ ਨੇ ਨਾਮ ਦੀ ਮਹਿਮਾ ਸਾਧ ਸੰਗਤ ਸੁਣਾਈ ਨਹੀਂ ਕਿਸੇ। ਬਸ ਸਾਰੇ ਲੱਗੇ ਕਿਸੇ ਗਲ 'ਚ ਕੋਈ ਕੈਂਠੀਆਂ ਪਾਉਣ ਲੱਗ ਗਿਆ, ਕੋਈ ਸੁੰਨਤਾਂ ਕਰਾਉਣ ਲੱਗ ਗਿਆ, ਕੋਈ ਕਹਿੰਦਾ ਬੋਧੀ ਰੱਖ, ਕੋਈ ਕਹਿੰਦਾ ਤੂੰ ਇਉਂ ਛੱਡ, ਤੂੰ ਦੱਤਾਤਰੇਆ ਆਇਆ ਕਹਿੰਦਾ ਮੇਰਾ ਨਾਂ ਜਪੋ। ਰਾਮਾਨੰਦ ਤੋਂ ਲੈ ਕੇ ਭਾਵ ਸਮਾਂ ਸਾਧ ਸੰਗਤ ਬਦਲਦਾ ਰਿਹਾ, ਪਰ ਕਿਸੇ ਨੇ ਵੀ ਇੱਕ ਓੰਕਾਰ ਦੀ ਗੱਲ ਹੀ ਨਹੀਂ ਕੀਤੀ। ਓਮ ਓਮ 'ਚ ਲੱਗੇ ਰਹੇ। ਤੇ ਜਿਹੜੀ ਖੇਡ ਵੱਡੀ ਸੀ ਉਹ ਜਿਵੇਂ ਆਪ ਜੀ ਨੇ ਪਿਛਲੇ ਦਿਨ ਸਰਵਣ ਕੀਤਾ ਸੀ, ਵਾਹਿਗੁਰੂ ਸ਼ਬਦ ਦੀ ਵਡਿਆਈ ਦੇ ਵਿੱਚ ਸਾਰਿਆਂ ਨਾਲੋਂ ਸ੍ਰੇਸ਼ਟ ਜਿਹੜਾ ਮੰਤਰ ਗੁਰਮੰਤਰ ਵਾਹਿਗੁਰੂ ਮੰਤਰ, ਜਿਹਦੇ ਨਾਲ ਆਪ ਜੀ ਨੇ ਸਰਵਣ ਕੀਤਾ ਸੀਗਾ। ਚਾਰੇ ਯੁਗਾਂ ਦਾ ਤਪ ਕੱਲੇ ਵਾਹਿਗੁਰੂ ਸ਼ਬਦ ਵਿੱਚ ਪਾ ਦਿੱਤਾ। ਜਿਵੇਂ ਸਤਯੁਗ ਵਿੱਚ 1,00,000 ਸਾਲ, ਫਿਰ 10,000 ਤੇ 1,000 ਸਾਲ ਦੁਆਪਰ ਤੇ ਤ੍ਰੇਤੇ ਵਿੱਚ, ਤੇ ਕਲਯੁਗ ਮਹਾਰਾਜ ਕਹਿੰਦੇ ਥੋੜਾ ਸਮਾਂ ਤੂੰ ਬੈਠੀ, ਵਾਹਿਗੁਰੂ ਵਾਹਿਗੁਰੂ ਤੂੰ ਜੋ ਜਪੇਂਗਾ ਨਾ ਉਹਨੇ ਥੋੜੇ ਸਮੇਂ ਵਿੱਚ ਤੇਰੀ ਝੋਲੀ ਭਰ ਦਵਾਂਗੇ ਜੀ। ਭਾਓ ਭਗਤ ਕੀ ਰੀਤ ਨਾ ਡਾਰੀ। ਕਹਿੰਦੇ ਉਹਨਾਂ ਨੇ ਕਿਸੇ ਨੇ ਪ੍ਰੇਮਾ ਭਗਤੀ ਵਾਲੀ ਰੀਤੀ ਨਹੀਂ ਚਲਾਈ ਜੀ। ਜਿਉ ਹੋਵਤ ਅਵਲੰਬਤ ਛੋਨੀ। ਇਉ ਵਿਚਾਰ ਬੋਲੇ ਜਗ ਜੋਨੀ। ਤੇ ਜਦੋਂ ਉਹ ਸਾਰੇ ਉਹਦੇ ਵਚਨ, ਸਾਰੀਆਂ ਉਹਦੀਆਂ ਬੇਨਤੀਆਂ ਸੁਣੀਆਂ ਤੇ ਜਗ ਦੇ ਜਿਹੜੇ ਦਾਤੇ ਵਾਹਿਗੁਰੂ ਜੀ ਨੇ ਹੁਣ ਵਚਨ ਕੀਤਾ ਜੀ। ਨਾਮ ਕੀਰਤਨ ਬਿਥਰੋ ਜਬ ਹੀ। ਮਹਾਰਾਜ ਕਹਿੰਦੇ ਜਦੋਂ ਭਾਈ ਇੱਥੇ ਜਦੋਂ ਨਾਮ ਦਾ ਕੀਰਤਨ, ਗੁਰਬਾਣੀ ਦਾ ਕੀਰਤਨ, ਕਿਉਂ ਕਲਯੁਗ ਮੈਂ ਕੀਰਤਨ ਪ੍ਰਧਾਨਾ, ਕਲਯੁਗ ਜਿਹੜਾ ਕੀਰਤਨ ਪ੍ਰਧਾਨ ਆ ਜੀ। ਤੇ ਕਹਿੰਦੇ ਜਦੋਂ ਇਹਦੀ ਕੀਰਤੀ ਅਕਾਲ ਪੁਰਖ ਦੀ ਗਾਈ ਜਾਊ ਜਦੋਂ ਜੀ, ਤੁਝੇ ਅਵਲੰਬ ਹੋਏ ਹੈ ਤਬ ਹੀ। ਕਹਿੰਦੇ ਤੈਨੂੰ ਉਹਦੀ ਆਸਰਾ ਮਿਲੂ, ਤੈਨੂੰ ਟਿਕਾ ਮਿਲੂ ਜੀ। ਜਾਂ ਤੇ ਪ੍ਰਗਟਾਵੋ ਜਗ ਆਏ। ਮੋਹ ਬਿਨ ਹੋਤ ਨ ਆਨੇ ਉਪਾਏ। ਕਹਿੰਦੇ ਮਹਾਰਾਜ ਨੇ ਬਚਨ ਕਰ ਦਿੱਤਾ ਅਕਾਲ ਪੁਰਖ ਜੀ ਨੇ, ਕਹਿੰਦੇ ਹੁਣ ਅਸੀਂ ਆਪ ਹੀ ਸਾਨੂੰ ਪ੍ਰਗਟ ਹੋਣਾ ਪੈਣਾ ਤੇ ਸਾਡੇ ਤੋਂ ਬਗੈਰ ਤੈਨੂੰ ਕੋਈ ਆਸਰਾ, ਤੈਨੂੰ ਕੋਈ ਠੱਲ ਜਾਂ ਤੈਨੂੰ ਕੋਈ ਠੰਡ ਨਹੀਂ ਦੇ ਸਕਦਾ ਜੀ। ਧਰਮ ਧਾਮ ਧਰ ਧੀਰਜ ਦੀਨੋ। ਹੁਣ ਧਰਤੀ ਨੂੰ ਅਸੀਂ ਆਪਦਾ ਧਰਮ ਧਾਮ ਬਣਾਵਾਂਗੇ, ਘਰ ਬਣਾਵਾਂਗੇ ਆਪਦਾ ਜੀ। ਪਾਏ ਅਲੰਬ ਹੋਏ ਦੁਖ ਸ਼ੀਨੋ। ਤੇ ਅਸੀਂ ਤੈਨੂੰ ਆਸਰਾ ਦਵਾਂਗੇ ਤੇ ਤੇਰਾ ਸਾਰਾ ਜਿਹੜਾ ਦੁੱਖ ਤੇਰੇ ਤੋਂ ਖੋਹ ਲਵਾਂਗੇ ਜੀ। ਸੁਨ ਕਰ ਗਿਰਾ ਗਗਨ ਕੀ ਛੋਨੀ। ਗਗਨ ਕੀ ਛੋਨੀ ਭਾਵ ਜਿਹੜੀ ਆਕਾਸ਼ ਬਾਣੀ ਹੋਈ ਆ, ਜਿਹੜੇ ਧੁਰੋਂ ਐ ਬੋਲ ਆਉਂਦੇ ਨੇ। ਕਈਆਂ ਨੇ ਗੁਰਮੁਖਾਂ ਨੂੰ ਅੰਦਰ ਸੁਣਨ ਲੱਗ ਜਾਂਦੇ ਨੇ। ਅੰਤਰ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਕੁਐਸਚਨ ਆਨਸਰ ਚੱਲਦੇ ਰਹਿੰਦੇ ਸਿੱਖ ਦੇ, ਉਹਦੇ ਜਵਾਬ ਮਿਲਦੇ ਰਹਿੰਦੇ ਆ। ਕਈਆਂ ਨੂੰ ਫਿਰ ਗੁਰਮੁਖਾਂ ਨੂੰ ਆਕਾਸ਼ ਬਾਣੀ ਸੁਣਦੀ ਹੈ, ਕੰਨਾਂ ਰਾਹੀਂ ਪੂਰੇ ਐਨ ਬੋਲ ਪੂਰੇ ਸੁਣਦੇ ਨੇ। ਮਰਦਾਨਾ ਆਵਾਜ਼ ਹੁੰਦੀ ਆ, ਉਹ ਭਾਰੀ ਆਵਾਜ਼ ਦੇ ਵਿੱਚ ਆਵਾਜ਼ ਆਉਂਦੀ ਹੈ ਕੰਨਾਂ ਵਿੱਚ, ਤੁਹਾਨੂੰ ਬੋਲ ਪੈ ਕੇ ਤੁਹਾਨੂੰ ਸਾਰਾ ਕੁਛ ਉੱਥੇ ਦੱਸ ਦਿੱਤਾ ਜਾਂਦਾ।
ਇੱਕ ਹੁੰਦੇ ਸੁਪਨ ਦੇ ਵਿੱਚ। ਸੁਪਨ ਦੇ ਵਿੱਚ ਵੀ ਕੰਨ 'ਚ ਬੋਲ ਪੈਂਦੇ ਆ, ਪਰ ਉਹ ਸੁਪਨ ਦੇ ਦਰਸ਼ਨ ਵਾਲੇ ਵੀ ਹੁੰਦੇ ਆ। ਇੱਕ ਸਿਰਫ ਐਂ ਸੁਣਦਾ ਆਪ ਜੀ ਨੂੰ, ਰਸ ਪੂਰਾ ਦੂਜੇ ਅਗਲੇ ਦਿਨਾਂ ਤੱਕ ਵੀ ਬਣਿਆ ਰਹਿੰਦਾ, ਪਰ ਦਰਸ਼ਨ ਨਹੀਂ ਹੁੰਦੇ। ਇਹ ਆਕਾਸ਼ ਬਾਣੀ ਦੇ ਵਿੱਚ ਆਉਂਦਾ ਕਈ ਤਰ੍ਹਾਂ ਦੇ, ਪਰ ਇਹ ਉਹਨਾਂ ਨਾਲ ਹੁੰਦਾ ਜਿਹੜੇ ਕਿ ਬਹੁਤ ਬੰਦਗੀ ਕਰਕੇ ਅੱਗੇ ਤੱਕ ਜਾਂਦੇ ਨੇ। ਆਮ ਜਗਿਆਸੂ ਨੂੰ ਛੇਤੀ ਕਿਤੇ ਆਵਾਜ਼ ਨਹੀਂ ਸੁਣਦੀ, ਆਮ ਜਗਿਆਸੂ ਨੂੰ ਗੁਰਮੁਖਾਂ ਵਿੱਚ ਦੀ ਆਵਾਜ਼ ਨਹੀਂ ਸੁਣਦੀ ਪ੍ਰਮਾਤਮਾ ਦੀ। ਉਹ ਤਾਂ ਛੱਡੋ, ਜੇ ਗੁਰਮੁਖ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਵਿੱਚ ਬੈਠੇ ਹੁਕਮਨਾਮਾ ਲੈ ਰਹੇ ਆ ਜਾਂ ਗੁਰਬਾਣੀ ਰਾਹੀਂ ਉਪਦੇਸ਼ ਦੇ ਰਹੇ ਆ, ਉਹ ਵੀ ਨਹੀਂ ਸੁਣਦਾ, ਜਾਂ ਉਹ ਵੀ ਸਮਝ ਨਹੀਂ ਆਉਂਦਾ, ਤੇ ਜਾਂ ਇਹ ਕਹਿ ਦਈਏ ਸਮਝ ਕੇ ਮੰਨਿਆ ਵੀ ਨਹੀਂ ਜਾਂਦਾ। ਭਾਗਾਂ ਤੋਂ ਬਗੈਰ ਨਹੀਂ ਖੇਡ ਸਾਧ ਸੰਗਤ ਵਰਤਦੇ। ਕੀ ਕਹਿੰਦੇ, ਕਰੀ ਫੇਰ ਕਰੋ ਸਰਵਣ ਜੀ, ਸੁਣ ਕਰ ਗਿਰਾ ਗਗਨ ਕੀ ਛੋਨੀ। ਜਦੋਂ ਅੱਕਨ ਆਕਾਸ਼ ਬਾਣੀ ਜਦੋਂ ਸੁਣੀ ਉਹਨੇ ਜੀ, ਉਰ ਕਰ ਪਰਮ ਹਰਖ ਮੁਖ ਮੋਨੀ। ਮੋਨੀ ਭਾਵ ਸਾਧ ਸੰਗਤ ਮੋਹ ਨਹੀਂ ਧਾਰ ਲਿਆ, ਬਸ ਧਰਤੀ ਨੇ ਮੋਹ ਬੰਦ ਕਰ ਲਿਆ ਧਰਤੀ ਨੇ, ਤੇ ਬਸ ਚੁੱਪ ਹੀ ਹੋ ਗਈ। ਮੋਹ ਕਿਉਂ ਕਿ ਹੁਣ ਜੇ ਅਕਾਲ ਪੁਰਖ ਨੇ ਬਚਨ ਕਰ ਦਿੱਤੇ ਨੇ, ਹੁਣ ਬੌੜੀ ਵੀ ਹੋ ਜੂਗੀ ਜੀ। ਜਗ ਮਹਿ ਰਘੁਵਰ ਕੁਲ ਅਕਲੰਕਾ। ਤੇ ਇੱਕ ਹੋਰ ਵੀ ਨਾਲ ਦਾਸ ਸਾਧ ਸੰਗਤ ਬੇਨਤੀ ਕਰ ਦੇਵੇ, ਮਹਿਸੂਸ ਨਾ ਕਰਿਓ ਦਾਸ ਦੀ ਬੇਨਤੀ ਨੂੰ। ਜਦੋਂ ਆਪਾਂ ਗੁਰੂ ਸਾਹਿਬ ਨੂੰ ਇੱਕ ਵਾਰੀ ਅਰਦਾਸ ਕਰ ਲਈ ਆ, ਅਰਦਾਸ ਬੇਨਤੀ ਕਰਕੇ ਹੁਕਮਨਾਮਾ ਸਾਹਿਬ ਵੀ ਲੈ ਲਿਆ, ਹੁਕਮਨਾਮਾ ਸਾਹਿਬ ਆ ਗਿਆ ਚੜ੍ਹਦੀ ਕਲਾ ਵਾਲਾ। ਫਿਰ ਇਹ ਨਹੀਂ ਜਿਵੇਂ ਡੂਮਣੇ ਸਰਾਣੇ ਦੁੱਧ ਨਹੀਂ ਨਾ ਜੰਮਦਾ, ਤੇ ਆਪਾਂ ਰੋਜ਼ ਹੀ ਦੇਖੀਏ ਵੀ ਅੱਜ ਵੀ ਕੰਮ ਬਣਿਆ ਕਿ ਨਹੀਂ ਬਣਿਆ। ਜੇ ਗੁਰੂ ਨੇ ਕਹਿਤਾ ਤੁਹਾਡੀ ਬੌੜੀ ਆ, ਗੁਰੂ ਨੇ ਕਹਿਤਾ ਤੁਹਾਡੇ ਤੇ ਤੁਹਾਡਾ ਭਲਾ, ਗੁਰੂ ਨੇ ਕਹਿਤਾ ਤੁਹਾਡੇ ਮੱਥੇ ਤੇ ਹੱਥ ਰੱਖ ਦਿੱਤਾ, ਤੇ ਭਾਵ ਜਿਹੜਾ ਕੁਝ ਹੁਣ ਹੋ ਰਿਹਾ ਉਹ ਚੰਗਾ ਹੋ ਰਿਹਾ। ਇਹ ਨਹੀਂ ਜਿਹੜਾ ਮੈਂ ਕੰਮ ਵਾਸਤੇ ਕਿਹਾ ਸੀ ਉਹੀ ਹੋਵੇ, ਉਹਦੇ ਬਗੈਰ ਜਿਹੜੀ ਕੋਈ ਚੀਜ਼ ਹੋ ਰਹੀ ਹੈ ਚੰਗੀ ਹੀ ਹੋ ਰਹੀ। ਜੇ ਹੁਕਮਨਾਮਾ ਸਖਤ ਦੇ ਦਿੱਤਾ, ਫਿਰ ਆਪਾਂ ਨੂੰ ਕੁਝ ਸਮਾਂ ਪਾ ਕੇ ਅਰਦਾਸ ਬੇਨਤੀ ਦੇਗ ਤਿਆਰ ਕਰਕੇ ਕਰਨੀ ਚਾਹੀਦੀ। ਧਰਤੀ ਨੂੰ ਪਤਾ ਲੱਗ ਗਿਆ ਕਿ ਮਹਾਰਾਜ ਨੇ ਬਚਨ ਕਰ ਦਿੱਤੇ, ਆਪ ਟੈਗੀ ਆ ਮੁਖ ਦਾ ਮੌਨ ਧਾਰ ਲਿਆ। ਤੇ ਜੇ ਮਹਾਰਾਜ ਨੇ ਕਹਿਤਾ ਸੰਤਾਂ ਕਾਜ ਆਪ ਖਲੋ ਹਰ ਕੰਮ ਕਰਾਵਣ ਆਇਆ ਰਾਮ, ਤੇ ਸੋਚ ਲਓ ਵੀ ਜਿਹੜਾ ਕਾਰਜ ਹੁਣ ਉਹ ਆਪ ਖੜ ਕੇ ਕਰਾ ਰਿਹਾ, ਜਿਹੜਾ ਕੁਝ ਹੋ ਰਿਹਾ ਇਹ ਨਹੀਂ ਮੇਰੀ ਮੱਤ ਮੁਤਾਬਕ ਹੋ ਰਿਹਾ। ਪਤਾ ਨਹੀਂ ਗੁਰੂ ਦੇ ਆਸ਼ੇ ਵਿੱਚ ਕਿਹੜੀ ਚੀਜ਼ ਚੰਗੀ ਸਾਡੇ ਵਾਸਤੇ, ਸਾਨੂੰ ਤਾਂ ਹਰੇਕ ਚੀਜ਼ ਚੰਗੀ ਲੱਗਣ ਲੱਗ ਜਾਂਦੀ। ਭਾਵ ਜਿਹੜੀ ਹੁਣ ਗੁਰੂ ਖੇਡ ਵਰਤਾ ਰਿਹਾ ਉਹ ਭਲਾ ਹੀ ਹੋ ਰਿਹਾ। ਜੇ ਕੋਈ ਗਲ ਪੈ ਰਿਹਾ, ਕੰਮ ਤੋਂ ਕੱਢ ਦਿੱਤਾ, ਕੰਮ ਤੇ ਕਿਸੇ ਨੇ ਲਾ ਲਿਆ, ਜਿਹੜਾ ਹੋ ਰਿਹਾ ਭਲਾ ਹੋ ਰਿਹਾ ਜੀ। ਜਗ ਮਹਿ ਰਘੁਵਰ ਕੁਲ ਅਕਲੰਕਾ। ਤੇ ਕਹਿੰਦੇ ਹੁਣ ਬਚਨ ਹੋ ਰਹੇ ਨੇ, ਕਹਿੰਦੇ ਹੁਣ ਕੋਈ ਕੁੱਲ ਉਹੋ ਜਿਹੀ ਚਾਹੀਦੀ ਹੈ ਜਿਹਨੂੰ ਕੋਈ ਕਿਸੇ ਨੂੰ ਕਲੰਕ ਨਾ ਲੱਗਿਆ ਹੋਵੇ, ਜਿਹੜੀ ਕਲੰਕ ਤੋਂ ਰਹਿਤ ਹੋਵੇ। ਤੇ ਫੇਰ ਦੇਖਿਆ ਰਘੁਵਰ ਭਾਵ ਰਾਮਚੰਦਰ ਦੀ ਕੁੱਲ, ਉਹ ਜਿਹੜੀ ਕੁੱਲ ਆ ਉਹ ਕਲੰਕ ਤੋਂ ਰਹਿਤ, ਉਹਦੀ ਦੱਸਦੇ ਨੇ ਜੀ। ਪ੍ਰਗਟੇ ਬੇਦੀ ਕੁਮੁਦ ਮਯੰਕਾ। ਕਹਿੰਦੇ ਉਹਦੇ ਵਿੱਚ ਮਹਾਰਾਜ ਨੇ ਹੁਣ ਪ੍ਰਗਟ ਹੋਣਾ ਬੇਦੀਆਂ ਦੀ ਕੁੱਲ। ਪਿਛਲੇ ਦਿਨ ਜਿਵੇਂ ਸਵਾਲ ਕੀਤਾ ਸੀ ਕਿ ਮਹਾਰਾਜ ਦੇ ਗੁਰੂ ਨਾਨਕ ਪਾਤਸ਼ਾਹ ਦੇ ਪਿਤਾ ਜੀ ਮਹਿਤਾ ਕਾਲੂ ਕਹਿੰਦੇ ਨੇ, ਤੇ ਕੁੱਲ ਬੇਦੀਆਂ ਦੀ ਹੈ। ਸਵਾਲ ਆਇਆ ਸੀ ਵੀ ਫਿਰ ਮਹਿਤਾ ਕਿਉਂ ਕਹਿੰਦੇ ਆ, ਮਹਿਤੇ ਤਾਂ ਹੋਰ ਹੁੰਦਾ, ਤੇ ਜੇ ਮਹਿਤੇ ਤੇ ਫਿਰ ਬੇਦੀ ਕਿਵੇਂ। ਸਾਧ ਸੰਗਤ ਜਿਹੜੇ ਮਹਿਤੇ ਦੇ ਅਰਥ ਆ ਨਾ ਉਹ ਹੈਗੇ ਪਟਵਾਰੀ। ਪਟਵਾਰੀ ਉਹਦੇ ਅੱਖਰੀ ਅਰਥ ਬਣਦੇ ਨੇ, ਭਾਵ ਪਿਤਾ ਜੀ ਪਟਵਾਰੀ ਸਨ, ਇਸ ਕਰਕੇ ਮਹਿਤਾ ਮੂਹਰੇ ਲੱਗਦਾ ਸੀ, ਪਰ ਕੁੱਲ ਬੇਦੀਆਂ ਦੀ ਸੀ ਜੀ। ਏਕੰਕਾਰ ਧਾਰ ਨਿਜ ਰੂਪਾ। ਤੇ ਕਹਿੰਦੇ ਅਕਾਲ ਪੁਰਖ ਨੇ ਆਪ ਦਾ ਨਿੱਜੀ ਸਰੂਪ ਧਾਰ ਕੇ ਜੀ ਪ੍ਰਗਟੇ ਸਤਿਗੁਰ ਰੂਪ ਅਨੂਪਾ। ਤੇ ਕਹਿੰਦੇ ਸਤਿਗੁਰ ਬਹੁਤ ਸੁੰਦਰ ਸਰੂਪ ਵਿੱਚ ਪ੍ਰਗਟ ਹੋਏ ਨੇ ਜੀ, ਅਨੂਪ ਸਰੂਪ ਵਿੱਚ ਜੀ। ਦੋਹਰਾ ਨਿਸਕੁਚਾਲ ਕਲਕਾਲ ਤਮ ਉਡਗਨ ਦੰਭ ਸਮਾਜ। ਤੇ ਕਹਿੰਦੇ ਜਿਵੇਂ ਪ੍ਰਗਟ ਹੁੰਦੇ ਨੇ ਤੇ ਜਿਵੇਂ ਦੰਭੀ ਆ, ਦੰਭ ਰੂਪ ਭਾਵ ਜਿਹੜੀ ਰਾਤ ਆ ਜੀ, ਉਡਗਨ ਦੰਭ ਸਮਾਜ। ਤੇ ਕਹਿੰਦੇ ਕੀ ਹੁੰਦਾ, ਜਿਵੇਂ ਸਾਧ ਸੰਗਤ ਰਾਤ ਦਾ ਸਮਾਂ ਪੈਂਦਾ, ਪਖੰਡ ਰੂਪੀ ਰਾਤ, ਤੇ ਉਹਦੇ ਵਿੱਚ ਜਦੋਂ ਫਿਰ ਤਾਰੇ ਆਉਂਦੇ ਨੇ ਜਿਹੜੇ ਆ ਝੂਠ ਰੂਪ ਜੀ। ਭਏ ਕੁਮੁਦ ਸੇ ਅਨਕ ਮਤ ਇੰਦ ਮੁਹੰਮਦ ਰਾਜ। ਤੇ ਕਹਿੰਦੇ ਕਮੁੱਦ ਹੁੰਦਾ ਸਾਧ ਸੰਗਤ ਜਿਹੜੇ ਰਾਤ ਨੂੰ ਇੱਕ ਕਮਲ ਦਾ ਫੁੱਲ ਖੁੱਲਦਾ ਜਿਹੜਾ ਰਾਤ ਨੂੰ। ਤੇ ਉਵੇਂ ਇੰਦ ਗੱਲ ਕਰਦੇ ਨੇ ਹਿੰਦੂ, ਤੇ ਇਧਰ ਮੁਹੰਮਦ ਰਾਜ ਦੀ ਜੀ। ਚੌਪਈ ਤਿਨ ਕੋ ਹਰਨ ਬਾਲ ਦਿਨ ਰਾਊ ਉਦੇ ਸੋ ਨਾਨਕ ਤੇਜ ਪ੍ਰਭਾਊ। ਤੇ ਕਹਿੰਦੇ ਹੁਣ ਫਿਰ
ਇਹਨਾਂ ਨੂੰ ਸਾਰਿਆਂ ਨੂੰ ਮਿਟਾਉਣ ਵਾਸਤੇ ਆਪ ਸੂਰਜ ਰੂਪੀ ਗੁਰੂ ਨਾਨਕ ਪਾਤਸ਼ਾਹ ਆਏ ਨੇ ਜੀ। ਬਚਨ ਕਿਰਨ ਜਾਂ ਮਹਿ ਪ੍ਰਕਾਸ਼ੇ। ਤੇ ਜਿਨ੍ਹਾਂ ਦੇ ਬਚਨ ਕਿਰਨ ਰੂਪੀ ਨੇ, ਸਾਧ ਸੰਗਤ ਜਦੋਂ ਬਚਨ ਕਰਦੇ ਨੇ ਉਹਦੀ ਕਿਰਨ ਰੂਪੀ ਪ੍ਰਕਾਸ਼ ਪੈਂਦਾ ਜੀ, ਗਿਆਨ ਰੂਪ ਜੀ। ਸੰਤ ਤਾਮ ਰਸ ਹੇਰ ਵਿਕਾਸੇ। ਤੇ ਜਿਹੜੇ ਸੰਤ ਨੇ, ਸਾਧ ਸੰਗਤ ਜਿਹੜੇ ਸਾਧੂ ਨੇ, ਉਹ ਕਮਲ ਦੇ ਫੁੱਲ ਵਰਗੇ ਨੇ। ਇੱਕ ਇਹ ਆ ਜਿਹੜਾ ਕਮਲ ਜਿਹੜਾ ਹੈਗਾ ਰਾਤ ਨੂੰ, ਜਿਹੜਾ ਜ਼ਿਕਰ ਕੀਤਾ ਪਹਿਲਾਂ, ਤੇ ਜਿਹੜਾ ਇਹ ਹੈਗਾ ਕਮਲ ਜਿਹੜਾ ਰਾਤ ਵਾਲਾ, ਉਹ ਜਦੋਂ ਚੰਦਰਮਾ ਆਉਂਦਾ ਤੇ ਸਾਧ ਸੰਗਤ ਰਾਤ ਪੈਂਦੀ ਆ ਉਦੋਂ ਖੁੱਲਦਾ। ਪਰ ਜਿਹੜੇ ਆ ਸੰਤ ਨੇ ਇਹ ਜਿਹੜੇ ਦਿਨ ਵਾਲੇ ਕਮਲ ਨੇ, ਸਾਧ ਸੰਗਤ ਉਹਦੀ ਦਿੰਦੇ ਉਦਾਹਰਨ ਫੇਰ ਪੜੋ ਜੀ। ਸੰਤ ਤਾਮ ਰਸ ਹੇਰ ਵਿਕਾਸੇ। ਤੇ ਉਹ ਜਿਹੜੇ ਰਸ ਲੈ ਕੇ ਮਹਾਰਾਜ ਦੇ ਪ੍ਰਕਾਸ਼ ਗਿਆਨ ਦਾ ਲੈ ਕੇ ਤੇ ਖਿੜਦੇ ਨੇ ਸਾਧੂ ਜੀ। ਦੰਬੀ ਸਾਮਿ ਉਲੂਕ ਦੁਖ ਭਾਰੀ। ਤੇ ਜਿਹੜੇ ਦੰਭੀ ਨੇ, ਜਿਹੜੇ ਭਾਵ ਪਾਪਾਂ ਰੂਪੀ ਅਗਿਆਨਤਾ ਰੂਪੀ ਹਨੇਰੇ ਵਿੱਚ ਜਿਹੜੇ ਖੁਸ਼ ਰਹਿਣ ਵਾਲੇ, ਉਹ ਕੀ ਪਾਉਂਦੇ? ਦੁੱਖ ਪਾਉਂਦੇ ਨੇ ਜੀ। ਕਿੰਕਰ ਕੋਕ ਭਏ ਸੁਖਿਆਰੀ। ਤੇ ਆਏ ਸਾਧ ਸੰਗਤ ਜਿਹੜੀ ਆ ਕੋਕਲ, ਉਹਦੀ ਉਦਾਹਰਨ ਦਿੰਦੇ ਨੇ। ਉਹ ਕਿੱਥੇ ਸੁੱਖ ਪਾਉਂਦੀ ਹੈ? ਜਦੋਂ ਸਾਧ ਸੰਗਤ ਦਿਨ ਚੜ੍ਹਦਾ, ਦਿਨੇ ਉਹਨਾਂ ਦਾ ਮਿਲਾਪ ਨਹੀਂ ਹੋ ਸਕਦਾ ਚੱਕਵੀ ਦਾ, ਤੇ ਇਹ ਜਿਹੜੀ ਸੁੱਖ ਪਾਉਂਦੀ ਹੈ ਜਿਹੜੀ ਸਵੇਰੇ ਜੀ। ਆਤਪ ਭਗਤ ਜਗਤ ਪ੍ਰਕਾਸ਼ੀ। ਐਂ ਕਰਕੇ ਸਾਧ ਸੰਗਤ ਜਿਹੜੀ ਭਗਤੀ, ਹਾਂਜੀ, ਨੀਂਦਿਆ ਵਿਦਿਆ ਸਿੱਖਣ ਨਾਸੀ। ਤੇ ਕਹਿੰਦੇ ਆਉਂ ਕਰਕੇ ਜਦੋਂ ਮਹਾਰਾਜ ਨੇ ਭਗਤੀ ਰੂਪੀ ਜਦੋਂ ਦਿਨ ਚੜਿਆ, ਪ੍ਰਕਾਸ਼ ਰੂਪ ਹੋਇਆ, ਤੇ ਜਿਹੜੇ ਨੀਂਦ ਵਕਾਰ ਰੂਪੀ ਅਵਿਦਿਆ ਜਿਹੜੀ ਸੀ ਸਿੱਖਾਂ ਦੀ ਨਾਸ਼ ਹੋ ਗਈ ਜੀ। ਗਿਆਨ ਨਾਮ ਮਹਿ ਨਰਬਰ ਜਾਗੇ। ਤੇ ਗਿਆਨ ਜਿਹੜਾ ਰੂਪੀ ਜਿਹੜਾ ਨਾਮ ਵਾਹਿਗੁਰੂ, ਉਹਦੇ ਵਿੱਚ ਸਾਰੇ ਜਿਹੜੇ ਸ੍ਰਿਸ਼ਟੀ ਦੇ ਜਿਹੜੇ ਸਪੁਰਸ਼ਨ ਜਾਗੇ ਨੇ ਜੀ। ਕਲਮਲ ਸੁਪਨਾ ਜਿਉ ਮਨ ਤਿਆਗੇ। ਤੇ ਕਹਿੰਦੇ ਜਦੋਂ ਕੋਈ ਜਾਗ ਜਾਂਦਾ, ਜਿਹੜੇ ਪਾਪਾਂ ਰੂਪੀ ਸੁਪਨਾ ਜਿਵੇਂ ਦੂਰ ਹੋ ਜਾਂਦਾ ਜੀ। ਧਰਮ ਧਰਤ ਧੀਰਜ ਕੇ ਹੇਤਾ। ਤੇ ਇਉਂ ਕਰਕੇ ਧਰਤੀ ਨੇ ਸਾਧ ਸੰਗਤ ਧੀਰਜ ਧਰਿਆ ਜੀ। ਪ੍ਰਗਟੇ ਸ੍ਰੀ ਬੇਦੀ ਕੁਲ ਕੇਤਾ। ਤੇ ਕਹਿੰਦੇ ਬੇਦੀਆਂ ਦੇ ਕੁਲ ਵਿੱਚ ਅਵਤਾਰ ਲਿਆ ਗੁਰੂ ਨਾਨਕ ਪਾਤਸ਼ਾਹ ਨੇ। ਹੁਣ ਅੱਗੇ ਜਿਹੜੀ ਅਵਤਾਰ ਦੀ ਕਥਾ ਸ਼ੁਰੂ ਹੋ ਰਹੀ ਹੈ, ਸਮਾਂ ਉੱਪਰ ਹੋ ਚੁੱਕਿਆ ਕਿ ਸਵੇਰ ਨੂੰ ਤਕਰੀਬਨ 5 ਵਜੇ ਪ੍ਰਭਾਤ ਫੇਰੀ ਵੀ ਆ, ਤੇ ਤਕਰੀਬਨ 3:30 ਵਜੇ ਤੋਂ ਸਿੰਘਾਂ ਨੇ ਇੱਥੇ ਕੋਈ ਸੇਵਾ ਵੀ ਆਰੰਭਦੇ ਨੇ ਸੁਖਮਨੀ ਸਾਹਿਬ ਦੇ ਪਾਠ ਦੀ। ਤੇ ਕੁਛ ਹੁਣ ਕਹਿੰਦੇ ਅੱਜ ਹੋਰ ਕੁਛ ਕਹਿੰਦੇ ਡੈਕੋਰੇਸ਼ਨ ਦਾ ਵੀ ਕਰਨਾ ਇਹਨਾਂ ਸਿੰਘਾਂ ਨੇ। ਫੌਜਾਂ ਕਹਿੰਦੀ ਥੋੜ੍ਹਾ ਸਮੇਂ ਸਿਰ ਕਰ ਲਿਓ ਸਮਾਪਤੀ, ਕਿ ਅਸੀਂ ਕੁਛ ਹੋਰ ਵੀ ਕਰਨੇ ਚਾਹੁੰਦੇ ਸੇਵਾ ਕੁਛ। ਤੇ ਬੇਨਤੀ ਹੈ ਕਿ ਮਹਾਰਾਜ ਦਾ 550 ਸਾਲਾ ਆ ਰਿਹਾ। ਕੱਲ੍ਹ ਨੂੰ ਜਿੱਥੇ ਪ੍ਰਭਾਤ ਫੇਰੀ ਵੀ ਅਖੀਰਲੀ, ਤੇ ਉੱਥੇ ਦਿਨ ਦੇ ਬੱਚਿਆਂ ਦੇ ਮੇਰੇ ਖਿਆਲ 'ਚ ਹੈਗੇ ਕੰਪੀਟੀਸ਼ਨ 9 ਤੋਂ 4 ਵਜੇ ਤੱਕ ਹੈਗਾ ਬੱਚਿਆਂ ਦਾ ਗੁਰਮਤ ਦੇ ਹੈਗੇ ਆ ਜਿਹੜੇ ਮੁਕਾਬਲੇ ਹੋਣੇ ਆ। ਕੁਐਸਚਨ ਆਨਸਰ ਕਰਨਗੇ ਬੱਚਿਆਂ ਨੂੰ, ਦੇਖਿਆ ਜਾਊਗਾ ਕਿੰਨਾ ਕੁ ਇਤਿਹਾਸ ਸਿੱਖਿਆ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ। ਜਿਹੜੇ ਇਨਾਮ ਫਿਰ ਐਤਵਾਰ ਨੂੰ ਮਿਲਣਗੇ ਦੀਵਾਨ ਦੇ ਵਿੱਚ 1 ਵਜੇ। ਤੇ ਫਿਰ ਸ਼ਾਮ ਨੂੰ ਤਕਰੀਬਨ 5-5:30 ਵਜੇ ਤੋਂ ਕੀਰਤਨ ਆਰੰਭ ਹੋ ਰਿਹਾ, ਜਿਹੜਾ ਕਿ ਜਾ ਕੇ ਕੱਲ੍ਹ ਨੂੰ ਦੁਪਹਿਰੇ ਜਾ ਕੇ 1-1:30 ਵਜੇ ਸਮਾਪਤੀ ਹੋਣੀ ਹੈ। ਤਕਰੀਬਨ ਪਰਸੋਂ ਨੂੰ ਤਕਰੀਬਨ 20 ਘੰਟੇ ਉਹ ਸਮਾਗਮ ਚੱਲਣਾ। ਫਿਰ ਸੋਮਵਾਰ ਰਾਤ ਨੂੰ ਤਕਰੀਬਨ ਕੀਰਤਨ ਆਰੰਭ ਹੋ ਰਿਹਾ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਯਾਦ 'ਚ। ਫਿਰ ਦੁਬਾਰਾ ਜਿਹੜਾ ਮੰਗਲਵਾਰ ਨੂੰ ਸਵੇਰੇ ਸਮਾਪਤੀ ਹੋਊਗੀ, ਤੇ ਮੰਗਲਵਾਰ ਸ਼ਾਮ ਦਾ ਪ੍ਰੋਗਰਾਮ ਕਰਕੇ ਤੇ ਫਿਰ ਆੜ ਚੱਲ ਰਹੇ ਸਮਾਗਮ ਦੀਆਂ ਸਮਾਪਤੀਆਂ ਹੋਣਗੀਆਂ ਇੱਥੋਂ। ਤਾਂ ਬੇਨਤੀ ਦੱਸਦੇ ਜ਼ਰੂਰ ਵੱਧ ਤੋਂ ਵੱਧ ਆ ਕੇ ਦਰਸ਼ਨ ਦਿਓ ਤੇ ਹਾਜ਼ਰੀਆਂ ਭਰੋ, ਕਿ 550 ਸਾਲਾ ਬਹੁਤ ਵੱਡਾ ਇੱਕ ਮਹਾਰਾਜ ਨੇ ਸਾਡੇ ਝੋਲੀ ਵਿੱਚ ਵੱਡਾ ਸਮਾਗਮ ਪਾਇਆ। ਤੇ ਕਈ ਕੀਰਤਨੀਆਂ ਬਾਹਰੋਂ ਵੀ ਹੋਰ ਵੀ ਆ ਰਹੇ ਆਸੇ ਪਾਸਿਓਂ। ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੇ ਕੱਲ੍ਹ ਸ਼ਾਮ ਤੱਕ ਪਹੁੰਚ ਜਾਣ, ਕਿ ਕੱਲ੍ਹ ਦਾ ਸ਼ਾਮ ਦੀ ਜਦੋਂ ਸ਼ੁਰੂਆਤ ਹੋਵੇ ਤੇ ਬਹੁਤ ਆਨੰਦ ਖੇੜੇ ਵਾਲੀ ਹੋਵੇ। ਤੇ ਇਹਦਾ ਜਿਹੜਾ ਰਹਿੰਦਾ ਪ੍ਰਸੰਗ ਉਹ ਕੋਸ਼ਿਸ਼ ਕਰਾਂਗੇ ਜਾਂ ਸੋਮਵਾਰ ਸ਼ਾਮ ਨੂੰ ਤੇ ਜਾਂ ਫਿਰ ਮੰਗਲਵਾਰ ਨੂੰ ਤਕਰੀਬਨ ਜਿਹੜਾ ਮਹਾਰਾਜ ਦਾ ਪ੍ਰਕਾਸ਼ ਦਿਹਾੜੇ ਦਾ ਫਿਰ ਅਖੀਰਲਾ ਦੀਵਾਨ ਹੋਊਗਾ। ਰਹਿੰਦਾ ਤਕਰੀਬਨ ਮੈਨੂੰ ਲੱਗਦਾ 40-50 ਬੰਦ ਰਹਿ ਗਏ ਨੇ। ਫਿਰ ਮਹਾਰਾਜ ਦਾ ਕਿਵੇਂ ਆਉਣ ਤੋਂ ਪਹਿਲਾਂ ਕਿਵੇਂ ਪਸ਼ੂਆਂ ਨੇ ਦੁੱਧ ਜ਼ਿਆਦਾ ਦੇਣ ਲੱਗ ਜਾਣਾ, ਫਸਲਾਂ ਕਿਵੇਂ ਆਪੇ ਫੁੱਲ ਬਹੁਤ ਹੋਰ ਨਵੇਂ ਫੁੱਲ ਲੱਗਣ ਲੱਗ ਜਾਣਗੇ ਦਰਖਤਾਂ ਨੂੰ, ਸਾਰੀ ਜਿਹੜੀ ਉੱਥੇ ਜਿਹੜੀ ਬਨਸਪਤੀ ਕਿਵੇਂ ਹਰਿਆਵਲ ਵਿੱਚ ਆਉਣੀ ਅਤੇ ਆਦਿਕ ਹਰ ਚੀਜ਼ ਨੇ ਕਹਿਣਾ ਵੀ ਪਤਾ ਨਹੀਂ ਕੀ ਗੱਲ, ਬਹੁਤ ਖੁਸ਼ੀ ਖੇੜਾ ਹੋਇਆ ਪਿਆ, ਤਰੱਕੀ ਹੋਈ ਪਈ ਹੈ। ਜਿਹੜੇ ਮਹਾਰਾਜ ਦੇ ਆਉਣ ਤੋਂ ਪਹਿਲਾਂ 12-12 ਸਾਲ ਦੇ ਕਾਲ ਪੈਂਦੇ ਸਨ, ਬੜਾ ਔਖਾ ਸਮਾਂ ਆ ਗਿਆ ਸੀ ਲੋਕਾਂ ਤੇ, ਉਹ ਕਿਵੇਂ ਮਿਟੀ ਜਾਣੇ ਆ। ਜਿਹੜੀਆਂ ਬੰਜਰ ਜ਼ਮੀਨਾਂ ਉਪਜਾਊ ਆਪੇ ਹੋਣ ਲੱਗ ਜਾਣੀਆਂ। ਉਹਦਾ ਹੁਣ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਪ੍ਰਸੰਗ ਆਊਗਾ। ਵਿਚਾਰ ਕਰਦਿਆਂ ਤਾਂ 10 ਤੋਂ 1 ਨਹੀਂ, ਬੇਅੰਤ ਭੁੱਲਾਂ ਗਲਤੀਆਂ ਹੋਈਆਂ, ਅਰਥਾਂ ਦੇ ਅਨਰਥ ਵੀ ਹੋਏ ਨੇ। ਤੇ ਸਾਰੀ ਸੰਗਤ ਦੇ
ਚਰਨੋਂ ਦਾੜਾ ਤੇ ਮੱਥਾ ਲਾ ਕੇ ਕੌੜੇ ਬੋਲਾਂ ਦੀ ਮਾਫੀ ਮੰਗਦਾ ਤੇ ਜਿਹੜੀਆਂ ਚੰਗੀਆਂ ਸਨ ਗੁਰੂ ਸਾਹਿਬ ਦੀਆਂ ਜ਼ਰੂਰ ਆਪਦੇ ਜੀਵਨ ਵਿੱਚ ਲੈ ਕੇ ਆਇਓ। ਤਾਂ ਬੇਨਤੀ ਜ਼ਰੂਰ ਸਮੇਂ ਸਿਰ ਜ਼ਰੂਰ ਆਇਆ ਕਰੋ ਕਿ ਆਪਾਂ ਮਹਾਰਾਜ ਦੀ ਖੁਸ਼ੀ ਦੇ ਪਾਤਰ ਬਣ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ